ਤੁਸੀਂ ਸਟਾਰਟਿੰਗ ਤੋਂ ਬੱਚੇ ਨੂੰ 1 ਈਅਰ ਦਾ ਹੁੰਦਾ ਤੁਸੀਂ ਚਿਪਸ ਦੇਣੇ ਸ਼ੁਰੂ ਕਰ ਦਿੰਦੇ ਹੋ ਜਾਂ ਬਿਸਕਿਟ ਦੇਣੇ ਸ਼ੁਰੂ ਕਰ ਦਿੰਦੇ ਹੋ ਜਾਂ ਬੇਕਰੀ ਪ੍ਰੋਡਕਟਸ ਦੇਣੇ ਸ਼ੁਰੂ ਕਰ ਦਿੰਦੇ ਹੋ। ਸਟਾਰਟਿੰਗ ਤੋਂ ਤੁਸੀਂ ਖੁਦ ਹੀ ਉਹਨੂੰ ਇੱਕ ਸੈੱਲ ਦੇ ਰਹੇ ਹੋ ਕੈਂਸਰ ਦਾ। ਕਿ ਅੱਜ ਕੱਲ੍ਹ ਜਿਹੜੀ ਸਾਡੀ ਸੁਸਾਇਟੀ ਹੈ ਨਾ ਉਹ ਕੈਮੀਕਲਸ ਖਰੀਦ ਰਹੀ ਹੈ। ਕੈਮੀਕਲਸ ਕਿਵੇਂ ਖਰੀਦ ਰਹੀ ਹੈ? ਸਭ ਦੇ ਵਿੱਚ ਟਰਾਂਸ ਫੈਟ ਹੁੰਦਾ ਹੈ ਜਿਸ ਦੇ ਵਿੱਚ ਕੈਂਸਰ ਕਾਜ਼ਿੰਗ ਏਜੰਟ ਹੈ। ਜਿੰਨੀਆਂ ਤੁਸੀਂ ਪੈਕਿੰਗ ਵਾਲੀਆਂ ਚੀਜ਼ਾਂ ਲਓਗੇ ਨਾ ਉਹਨਾਂ ਦੇ ਵਿੱਚ ਜਿਹੜਾ ਆਇਲ, ਚਾਹੇ ਚਿਪਸ ਹੈ, ਚਾਹੇ ਉਹ ਸਨੈਕਿੰਗ ਦੇ ਵਿੱਚ ਫਰਾਈਜ਼ ਆਉਂਦੀਆਂ, ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਵਿੱਚ ਟਰਾਂਸ ਫੈਟ ਐਡ ਹੁੰਦਾ, ਉੱਪਰ ਲਿਖਿਆ ਹੁੰਦਾ। ਡਾਈਟ ਤੁਹਾਡੀ ਕੁੜੀਆਂ ਦੀ ਬਹੁਤ ਜ਼ਰੂਰੀ ਹੈ ਜਿਹੜੀਆਂ ਫਿਰ ਬਾਅਦ 'ਚ ਕਹਿੰਦੇ PCOD ਦੇ ਸ਼ਿਕਾਰ ਹੋ ਗਈਆਂ ਜਾਂ PCOS ਹੋ ਗਿਆ, ਉਹਨਾਂ ਨੂੰ ਪੀਰੀਅਡਸ ਦੀ ਪ੍ਰੋਬਲਮ ਹੋ ਗਈ ਜਾਂ weight gain ਹੋ ਗਿਆ, ਬਹੁਤ ਮੋਟੀ ਹੋ ਗਈ, ਤਾਂ ਬਹੁਤ ਖਾਣ ਲੱਗ ਗਈ ਹੋਣੀ ਜੀ। ਫਿਰ ਕਹਿੰਦੇ ਜਿਹਨੂੰ ਬੱਚਾ ਨਹੀਂ ਹੋ ਰਿਹਾ, ਜੋ ਕਿੱਥੋਂ ਹੋਏਗਾ? ਤੁਸੀਂ ਚਾਹੁੰਦੇ ਤੁਹਾਡੀ ਬੱਚੀ ਦਾ ਭਵਿੱਖ ਅੱਛਾ ਹੋਵੇ, ਉਹ ਇਹਨਾਂ ਚੀਜ਼ਾਂ ਵਿੱਚ ਨਾ ਸਫਰ ਕਰੇ, ਤਾਂ ਤੁਹਾਨੂੰ ਥੋੜ੍ਹਾ ਜਿਹਾ ਧਿਆਨ ਦੇਣਾ ਜ਼ਰੂਰੀ ਹੈ ਕਿ ਡਾਈਟ ਸਭ ਦੇ ਲਈ ਇੰਪੋਰਟੈਂਟ ਹੈ, ਚਾਹੇ ਉਹ ਐਗ ਹੈ, ਚਾਹੇ ਉਹ ਚਿਕਨ ਹੈ, ਚਾਹੇ ਉਹ ਅਚਾਰ ਹੈ। ਕਈ ਚੈਨਲਸ ਐਵੇਂ ਦਿਖਾਉਂਦੇ ਹੋਣੇ ਕਿ 10 ਕਿਲੋ weight ਘਟਾਓ ਹਫਤੇ ਦੇ ਵਿੱਚ ਜਾਂ ਨਾ, ਤਾਂ ਉਹ ਸਭ ਚੀਜ਼ਾਂ ਤੁਹਾਡੇ ਦਿਮਾਗ ਦੇ ਵਿੱਚ ਤੁਹਾਨੂੰ ਵੀ ਪਤਾ ਹੁੰਦੀਆਂ ਕਿ ਇਹ ਸਹੀ ਹੈ ਜਾਂ ਗਲਤ ਹੈ ਨਾ, ਬਟ ਉਹ ਅਸੀਂ ਗਲਤ ਰਾਹ ਨੂੰ ਜਲਦੀ ਕਹਿੰਦੇ ਅਡੈਪਟ ਕਰ ਲੈਂਦੇ ਹਾਂ। ਅਸੀਂ ਸਨਸਕ੍ਰੀਨ ਦਾ ਟ੍ਰੈਂਡ ਹੈ, ਅਸੀਂ ਧੁੱਪ 'ਚ ਨਹੀਂ ਬੈਠਦੇ ਹੈ ਨਾ, ਜਿਸ ਕਰਕੇ ਸਾਡੀ ਬਾਡੀ ਦੇ ਵਿੱਚ ਵਿਟਾਮਿਨ D ਦੀ ਅਬਜ਼ੌਰਪਸ਼ਨ ਨਹੀਂ ਹੁੰਦੀ। ਜੇ 5-10 ਮਿੰਟ ਧੁੱਪ ਤੇਜ਼ ਹੁੰਦੀ ਹੈ ਤਾਂ ਅਸੀਂ ਅੰਦਰ ਚੱਲ ਜਾਂਦੇ ਹਾਂ, ਜੇ ਗਰਮੀ ਹੈ ਤਾਂ AC ਲਗਾ ਲੈਂਦੇ ਹਾਂ, ਜੇ ਠੰਡ ਹੈ ਤਾਂ ਹੀਟਰ ਲਗਾ ਲੈਂਦੇ ਹਾਂ। ਇਹ ਜ਼ਰੂਰੀ ਨਹੀਂ ਹੈਗਾ ਕਿ ਉਹਨਾਂ ਲਈ ਬਣਿਆ। ਹੁਣ ਅੱਜ ਕੱਲ੍ਹ ਸਾਡੀ ਵੀ ਜ਼ਰੂਰਤ ਪੈ ਗਈ ਹੈ ਕਿਉਂਕਿ ਇਹ ਸਾਡਾ ਲਾਈਫ ਸਟਾਈਲ ਇੱਦਾਂ ਦਾ ਹੋ ਗਿਆ ਕਿ ਅਸੀਂ ਲੋਕ ਬਾਹਰ ਨਿਕਲਦੇ ਨਹੀਂ ਹੈਗੇ, ਧੁੱਪ 'ਚ ਬੈਠਦੇ ਨਹੀਂ ਹੈਗੇ, ਉਹ ਟਾਈਮ ਨਹੀਂ ਸਪੈਂਡ ਕਰਦੇ। ਜਿਹੜੀਆਂ ਲੇਡੀਜ਼ ਦੇ ਵਿੱਚ ਹਾਰਮੋਨਲ ਚੇਂਜਸ ਆਉਂਦੀਆਂ ਨੇ ਜਾਂ ਫਿਰ ਬੱਚਿਆਂ ਦੇ ਵਿੱਚ ਆਉਂਦੀਆਂ, ਉਹ ਮੈਮ ਡੈਫੀਸ਼ੀਐਂਸੀਜ਼ ਦੇ ਕਰਕੇ ਹੁੰਦੀਆਂ। ਸੋ ਜੇ ਵਿਟਾਮਿਨ D ਡੈਫੀਸ਼ੀਐਂਸੀ ਹੈ ਤਾਂ ਤੁਹਾਡਾ ਮੂਡ ਸਵਿੰਗ ਬਹੁਤ ਜ਼ਿਆਦਾ ਅਚਾਨਕ ਤੁਹਾਨੂੰ ਤੁਸੀਂ ਸ਼ੂਟ ਕਰੋਗੇ ਕਿਸੇ ਵੀ ਗੁੱਸੇ ਨੂੰ ਲੈ ਕੇ। ਹੋ ਸਕਦਾ ਆਪਣੇ ਬੱਚੇ ਨੂੰ ਥੱਪੜ ਵੀ ਲਗਾ ਦਿਓ, ਫਿਰ ਤੁਹਾਨੂੰ 2 ਮਿੰਟ ਬਾਅਦ ਰਿਅਲਾਈਜ਼ ਹੋਏਗਾ ਵੀ ਯਾਰ ਮੈਂ ਕਿਉਂ ਕਰਤਾ। ਸੋ ਅਗਰ ਤੁਹਾਨੂੰ ਡਿਪਰੈਸ਼ਨ ਫੀਲ ਹੋ ਰਿਹਾ ਹੈ, ਤੁਹਾਨੂੰ ਲੱਗਦਾ ਮੈਂ ਬਹੁਤ ਰੋਣ ਵਾਲੀ, ਮੇਰਾ ਮਨ ਕਰਦਾ ਮੈਂ ਉੱਚੀ ਉੱਚੀ ਰੋਵਾਂ ਜਾਂ ਮੈਂ ਉੱਚੀ ਉੱਚੀ ਹੱਸਾਂ, ਤਾਂ ਤੁਹਾਨੂੰ ਜ਼ਰੂਰਤ ਹੈ ਆਪਣੀ ਡਾਈਟ ਚੈੱਕਅਪ ਕਰਵਾਉਣ ਵਾਸਤੇ। ਵੀ ਸੋਸ਼ਲ ਵੇਖ ਰਹੇ ਹੋ ਤੁਸੀਂ, ਮੈਂ ਰੁਪਿੰਦਰ ਸੰਧੂ, ਤੁਹਾਨੂੰ ਸਾਰਿਆਂ ਨੂੰ ਹੀ ਸਤਿ ਸ਼੍ਰੀ ਅਕਾਲ। ਅਕਸਰ ਅੱਜ ਕੱਲ੍ਹ ਬਹੁਤਾਤ ਭੀੜ ਆਪਾਂ ਨੂੰ ਹਸਪਤਾਲਾਂ 'ਚ ਵੇਖਣ ਨੂੰ ਮਿਲਦੀ ਹੈ, ਅਤੇ ਜਦੋਂ ਇਸ ਚੀਜ਼ ਦੇ ਕਾਰਨ ਬਾਰੇ ਕਿਸੇ ਨਾਲ ਗੱਲਬਾਤ ਕਰੀਦੀ ਹੈ ਤਾਂ ਉਹਨਾਂ ਦਾ ਕਹਿਣਾ ਹੁੰਦਾ ਹੈ ਕਿ ਅੱਜ ਕੱਲ੍ਹ ਦੀਆਂ ਸਾਡੀਆਂ ਜਿਹੜੀਆਂ ਖਾਣ ਪੀਣ ਦੀਆਂ ਆਦਤਾਂ ਨੇ ਉਹ ਇਸ ਚੀਜ਼ ਦਾ ਕਾਰਨ ਨੇ। ਅੱਜ ਆਪਾਂ ਚੰਗੀ ਖੁਰਾਕ ਉਮਰ ਦੇ ਹਿਸਾਬ ਨਾਲ ਜਾਂ ਪੌਣ ਪਾਣੀ ਦੇ ਹਿਸਾਬ ਨਾਲ ਜਾਂ ਤੁਹਾਡੀ ਸਿਹਤ ਦੇ ਮੁਤਾਬਕ ਕਿਵੇਂ ਦੀ ਹੋਣੀ ਚਾਹੀਦੀ ਹੈ, ਇਸ ਚੀਜ਼ ਉੱਪਰ ਗੱਲਬਾਤ ਕਰਾਂਗੇ। ਅਤੇ ਸਾਡੇ ਨਾਲ ਗੱਲਬਾਤ ਕਰਨ ਲਈ ਨੇ ਡਾਈਟੀਸ਼ੀਅਨ ਨਵਦੀਪ ਕੌਰ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਮੈਮ। ਬਹੁਤ ਸਾਰੇ ਸਵਾਲ ਖੁਰਾਕ ਨੂੰ ਲੈ ਕੇ ਅਕਸਰ ਸਾਡੇ ਦਿਮਾਗ ਦੇ ਵਿੱਚ ਚੱਲਦੇ ਰਹਿੰਦੇ ਨੇ। ਅੱਜ ਕੱਲ੍ਹ ਜਦੋਂ ਕਿਸੇ ਦੇ ਬੱਚਾ ਹੁੰਦਾ ਤਾਂ ਉਹਨਾਂ ਦਾ ਕਹਿਣਾ ਇਹੀ ਹੁੰਦਾ ਕਿ ਮੁੰਡਾ ਹੋਵੇ ਜਾਂ ਕੁੜੀ, ਬੱਚਾ ਤੰਦਰੁਸਤ ਹੋਣਾ ਚਾਹੀਦਾ ਹੈ ਨਾ। ਇੱਕ ਮਦਰ, ਇੱਕ ਪ੍ਰੈਗਨੈਂਟ ਲੇਡੀ, ਉਹਨੂੰ ਕਿਹੋ ਜਿਹੀ ਖੁਰਾਕ ਲੈਣੀ ਚਾਹੀਦੀ ਹੈ ਕਿ ਜਿਹੜਾ ਬੱਚਾ ਤੁਹਾਡੇ ਪੇਟ ਦੇ ਵਿੱਚ ਪਲ ਰਿਹਾ ਉਹਦਾ ਮਾਨਸਿਕ ਅਤੇ ਸਰੀਰਕ ਵਿਕਾਸ ਆ ਜਿਹੜਾ ਉਹ ਚੰਗੀ ਤਰ੍ਹਾਂ ਹੋਵੇ? ਹਾਂਜੀ ਮੈਮ, ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਜਦੋਂ ਇੱਕ ਲੇਡੀ ਪ੍ਰੈਗਨੈਂਟ ਹੁੰਦੀ ਹੈ ਤਾਂ ਅਸੀਂ ਉਸ ਟਾਈਮ ਤੋਂ ਪਹਿਲਾਂ ਤਾਂ ਹੌਸਪੀਟਲ ਦੇ ਗੇੜੇ ਲਗਾਉਣੇ ਸ਼ੁਰੂ ਹੋ ਜਾਂਦੇ ਹਾਂ, ਹੈ ਨਾ। ਔਰ ਫਿਰ ਸਾਡਾ ਬੱਚਾ ਵੀ ਉਸ ਤਰ੍ਹਾਂ ਦਾ ਹੁੰਦਾ ਹੈ, ਤਾਂ ਬਹੁਤ ਜ਼ਰੂਰੀ ਹੈ ਕਿ ਜੋ ਡਾਈਟ ਹੈ ਨਾ ਉਹ ਬਹੁਤ ਅੱਛਾ ਰੋਲ ਪਲੇ ਕਰਦੀ ਹੈ। ਜਦੋਂ ਤੁਸੀਂ ਡਾਈਟ ਨੂੰ ਮੰਨਦੇ ਹੋ ਕਿ ਇਹ ਨਹੀਂ ਕਿ ਡਾਈਟ ਦਾ ਮਤਲਬ ਸਿਰਫ ਬੇਸਿਕਲੀ ਅੱਜ ਕੱਲ੍ਹ ਜੋ ਅਰਬਨ ਟਰਮਸ ਆ ਉਹਦੇ ਵਿੱਚ ਡਾਈਟ ਕਹਿੰਦੇ ਆ ਕਿ ਡਾਈਟ ਜਿਹੜੀ ਹੈਗੀ ਆ ਉਹ weight loss ਲਈ ਜ਼ਰੂਰੀ ਹੈ, ਜਾਂ ਡਾਈਟ ਤੁਹਾਡੀ ਕਿਸੇ ਪ੍ਰੋਬਲਮ ਡਿਜ਼ੀਜ਼ ਦੇ ਵਿੱਚ ਜ਼ਰੂਰੀ ਹੈ। ਡਾਈਟ ਫਿਟਨੈਸ ਦੇ ਵਿੱਚ ਬਹੁਤ ਅਹਿਮ ਰੋਲ ਪਲੇ ਕਰਦੀ ਹੈ ਕਿ ਜੋ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੈ। ਅਗਰ ਪ੍ਰੈਗਨੈਂਟ ਲੇਡੀ ਸਟਾਰਟਿੰਗ ਤੋਂ ਹੀ ਆਪਣੀ ਡਾਈਟ ਦੇ ਵੱਲ ਧਿਆਨ ਰੱਖਦੀ ਹੈ ਤਾਂ ਉਸ ਦਾ ਬੱਚਾ ਵੀ ਤੰਦਰੁਸਤ ਰਹਿੰਦਾ ਹੈ, ਉਹ ਖੁਦ ਵੀ ਤੰਦਰੁਸਤ ਰਹਿੰਦੀ ਹੈ। ਉਸ ਵਿੱਚ ਜਿਹੜੀਆਂ ਡੈਫੀਸ਼ੀਐਂਸੀਜ਼ ਆਉਂਦੀਆਂ ਤੁਸੀਂ ਦੇਖਿਆ ਹੋਣਾ, ਬਹੁਤ ਸਾਰੀਆਂ ਲੇਡੀਜ਼ ਪ੍ਰੈਗਨੈਂਸੀ ਦੇ ਵਿੱਚ ਉਹਨਾਂ ਦੇ ਇੱਥੇ ਬਲੈਮਿਸ਼ਿਜ਼ ਹੋ ਜਾਂਦੇ ਆ, ਜਾਂ ਉਹਨਾਂ ਦਾ ਫੇਸ ਡੈਮੇਜ ਹੋ ਜਾਂਦਾ ਹੈ, ਜਾਂ ਓਵਰਵੇਟ ਹੋ ਜਾਂਦੀਆਂ, ਜਾਂ ਵਿਟਾਮਿਨ D ਡੈਫੀਸ਼ੀਐਂਸੀ ਦੀਆਂ ਸ਼ਿਕਾਰ ਹੋ ਜਾਂਦੀਆਂ, ਜਾਂ ਕਹਿੰਦੀਆਂ ਹੇਅਰ ਫਾਲ ਹੋ ਗਿਆ, ਉਹਨਾਂ ਦੇ ਬਾਲ ਝੜਨ ਲੱਗ ਜਾਂਦੇ ਆ। ਤਾਂ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਸਫਰ ਕਰਦੀਆਂ, ਉਹਨਾਂ ਦੇ ਮੂਡ ਸਵਿੰਗਸ ਬਹੁਤ ਜ਼ਿਆਦਾ ਹੁੰਦੇ ਆ ਕਿਉਂਕਿ ਹਾਰਮੋਨ ਜਦੋਂ ਚੇਂਜ ਹੁੰਦੇ ਆ ਤਾਂ ਮੂਡ ਸਵਿੰਗਸ ਹੁੰਦੇ ਹੀ ਹੁੰਦੇ ਆ। ਸੋ ਜਦੋਂ ਹਾਰਮੋਨਲ ਚੇਂਜਸ ਆਉਂਦੀਆਂ ਬਾਡੀ ਦੇ ਵਿੱਚ ਤਾਂ ਇਹਨਾਂ ਦੇ ਨਾਲ ਸਾਡੇ ਜਿਹੜੀਆਂ ਸਰੀਰਕ ਚੇਂਜਸ ਦੇ ਵਿੱਚ ਜਦੋਂ ਇਹ ਚੀਜ਼ਾਂ ਵੀ ਸਾਨੂੰ ਸਫਰ ਕਰਦੇ ਹਾਂ ਅਸੀਂ, ਜਿਵੇਂ ਹੇਅਰ ਫਾਲ ਹੈ ਜਾਂ ਮੂਡ ਸਵਿੰਗਸ ਹੈ, ਜਾਂ ਤੁਹਾਨੂੰ ਭੁੱਖ ਬਹੁਤ ਲੱਗਦੀ ਹੈ ਜਾਂ ਬਿਲਕੁਲ ਨਹੀਂ ਲੱਗਦੀ ਉਸ ਟਾਈਮ 'ਤੇ, ਜਿਹੜੀਆਂ ਚੇਂਜਸ ਜਾਂ ਵੋਮਿਟਿੰਗ ਜਿਹੜੀ ਫੀਲ ਹੁੰਦੀ ਹੈ ਜਾਂ ਨੀਂਦ ਨਹੀਂ ਆਉਂਦੀ, ਰਾਤ ਨੂੰ ਡਿਸਟਰਬ ਰਹਿੰਦੀ ਹੈ ਲੇਡੀਜ਼, ਤਾਂ ਅਗਰ ਤੁਸੀਂ ਡਾਈਟ ਦੇ ਵੱਲ ਉਸ ਟਾਈਮ ਧਿਆਨ ਦਿੰਦੇ ਹੋ ਤਾਂ ਇਹ ਸਾਰੀਆਂ ਜਿਹੜੀਆਂ ਪ੍ਰੋਬਲਮਸ ਆ ਤੁਸੀਂ ਉਹਨਾਂ ਤੋਂ ਛੁਟਕਾਰਾ ਪਾ ਸਕਦੇ ਹੋ। ਡਾਈਟ ਦੇ ਵਿੱਚ ਕੀ ਤੁਸੀਂ ਲੈਣਾ ਹੈ, ਕੀ ਨਹੀਂ ਲੈਣਾ, ਇਹ ਤੁਹਾਡੀ ਉਸ ਟਾਈਮ ਦੀ ਕੰਡੀਸ਼ਨ 'ਤੇ ਡਿਪੈਂਡ ਨਹੀਂ ਕਰਦਾ। ਸਿਰਫ ਤੁਸੀਂ ਪ੍ਰੈਗਨੈਂਟ ਹੋ ਔਰ ਤੁਸੀਂ ਕਿੰਨੀਆਂ ਕੈਲੋਰੀਜ਼ ਖਾਣੀਆਂ ਇਹ ਵੀ ਤੁਹਾਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ, ਕਿਉਂਕਿ ਪ੍ਰੈਗਨੈਂਟ ਲੇਡੀ ਨੂੰ ਕੈਲਸ਼ੀਅਮ, ਪ੍ਰੋਟੀਨ, ਫੈਟ,
ਵਿਟਾਮਿਨ ਏ, ਹਰ ਇੱਕ ਚੀਜ਼ ਦਾ ਜਿਹੜਾ ਕੰਬੀਨੇਸ਼ਨ ਹੈ ਉਹ ਜ਼ਰੂਰੀ ਹੈ। ਬੈਲੈਂਸ ਡਾਈਟ ਹੋਣੀ ਜ਼ਰੂਰੀ ਹੈ, ਮੀਨਸ ਜਿਹੜਾ ਕਿ ਸੰਤੁਲਿਤ ਆਹਾਰ ਜਿਸ ਨੂੰ ਆਪਾਂ ਕਹਿੰਦੇ ਹਾਂ, ਸਾਰੀਆਂ ਚੀਜ਼ਾਂ ਹੋਣੀਆਂ ਜ਼ਰੂਰੀ ਹੈ। ਉਸ ਟਾਈਮ ਕੁਝ ਨਹੀਂ ਸੋਚਣਾ ਚਾਹੀਦਾ ਕਿ ਮੈਨੇ ਇਹ ਨਹੀਂ ਖਾਣਾ ਜਾਂ ਮੈਂ ਇਹ ਨਹੀਂ ਖਾਣਾ। ਖਾਣਾ ਸਭ ਕੁਝ ਚਾਹੀਦਾ, ਲੇਕਿਨ ਪੋਰਸ਼ਨ ਕੰਟਰੋਲ ਦੇ ਵਿੱਚ ਖਾਣਾ ਚਾਹੀਦਾ ਕਿ ਤੁਹਾਡੀ ਬਾਡੀ ਕਿੰਨੀ ਐਕਟਿਵ ਹੈ, ਉਸ ਦੇ ਅਕੋਰਡਿੰਗ ਤੁਹਾਨੂੰ ਖਾਣਾ ਚਾਹੀਦਾ। ਮੈਮ ਜਿਵੇਂ ਤੁਸੀਂ ਮੈਨੂੰ ਦੱਸ ਰਹੇ ਹੋ ਨਾ ਕਿ ਵਿਟਾਮਿਨਸ, ਮਿਨਰਲਸ ਜਾਂ ਕਾਰਬੋਹਾਈਡਰੇਟਸ ਜਿਹੜੇ ਉਹਨਾਂ ਦੀ ਡਾਈਟ ਦੇ ਵਿੱਚ ਪੂਰੇ ਹੋਣੇ ਚਾਹੀਦੇ ਆ, ਪਰ ਜੇ ਆਪਾਂ ਆਮ ਭਾਸ਼ਾ ਦੇ ਵਿੱਚ ਗੱਲ ਕਰੀਏ ਤਾਂ ਕਿਹੜੀਆਂ ਚੀਜ਼ਾਂ ਉਹਨਾਂ ਨੂੰ ਖਾਣੀਆਂ ਚਾਹੀਦੀਆਂ ਨੇ ਕਿ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਪ੍ਰੋਪਰ ਡਾਈਟ ਮਿਲਦੀ ਰਹੇ? ਹਾਂਜੀ ਮੈਮ, ਪ੍ਰੈਗਨੈਂਸੀ ਦੇ ਵਿੱਚ ਦੇਖੋ ਹਰ ਇੱਕ ਟਾਈਮ ਤੇ ਅਲੱਗ-ਅਲੱਗ ਜ਼ਰੂਰਤ ਹੁੰਦੀ ਹੈ ਬਾਡੀ ਦੀ, ਹੈ ਨਾ। ਕਦੇ-ਕਦੇ ਸਾਡੇ ਮੂਡ ਸਵਿੰਗਸ ਇੱਦਾਂ ਦੇ ਹੁੰਦੇ ਆ, ਕਦੇ-ਕਦੇ ਅਸੀਂ ਵੋਮਿਟਿੰਗ ਫੀਲ ਕਰਦੇ ਹਾਂ, ਅਸੀਂ ਨਹੀਂ ਸਾਡਾ ਕੁਝ ਖਾਣ ਦਾ ਮਨ ਕਰਦਾ, ਔਰ ਕਦੇ-ਕਦੇ ਸਾਨੂੰ ਇੰਨੀ ਭੁੱਖ ਲੱਗਦੀ ਹੈ ਕਿ ਪ੍ਰੈਗਨੈਂਸੀ 'ਚ ਬਹੁਤ ਜ਼ਿਆਦਾ ਖਾਣ ਨੂੰ ਮਨ ਕਰਦਾ ਕਿ ਇਹ ਵੀ ਖਾ ਲਓ, ਇਹ ਵੀ ਖਾ ਲਓ, ਹੈ ਨਾ। ਸੋ ਜੋ ਕੰਬੀਨੇਸ਼ਨ ਹੈ ਬੈਲੈਂਸ ਡਾਈਟ ਉਹ ਕਿਵੇਂ ਹੋਣੀ ਚਾਹੀਦੀ ਹੈ? ਅਗਰ ਪ੍ਰੋਟੀਨ ਦੀ ਗੱਲ ਕਰਾਂਗੇ ਤਾਂ ਅਗਰ ਤੁਸੀਂ ਨਾਨ ਵੈਜੀਟੇਰੀਅਨ ਹੋ ਤਾਂ ਤੁਸੀਂ ਮੀਟ, ਮੱਛੀ, ਮਾਸ ਜੋ ਵੀ ਤੁਸੀਂ ਆਪਸ਼ਨ ਲੈ ਰਹੇ ਹੋ ਨਾਨ ਵੈਜ ਦੇ ਵਿੱਚ ਤੁਸੀਂ ਲੈ ਸਕਦੇ ਹੋ, ਹੈ ਨਾ। ਉਹਦੀਆਂ 2 ਤੋਂ 3 ਸਰਵਿੰਗ ਤੁਹਾਡੀਆਂ ਜ਼ਰੂਰੀ ਹੈ ਮਿਨੀਮਮ, ਹੈ ਨਾ। ਸੋ ਜੋ ਲੋਕ ਨਾਨ ਵੈਜ ਨਹੀਂ ਖਾਂਦੇ ਉਹ ਦਾਲਾਂ, ਹੈ ਨਾ, ਯੂਜ਼ ਕਰ ਸਕਦੇ ਆ, ਸੀਡਸ ਲੈ ਸਕਦੇ ਆ, ਦੁੱਧ ਲੈ ਸਕਦੇ ਆ, ਕਰਡ ਲੈ ਸਕਦੇ ਆ, ਸਪਰਾਊਟਸ ਬਣਾ ਕੇ ਲੈ ਸਕਦੇ ਆ, ਬੇਲ ਚਾਟ ਬਣਾ ਕੇ ਲੈ ਸਕਦੇ ਆ। ਇਸ ਤਰ੍ਹਾਂ ਆਪਣਾ ਪ੍ਰੋਟੀਨ ਉਹ ਕੰਪਲੀਟ ਕਰ ਸਕਦੇ ਆ। ਔਰ ਇਸ ਤੋਂ ਇਲਾਵਾ ਅਗਰ ਵਿਟਾਮਿਨਸ ਤੇ ਮਿਨਰਲਸ ਦੀ ਗੱਲ ਕਰਦੇ ਆ ਤਾਂ ਮੈਮ ਫਰੂਟਸ ਐਂਡ ਵੈਜੀਟੇਬਲ ਦਾ ਜਿਹੜਾ ਕੰਬੀਨੇਸ਼ਨ ਹੈ ਦੈਟ ਇਜ਼ ਬੈਸਟ ਕੰਬੀਨੇਸ਼ਨ। ਉਸ ਦੇ ਵਿੱਚ ਵੀ 3 to 4 ਸਰਵਿੰਗ ਹੋਣੀਆਂ ਚਾਹੀਦੀਆਂ ਫਰੂਟਸ ਐਂਡ ਵੈਜੀਟੇਬਲ ਦੀਆਂ। ਔਰ ਡਾਈਟ ਇਹ ਨਹੀਂ ਕਹਿ ਰਹੀ ਮੈਂ, ਅਗਰ ਤੁਸੀਂ ਕਹਿੰਦੇ ਆ ਖਾਣਾ ਖਾ ਕੇ ਉਹਨਾਂ ਨੂੰ ਭੁੱਖ ਬਹੁਤ ਲੱਗਦੀ ਹੈ ਤਾਂ ਉਹ ਇਕੱਠਾ ਖਾਂਦੇ ਆ ਤਾਂ ਫਿਰ ਉਹਨਾਂ ਨੂੰ ਬਲੋਟਡ ਫੀਲ ਹੁੰਦਾ, ਉਹਨਾਂ ਨੂੰ ਲੱਗਦਾ ਕਿ ਬਹੁਤ ਹੈਵੀ ਹੋ ਗਿਆ, ਹੈ ਨਾ, ਹੁਣ ਉਹ ਚੱਲ ਫਿਰ ਨਹੀਂ ਸਕਦੀਆਂ, ਉਹਨਾਂ ਨੂੰ ਪ੍ਰੋਬਲਮ ਹੋ ਰਹੀ ਹੈ ਬੈਠਣ 'ਚ ਜਾਂ ਉੱਠਣ 'ਚ, ਤਾਂ ਜਾਂ ਐਸਿਡਿਟੀ ਵੀ ਫੀਲ ਕਰਦੇ ਆ ਸਮਟਾਈਮ, ਜਿਸ ਕਰਕੇ ਵੋਮਿਟਿੰਗ ਵੀ ਉਹਨਾਂ ਨੂੰ ਫੀਲ ਹੁੰਦੀ ਹੈ। ਸੋ ਇਸ ਦਾ ਟਿਪਸ ਇਹੀ ਹੈਗੇ ਕਿ ਅਗਰ ਉਹਨਾਂ ਨੂੰ ਇੱਦਾਂ ਦਾ ਫੀਲ ਹੁੰਦਾ ਤਾਂ ਉਹ ਜਿਹੜਾ 11 ਜਾਂ 12 o'clock ਦੇ ਵਿੱਚ ਦਾ ਟਾਈਮ ਹੈਗਾ 11 ਤੋਂ 12 ਵਜੇ ਦਾ, ਬਿਫੋਰ ਮੀਲ ਜਿਹੜਾ ਹੈਗਾ ਉਹ ਆਪਣਾ ਫਰੂਟ ਜਾਂ ਸੈਲਡ ਕੰਜ਼ਿਊਮ ਕਰਨ, ਸੋ ਦੈਟ ਉਹ ਕੰਫਰਟੇਬਲ ਵੀ ਫੀਲ ਕਰਨ, ਉਹਨਾਂ ਦੀ ਪ੍ਰੋਬਲਮ ਵੀ ਨਾ ਆਏ। ਕਿਉਂਕਿ ਅਗਰ ਉਹ ਫਰੂਟਸ ਐਂਡ ਵੈਜੀਟੇਬਲ ਨਹੀਂ ਲੈਂਦੇ ਤਾਂ ਫਿਰ ਉਹਨਾਂ ਦਾ ਆਇਰਨ ਘੱਟ ਰਹਿੰਦਾ ਬਾਡੀ ਦੇ ਵਿੱਚ, ਹੋਰ ਬਹੁਤ ਸਾਰੀਆਂ ਜਿਹੜੀਆਂ ਨਿਊਟ੍ਰੀਐਂਟਸ ਜਿਹੜੀ ਅਬਜ਼ੌਰਪਸ਼ਨ ਨਹੀਂ ਹੁੰਦੀ ਬਾਡੀ ਦੇ ਵਿੱਚ, ਜਿਸ ਕਰਕੇ ਉਹਨਾਂ ਨੂੰ ਬਲੈਮਿਸ਼ਿਸ ਹੋ ਜਾਂਦੇ ਆ। ਉਹਨਾਂ ਦਾ ਦੇਖੋ ਨਾ ਮੋਸਟਲੀ ਨੋਜ਼ ਏਰੀਆ ਤੇ ਜਾਂ ਫਿਰ ਹੈਡ ਏਰੀਆ ਤੇ ਉਹਨਾਂ ਨੂੰ ਬਲੈਮਿਸ਼ਿਸ ਆ ਜਾਂਦੇ, ਔਰ ਉਸ ਕਰਕੇ ਹੋਰ ਡਿਪਰੈਸ ਫੀਲ ਕਰਦੀਆਂ ਔਰ ਹੋਰ ਘੱਟ ਖਾਣ ਲੱਗ ਜਾਂਦੀਆਂ, ਜਿਸ ਕਰਕੇ ਕਾਫੀ ਡੈਫੀਸ਼ੀਐਂਸੀਜ਼ ਹੋ ਜਾਂਦੀਆਂ। ਮੈਮ ਜਦੋਂ ਬੱਚਾ ਪੈਦਾ ਹੁੰਦਾ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ 6 ਮਹੀਨੇ ਤੱਕ ਉਹਨੂੰ ਮਾਂ ਦਾ ਦੁੱਧ ਦੇਣਾ ਬਹੁਤ ਜ਼ਰੂਰੀ ਹੁੰਦਾ, ਪਰ ਉਸ ਤੋਂ ਬਾਅਦ ਹੌਲੀ ਹੌਲੀ ਅਸੀਂ ਉਹਨੂੰ ਹੋਰ ਚੀਜ਼ਾਂ ਨਾਲ ਇਨਕਲੂਡ ਕਰਦੇ ਜਾਂਦੇ ਹਾਂ ਡਾਈਟ ਦੇ ਵਿੱਚ। ਪਰ ਅੱਜ ਕੱਲ੍ਹ ਜਿਵੇਂ ਤੁਸੀਂ ਦੇਖਦੇ ਹੋ ਕਿ ਬਹੁਤ ਸਾਰੇ ਪੇਰੈਂਟਸ ਨੇ ਜਿਹੜੇ ਵਰਕਿੰਗ ਨੇ, ਤਾਂ ਆਪਾਂ ਜਿਹੜਾ ਡੱਬਾ ਬੰਦ ਖਾਣਾ ਹੈ ਉਹ ਪ੍ਰੈਫਰ ਕਰਨ ਲੱਗ ਜਾਂਦੇ ਆ, ਜਿੱਦਾਂ ਬਹੁਤ ਸਾਰੇ ਸੀਰੀਅਲਸ ਆਉਂਦੇ ਆ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਹੈ ਨਾ। ਬਹੁਤ ਸਾਰੇ ਲੋਕਾਂ ਤੋਂ ਸੁਣਨ ਨੂੰ ਮਿਲਦਾ ਹੈ ਕਿ 5 ਸਾਲ ਦੀ ਉਮਰ ਤੱਕ ਤੁਸੀਂ ਬੱਚੇ ਨੂੰ ਜਿਵੇਂ ਦੀ ਖੁਰਾਕ ਦਿੰਦੇ ਹੋ ਉਹਦੀਆਂ ਆਦਤਾਂ ਉਵੇਂ ਦੇ ਖਾਣ ਪੀਣ ਦੀਆਂ ਆਦੀ ਹੋ ਜਾਂਦੀਆਂ ਨੇ, ਜਾਂ ਫਿਰ ਉਹ ਚੀਜ਼ ਉਹਦੇ ਲਈ ਪੂਰੀ ਉਮਰ ਵੀ ਫਾਇਦੇਮੰਦ ਹੁੰਦੀ ਆ। ਤੁਹਾਡੇ ਮੁਤਾਬਕ 5 ਸਾਲ ਤੱਕ ਬੱਚੇ ਦੀ ਖੁਰਾਕ ਆ ਜਿਹੜੀ ਉਹ ਕਿਵੇਂ ਦੀ ਹੋਣੀ ਚਾਹੀਦੀ ਆ? ਜੀ ਮੈਮ 5 ਸਾਲ ਤਾਂ ਨਹੀਂ, ਲੇਕਿਨ ਜੋ ਡਾਈਟ ਹੈ ਨਾ ਉਹ ਹਰ ਇੱਕ ਏਜ ਦੇ ਵਿੱਚ ਮੈਟਰ ਕਰਦੀ ਹੈ ਨਾ। ਸਟਾਰਟਿੰਗ ਵਿੱਚ ਮੈਂ ਜਿਹੜੀ ਗੱਲ ਕਰੂੰਗੀ, ਤੁਸੀਂ ਕਹਿੰਦੇ ਹੋ ਕਿ ਫੀਡਿੰਗ ਦੇ ਟਾਈਮ ਤੇ ਹੈਗਾ ਬੱਚਾ, ਜਦੋਂ 6 ਮੰਥ ਉਹ ਬੱਚਾ ਮਦਰ ਫੀਡ ਵੀ ਲੈਂਦਾ ਹੈ ਨਾ, ਉਸ ਟਾਈਮ ਵੀ ਉਹਦੀ ਡਾਈਟ ਮੈਟਰ ਕਰਦੀ ਹੈ। ਉਹ ਡਾਈਟ ਉਸਦੀ ਤਾਂ ਮੈਟਰ ਨਹੀਂ ਕਰਦੀ ਕਿਉਂਕਿ ਉਸਨੇ ਤਾਂ ਬੇਬੀ ਤੋਂ ਮਮਾ ਤੋਂ ਮਿਲਕ ਲੈਣਾ ਹੈ ਨਾ, ਲੇਕਿਨ ਯੈਸ ਉਸ ਟਾਈਮ ਉਹਦੀ ਮਦਰ ਦੀ ਡਾਈਟ ਮੈਟਰ ਕਰਦੀ ਕਿ ਉਹ ਮਮਾ ਉਸਦੀ ਡਾਈਟ ਦੇ ਵਿੱਚ ਕੀ ਲੈ ਰਹੀ ਹੈ, ਕਿਉਂਕਿ ਉਹੀ ਉਸਨੂੰ ਮਿਲਣਾ ਹੈ ਨਾ। ਮੋਸਟਲੀ ਲੋਕ ਕਹਿੰਦੇ ਆ ਕਿ ਅੱਛਾ ਇਸਨੇ ਜੋ ਵੀ ਖਾਇਆ ਸੀ ਨਾ ਮਾਂ ਨੂੰ ਲੱਗ ਗਿਆ, ਬੱਚੇ ਨੂੰ ਤਾਂ ਕੁਝ ਲੱਗਿਆ ਨਹੀਂ, ਹੈ ਨਾ। ਬਟ ਉਹ ਸਾਰੀਆਂ ਤੁਹਾਡੇ ਲਾਈਫ ਸਟਾਈਲ 'ਤੇ ਡਿਪੈਂਡ ਕਰਦੀਆਂ ਚੀਜ਼ਾਂ। ਜੇ ਤੁਸੀਂ ਇੰਨਾ ਖਾਇਆ ਹੈ ਨਾ ਤਾਂ ਉਹ ਤੁਸੀਂ ਐਕਟੀਵਿਟੀ ਨਹੀਂ ਉੱਦਾਂ ਦੀ ਕੀਤੀ, ਜਾਂ ਉਹਨੇ ਲੇਜ਼ੀ ਰਹੇ ਹੋ, ਜਾਂ ਕੁਝ ਕੰਡੀਸ਼ਨਸ ਹੁੰਦੀਆਂ ਤੁਹਾਨੂੰ ਬੈੱਡ ਟਾਈਮ 'ਤੇ ਬੈੱਡ 'ਤੇ ਰੈਸਟ ਕਰਨੀ ਪੈ ਰਹੀ ਹੈ ਨਾ, ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮੈਟਰ ਕਰਦੀਆਂ। ਸੋ ਡਾਈਟ ਤੁਹਾਡੀ ਬੈਲੈਂਸ ਡਾਈਟ ਹੋਣੀ ਚਾਹੀਦੀ, ਉਸ ਵਿੱਚ ਕੈਲਸ਼ੀਅਮ, ਪ੍ਰੋਟੀਨ, ਵਾਈਟਮਿਨਸ, ਮਿਨਰਲ, ਤੁਹਾਨੂੰ ਮੈਂ ਜਿਹੜਾ ਪਹਿਲਾਂ ਦੱਸਿਆ ਉਹ ਸੇਮ ਸਾਰੀਆਂ ਕੰਬੀਨੇਸ਼ਨ ਜ਼ਰੂਰੀ ਹੈ। ਸੋ ਦੈਟ ਜੇਕਰ ਤੁਸੀਂ ਮੈਂ ਪ੍ਰੈਗਨੈਂਸੀ ਦੇ ਤੋਂ ਬਾਅਦ ਜਿਹੜੀ ਤੁਹਾਡੀ ਡਾਈਟ ਹੈ, ਜਿਹੜੀ ਡਿਲੀਵਰੀ ਤੋਂ ਬਾਅਦ ਤੁਹਾਡੀ ਡਾਈਟ ਹੋਣੀ ਚਾਹੀਦੀ, ਉਸ ਦੇ ਵਿੱਚ ਕੀ ਹੋਣਾ ਚਾਹੀਦਾ। ਉਸ ਵਿੱਚ ਆਪਾਂ ਪਹਿਲਾਂ ਲੋਕ ਪੰਜੀਰੀ ਖਾਂਦੇ ਸੀ, ਹੈ ਨਾ, ਅੱਜ ਕੱਲ੍ਹ ਪੰਜੀਰੀ ਸਾਡੀ ਆਊਟ ਆਫ ਟ੍ਰੈਂਡ ਹੋ ਰਹੀ ਹੈ, ਫਿਰ ਵੀ ਕਾਫੀ ਜਗ੍ਹਾ ਤੇ ਲੋਕ ਖਾਂਦੇ ਵੀ ਹੈ। ਤਾਂ ਪੰਜੀਰੀ ਨੂੰ ਵੀ ਹੈਲਦੀ ਵੇ ਵਿੱਚ ਖਾਣਾ, ਉਸਨੂੰ ਪ੍ਰੋਫੈਸ਼ਨਲੀ ਮੈਂ ਕਹੂੰਗੀ ਬਣਾਉਣੀ ਚਾਹੀਦੀ ਹੈ। ਇੱਕ ਪ੍ਰੋਫੈਸ਼ਨਲੀ ਇੱਦਾਂ ਕਹਾਂਗੀ ਕਿਉਂਕਿ ਉਸੇ ਸਾਰੇ ਸੀਡਸ ਤੇ ਕੰਬੀਨੇਸ਼ਨ ਜ਼ਰੂਰੀ ਹੈ। ਗੋਂਦ ਦਾ ਹੋਣਾ ਜ਼ਰੂਰੀ ਹੈ, ਅਲਸੀ ਦਾ ਹੋਣਾ ਜ਼ਰੂਰੀ ਹੈ, ਉਸ ਵਿੱਚ ਹਲਦੀ ਦਾ ਹੋਣਾ ਜ਼ਰੂਰੀ ਹੈ, ਉਸ ਵਿੱਚ ਸੁੰਡ ਦਾ ਹੋਣਾ ਜ਼ਰੂਰੀ ਹੈ। ਤੇ ਜਿਹੜੀਆਂ ਸਾਡੀਆਂ ਟ੍ਰੈਡੀਸ਼ਨਲ ਚੀਜ਼ਾਂ ਸੀ ਉਹ ਸਾਡੀਆਂ ਡਾਈਟ ਦੇ ਵਿੱਚੋਂ ਕਿਤੋਂ ਨਾ ਕਿਤੋਂ ਗਾਇਬ ਹੁੰਦੀਆਂ ਜਾ ਰਹੀਆਂ। ਜੇ ਤੁਸੀਂ ਅੱਛੀ ਡਾਈਟ ਖੁਦ ਲੈ ਰਹੇ ਹੋ, ਅੱਛੀ ਡਾਈਟ ਤੁਸੀਂ ਮਿਲਕ ਦੇ ਨਾਲ ਸਵੇਰੇ ਪੰਜੀਰੀ ਲਈ ਹੈ, ਤਾਂ ਉਹਦੀ ਜਿਹੜੀ ਨਿਊਟ੍ਰੀਸ਼ਨਲ ਵੈਲਿਊ ਤੁਹਾਡੀ ਬਾਡੀ ਨੂੰ ਵੀ ਮਿਲੇਗੀ ਔਰ ਤੁਹਾਡੇ
ਬੱਚੇ ਨੂੰ ਵੀ ਮਿਲੂਗੀ, ਉਹ ਤੁਹਾਡੇ ਬੱਚੇ ਦੀ ਵੀ ਇਮਿਊਨਿਟੀ ਸਟਰੋਂਗ ਕਰੂਗੀ, ਤੁਹਾਨੂੰ ਤਾਂ ਕਰੇਗੀ ਸਟਰੋਂਗ, ਉਹ ਤੁਹਾਡੇ ਬੱਚੇ ਨੂੰ ਵੀ ਅੱਛਾ ਕਰੇਗੀ, ਹੈ ਨਾ। ਸੋ ਚੀਜ਼ਾਂ ਮੈਟਰ ਕਰਦੀਆਂ ਸਟਾਰਟਿੰਗ ਆਫ ਦਾ ਪੁਆਇੰਟ, ਹੈ ਨਾ। ਤਾਂ 0 ਮੰਥ ਤੋਂ ਹੀ, ਹੈ ਨਾ, ਤੁਸੀਂ 0 ਮੰਥ ਤੋਂ ਅਗਰ ਅੱਛਾ ਡਾਈਟ ਦੇ ਰਹਿਣਾ ਸ਼ੁਰੂ ਕਰਤਾ, ਬੱਚੇ ਦਾ ਟੇਸਟ ਉਵੇਂ ਦਾ ਡਿਵੈਲਪ ਕਰ ਲੋ ਹੋ ਜਾਏਗਾ। ਫੋਰ ਐਗਜ਼ਾਮਪਲ ਅਗਰ ਮੈਂ ਪ੍ਰੈਗਨੈਂਸੀ ਦੇ ਵਿੱਚ ਬਹੁਤ ਰਾਈਸ ਖਾ ਰਹੀ ਹਾਂ ਫੋਰ ਐਗਜ਼ਾਮਪਲ, ਹੈ ਨਾ, ਤਾਂ ਇਹ ਜ਼ਰੂਰੀ ਨਹੀਂ ਹੈ ਕਿ ਮੇਰਾ ਬੱਚਾ ਵੀ ਰਾਈਸ ਖਾਏਗਾ। ਰਾਈਸ ਉਹ ਤਾਂ ਖਾਏਗਾ ਜੇ ਤੁਸੀਂ ਆਪਣੇ ਅੱਗੇ ਵੀ ਤੁਹਾਡਾ ਕ੍ਰੇਵਿੰਗ ਉਵੇਂ ਦੀ ਰਾਈਸ ਦੀ ਹੈਗੀ ਹੈ। ਤਾਂ ਜੇ ਤੁਸੀਂ ਕ੍ਰੇਵਿੰਗ ਨੂੰ ਛੱਡ ਕੇ ਉਸਨੂੰ ਭੁੱਲ ਕੇ ਤੁਸੀਂ ਬੈਲੈਂਸ ਡਾਈਟ ਵਿੱਚ ਸੋਚਣ ਲੱਗ ਜਾਓਗੇ ਕਿ ਮੈਨੇ ਸੈਲਡ ਵੀ ਕੰਬਾਈਨ ਕਰਨਾ ਆਪਣੀ ਡਾਈਟ ਦੇ ਵਿੱਚ, ਫਰੂਟਸ ਵੀ ਕਰਨੇ ਆ, ਮੇਰੀ ਜੋ ਪੋਰਸ਼ਨ ਸਾਈਜ਼ ਆਫ ਸੀਰੀਅਲ ਕਿਵੇਂ ਦੀ ਹੋਣੀ ਚਾਹੀਦੀ ਹੈ। ਮੋਸਟਲੀ ਲੋਕ ਆਟਾ ਜਿਹੜਾ ਹੈਗਾ ਕਣਕ ਦਾ ਯੂਜ਼ ਕਰਦੇ ਆ, ਤਾਂ ਆਟੇ ਦੇ ਵਿੱਚ ਜਿਹੜੀਆਂ ਵੈਰਾਈਟੀਜ਼ ਆ ਉਹ ਵੀ ਤੁਸੀਂ ਅਗਰ ਕੰਬੀਨੇਸ਼ਨ ਦੇ ਵੀ ਯੂਜ਼ ਕਰਦੇ ਆ, ਜਿਵੇਂ ਪਹਿਲਾਂ ਲੋਕ ਬਾਜਰਾ ਖਾਂਦੇ ਸੀ, ਮੱਕੀ ਖਾਂਦੇ ਸੀ, ਜਵਾਰ ਖਾਂਦੇ ਸੀ, ਤਾਂ ਜਿਹੜੀਆਂ ਪਹਿਲਾਂ ਟ੍ਰੈਡੀਸ਼ਨਲ ਬੇਸਨ ਦੀ ਰੋਟੀ ਖਾਂਦੇ ਸੀ, ਹੈ ਨਾ, ਤਾਂ ਉਹ ਜਿਹੜੀਆਂ ਟ੍ਰੈਡੀਸ਼ਨਲ ਜਿਹੜੇ ਆਟੇ ਸੀਗੇ, ਅਨਾਜ ਸੀਗੇ, ਅਗਰ ਤੁਸੀਂ ਉਹ ਯੂਜ਼ ਕਰਦੇ ਹੋ ਤੁਹਾਡਾ ਬੱਚਾ ਦਾ ਵੀ ਟੇਸਟ ਉਵੇਂ ਦਾ ਡਿਵੈਲਪ ਹੋਊਗਾ, ਕਿਉਂਕਿ ਜਿਹੜੀ ਲੇਡੀ ਹੈ, ਜਿਹੜੀ ਮਦਰ ਹੈ, ਉਸਨੇ ਜੋ ਸਰਵ ਕਰਨਾ ਨਾ ਉਹੀ ਬੱਚੇ ਦਾ ਟੇਸਟ ਡਿਵੈਲਪ ਹੋਣਾ ਹੈ। ਜੇ ਤੁਸੀਂ ਖੁਦ ਕਹਿੰਦੇ ਹੋ ਮੈਂ ਪੀਜ਼ਾ 버ਗਰ ਖਾਵਾਂ, ਮੈਨੂੰ ਵੀ ਮੇਰਾ ਹਸਬੰਡ ਘੁਮਾ ਕੇ ਲਿਆਵੇ ਵੀਕਐਂਡ ਤੇ, ਮੈਂ ਆਹ ਚੀਜ਼ ਖਾਵਾਂ ਜਾਂ ਮੈਂ ਸਬਵੇ ਖਾਵਾਂ ਜਾਂ ਮੈਂ KFC ਖਾਵਾਂ, ਤਾਂ ਫਿਰ ਬੱਚੇ ਦਾ ਵੀ ਟੇਸਟ ਹੌਲੀ ਦੇਖ ਕੇ ਉਵੇਂ ਦਾ ਹੀ ਡਿਵੈਲਪ ਹੁੰਦਾ ਹੈ। ਸੋ ਡਿਪੈਂਡ ਕਰਦਾ ਕਿ ਤੁਸੀਂ ਉਸਨੂੰ ਕਿਵੇਂ ਦਾ ਡਾਈਟ ਦੇ ਰਹੇ ਹੋ, ਸਟਾਰਟਿੰਗ ਤੁਸੀਂ ਕਿਵੇਂ ਦਾ ਲੈ ਰਹੇ ਹੋ, ਫਿਰ ਉਸਨੂੰ ਕਿਵੇਂ ਦਾ ਆਦਤ ਪੈ ਰਹੀ ਹੈ, ਉਸਦਾ ਟੇਸਟ ਕਿਵੇਂ ਦਾ ਡਿਵੈਲਪ ਹੋ ਰਿਹਾ, ਫਿਰ ਤੁਸੀਂ ਜਿਵੇਂ ਮੈਂ ਆਪਣੇ ਘਰ ਦੀ ਗੱਲ ਕਰਾਂਗੀ ਤਾਂ ਅਸੀਂ ਪੈਕਿੰਗ ਵਾਲਾ ਕੁਝ ਨਹੀਂ ਲੈ ਕੇ ਆਉਂਦੇ ਘਰ 'ਚ, ਨਾ ਚਿਪਸ, ਨਾ ਚਾਕਲੇਟ, ਨਾ ਕੁਝ ਜਿਵੇਂ ਪੈਕਿੰਗ ਵਾਲੇ ਆਉਂਦੀਆਂ ਚੀਜ਼ਾਂ, ਕਾਫੀ ਤਰ੍ਹਾਂ ਦੇ ਸਨੈਕਸ ਜਿਹੜੇ ਪੈਕਿੰਗ ਦੇ ਵਿੱਚ ਮਿਲਦੇ ਆ, ਜਾਂ ਬੱਚਿਆਂ ਨੂੰ ਸਟਾਰਟਿੰਗ 'ਚ ਕੋਈ ਲੋਕ ਸੀ ਸੀਰੀਅਲ ਤੁਸੀਂ ਕਹਿੰਦੇ ਉਹ ਦਿੰਦੇ ਆ, ਸੈਰਾਲੈਕ ਦਿੰਦੇ ਆ, ਜਾਂ ਫਿਰ ਉਹ ਜਿਹੜੇ ਆਉਂਦੇ ਬੋਰਨਵੀਟਾ ਟਾਈਪ ਕੁਝ ਚੀਜ਼ਾਂ ਦਿੰਦੇ ਆ, ਤਾਂ ਅਸੀਂ ਇੱਦਾਂ ਦਾ ਕੁਝ ਨਹੀਂ ਦਿੱਤਾ ਬੱਚਿਆਂ ਨੂੰ। ਮੇਰੇ ਬੱਚੇ ਬਿਲਕੁਲ ਪਲੇਨ ਮਿਲਕ ਲੈਂਦੇ ਆ, ਅਸੀਂ ਚੀਨੀ ਤੱਕ ਨਹੀਂ ਦਿੰਦੇ ਬੱਚਿਆਂ ਨੂੰ ਪਾ ਕੇ, ਕਿਉਂਕਿ ਮੈਂ ਮੰਨਦੀ ਹਾਂ ਕਿ ਵਾਈਟ ਪੋਇਜ਼ਨ ਨੇ ਇਹ ਚੀਨੀ ਔਰ ਸਾਲਟ, ਹੈ ਨਾ, ਇਹ ਵਾਈਟ ਪੋਇਜ਼ਨ ਜਿਹਨਾਂ ਨੂੰ ਜ਼ਹਿਰ ਕਹਿੰਦੇ ਆ, ਚਿੱਟਾ ਜ਼ਹਿਰ, ਇਹ ਸਾਡੀ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਹਰ ਇੱਕ ਨੂੰ BP ਔਰ ਸ਼ੂਗਰ ਦੀਆਂ ਕਰਕੇ ਅਸੀਂ ਇਹ ਸ਼ੁਰੂ ਤੋਂ ਹੀ ਬੰਦ ਕੀਤਾ, ਕਿਉਂਕਿ ਮੈਂ ਨਹੀਂ ਖਾਇਆ, ਮੈਂ ਬੱਚਿਆਂ ਨੂੰ ਵੀ ਨਹੀਂ ਦਿੱਤਾ। ਦੋਨੇ ਬਿਲਕੁਲ ਵਿਦਾਊਟ ਕਿਸੇ ਚੀਜ਼ ਤੋਂ, ਵਿਦਾਊਟ ਕਾਫੀ, ਵਿਦਾਊਟ ਟੀ, ਵਿਦਾਊਟ ਕਿਸੇ ਵੀ ਚੀਜ਼ ਤੋਂ ਬਿਨਾਂ ਬਿਲਕੁਲ ਪਲੇਨ ਵਾਈਟ ਮਿਲਕ ਮਿਲਦਾ ਹੈ। ਕਿਤੇ ਵੀ ਚੱਲ ਜਾਓ ਤੁਸੀਂ, ਕਿਤੇ ਮੰਨ ਲਓ ਬਾਹਰ ਫੰਕਸ਼ਨ 'ਚ ਜਾਣਾ ਹੈ, ਕਿਤੇ ਘੁੰਮਣ ਜਾ ਰਹੇ ਹੋ, ਤੁਹਾਨੂੰ ਇਹ ਦਿੱਕਤ ਨਹੀਂ ਹੁੰਦੀ ਕਿ ਮੈਨੇ ਬੋਰਨਵੀਟਾ ਲੈ ਕੇ ਆਉਣਾ ਸੀ ਜਾਂ ਇਹ ਚੀਜ਼ਾਂ ਲੈ ਕੇ ਆਉਣੀਆਂ ਸੀ। ਤਾਂ ਸਿੰਪਲ ਚੀਜ਼ਾਂ ਜਿਵੇਂ ਤੁਸੀਂ ਉਹਦੀ ਹੈਬਿਟ ਪਾ ਦੋਗੇ, ਡਿਵੈਲਪ ਕਰ ਦੋਗੇ, ਉਵੇਂ ਦੀ ਬੱਚਾ ਲਾਈਕ ਕਰਦਾ। ਹੁਣ ਜੇ ਤੁਸੀਂ ਕਦੇ ਵਨਸ ਅ ਵਾਈਲ ਅਸੀਂ ਆਪਾਂ ਕਿਤੇ ਜਾਂਦੇ ਹਾਂ, ਅਗਰ ਮੈਂ ਆਪਣੇ ਬੱਚੇ ਨੂੰ ਕਹਾਂਗੀ ਕਿ ਇਹ ਚੀਨੀ ਵਾਲੀ ਦੁੱਧ ਜਾਂ ਚਾਹ ਲੈ ਲਾ, ਉਹ ਕਹੇਗਾ ਮੈਂ ਨਹੀਂ ਪੀਣਾ, ਇਹ ਮੇਰਾ ਤਾਂ ਮੈਂ ਨਹੀਂ ਹੈਗਾ ਕੰਫਰਟ ਹੈ ਨਾ, ਟੇਸਟ ਨਹੀਂ ਹੈ। ਸੋ ਚੀਜ਼ਾਂ ਨੇ ਤੁਹਾਡੇ ਉੱਪਰ ਡਿਪੈਂਡ ਕਰਦਾ ਕਿ ਤੁਸੀਂ ਕਿਵੇਂ ਦਿੰਦੇ ਹੋ। ਅਸੀਂ ਬਿਸਕਿਟ ਰਾਸ ਦੀ ਜਗ੍ਹਾ ਤੇ ਪੰਜੀਰੀ ਦਿੰਦੇ ਹਾਂ ਵੈਰਾਈਟੀ, ਹੈ ਨਾ, ਜਾਂ ਫਿਰ ਸਨੈਕਿੰਗ ਟਾਈਮ ਦੇ ਵਿੱਚ ਮੈਂ ਉਹ ਫੁੱਲੀਆਂ ਆਉਂਦੀਆਂ ਸੀ ਜਿਹੜੀਆਂ ਪਹਿਲਾਂ ਗੁੜ ਦੇ ਮੁਰੁੰਡੇ ਅਸੀਂ ਖਾਂਦੇ ਸੀ ਪਿੰਡਾਂ ਦੇ ਵਿੱਚ, ਤਾਂ ਮੈਂ ਸਨੈਕਿੰਗ ਟਾਈਮ 'ਚ ਉਹ ਦਿੰਦੀ ਹਾਂ, ਕਦੇ ਗੁੜ ਦੇ ਨਾਲ ਕੋਟ ਕਰਕੇ ਆਲਮੰਡਸ ਦਿੰਦੀ ਹਾਂ। ਤਾਂ ਹਰ ਇੱਕ ਚੀਜ਼ਾਂ ਦਾ ਜਿਹੜਾ ਕੰਬੀਨੇਸ਼ਨ ਹੈ ਅਸੀਂ ਟ੍ਰੈਡੀਸ਼ਨਲ ਅਪਣਾਇਆ ਹੋਇਆ, ਸੋ ਦੈਟ ਜਿਹੜੀਆਂ ਪੁਰਾਣੀਆਂ ਜਿਵੇਂ ਖੁਰਾਕਾਂ ਕਹਿੰਦੇ ਨੇ ਖਾਣੀਆਂ ਤਾਂ ਉਹ ਅੱਗੇ ਕੰਮ ਆਉਂਦੀਆਂ, ਤਾਂ ਉਹ ਚੀਜ਼ਾਂ ਉਹ ਹੋਣੀਆਂ ਚਾਹੀਦੀਆਂ ਡਾਈਟ ਦੇ ਵਿੱਚ ਜਿਹੜੀਆਂ ਤੁਹਾਡੇ ਅੱਗੇ ਹੈਬਿਟ ਨਾਲ ਤੁਹਾਡੇ ਸਰੀਰ ਦੇ ਲਈ ਜ਼ਰੂਰੀ ਹੋਣ, ਹੈ ਨਾ, ਤੁਹਾਨੂੰ ਚੰਗੀਆਂ ਲੱਗਣ, ਤੁਹਾਨੂੰ ਸਟਰੋਂਗ ਕਰ ਸਕਣ। ਇਹ ਨਹੀਂ ਤੁਸੀਂ ਖੁਦ ਹੀ ਜ਼ਹਿਰ ਖਰੀਦ ਕੇ ਖਾ ਰਹੇ ਹੋ, ਫਿਰ ਆਪਣੀ ਕੈਮੀਕਲਸ ਨਾਲ ਤੁਸੀਂ ਖੁਦ ਹੀ ਖੇਡ ਰਹੇ ਹੋ, ਫਿਰ ਬੱਚਿਆਂ ਨੇ ਤਾਂ ਖੇਡਣਾ ਹੀ ਖੇਡਣਾ, ਫਿਰ ਤੁਸੀਂ ਕਹਿੰਦੇ ਹੋ ਮੇਰਾ ਬੱਚਾ ਦੂਸਰੇ ਦਿਨ ਬਿਮਾਰ ਹੋ ਗਿਆ, ਫਿਰ ਡਾਕਟਰਾਂ ਦੇ ਚੱਕਰ ਲਗਾਉਣ ਤੋਂ ਬੈਟਰ ਹੈ ਕਿ ਪਹਿਲਾਂ ਹੀ ਧਿਆਨ ਦਿਓ। ਸੋ 5 ਸਾਲ ਤੱਕ ਨਹੀਂ ਮੈਮ, ਲਾਈਫ ਟਾਈਮ ਤੁਹਾਡੀ ਡਾਈਟ ਮੈਟਰ ਕਰਦੀ ਹੈ, ਲੇਕਿਨ ਅਕੋਰਡਿੰਗ ਟੂ ਦਾ ਕੰਡੀਸ਼ਨ, ਉਹ ਬੱਚੇ ਦੀ ਕੰਡੀਸ਼ਨ ਕੀ ਹੈ, ਉਹ ਕਿੰਨਾ ਐਕਟਿਵ ਹੈ, ਕਿਸ ਤਰ੍ਹਾਂ ਦੀ ਤੁਸੀਂ ਉਸਨੂੰ ਲਾਈਫ ਸਟਾਈਲ 'ਚ ਰੱਖਿਆ ਹੋਇਆ, ਕਿੱਦਾਂ ਦਾ এনवायरमेंट ਵਿੱਚ ਗਰੋ ਕਰਦਾ ਹੈ, ਇਸ ਸਭ ਚੀਜ਼ਾਂ ਮੈਟਰ ਕਰਦੀਆਂ। ਮੈਂ ਮੇਰੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਤੁਸੀਂ ਇਸ ਇੱਕ ਜਵਾਬ 'ਚ ਦਿੱਤੇ, ਹੈ ਨਾ। ਮੈਂ ਵੀ ਦੇਖਦੀ ਹਾਂ ਕਿ ਬਹੁਤ ਸਾਰੇ ਡਾਕਟਰਸ ਵੀ ਈਵਨ ਰਿਕਮੈਂਡ ਕਰਦੇ ਆ ਕਿ ਤੁਸੀਂ ਬੱਚੇ ਨੂੰ ਬੋਰਨਵੀਟਾ ਦਿਓ ਜਾਂ ਹਾਰਲਿਕਸ ਦਿਓ, ਜਾਂ ਬਹੁਤ ਸਾਰੇ ਐਵੇਂ ਦੀਆਂ ਚੀਜ਼ਾਂ ਜਿਹੜੀਆਂ ਚੱਲੀਆਂ ਹੋਈਆਂ ਨੇ ਨਾ, ਤੁਹਾਡੇ ਮੁਤਾਬਕ ਇਹ ਚੀਜ਼ਾਂ ਜ਼ਰੂਰੀ ਨਹੀਂ ਹੈਗੀਆਂ? ਮੈਂ ਜੋ ਅਸੀਂ ਸਟੱਡੀ ਕੀਤੇ ਨਾ, ਸਾਨੂੰ ਮੈਂ PGI ਤੋਂ ਇੰਟਰਨਸ਼ਿਪ ਕੀਤੀ ਹੈ, ਔਰ ਮੇਰੇ ਜੋ ਡਾਕਟਰ ਪ੍ਰੋਫੈਸਰ ਰਹੇ ਹਨ ਡਾਕਟਰ ਮੋਨਿਕਾ ਮਲਿਕ, ਹੈ ਨਾ, ਕਾਫੀ ਸਾਰੇ ਡਾਕਟਰ ਹੈ ਨਾ, ਮੰਜੂ ਮੈਮ ਰਹੇ ਹੈ, ਤੇ ਉਹ ਸਾਨੂੰ ਕਹਿੰਦੇ ਸੀਗੇ ਕਿ ਨਾ ਅਸੀਂ ਅੱਜ ਕੱਲ੍ਹ ਜਿਹੜੀ ਸਾਡੀ ਸੁਸਾਇਟੀ ਹੈ ਨਾ, ਉਹ ਕੈਮੀਕਲਸ ਖਰੀਦ ਰਹੀ ਹੈ। ਕੈਮੀਕਲਸ ਕਿਵੇਂ ਖਰੀਦ ਰਹੀ ਹੈ? ਸਭ ਦੇ ਵਿੱਚ ਟਰਾਂਸ ਫੈਟ ਹੁੰਦਾ ਹੈ, ਜਿਸ ਦੇ ਵਿੱਚ ਕੈਂਸਰ ਕਾਜ਼ਿੰਗ ਏਜੰਟ ਹੈ। ਜਿੰਨੀਆਂ ਤੁਸੀਂ ਪੈਕਿੰਗ ਵਾਲੀਆਂ ਚੀਜ਼ਾਂ ਲਓਗੇ ਨਾ, ਉਹਨਾਂ ਦੇ ਵਿੱਚ ਜਿਹੜਾ ਆਇਲ, ਚਾਹੇ ਚਿਪਸ ਹੈ, ਚਾਹੇ ਉਹ ਸਨੈਕਿੰਗ ਦੇ ਵਿੱਚ ਫਰਾਈਜ਼ ਆਉਂਦੀਆਂ, ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਵਿੱਚ ਟਰਾਂਸ ਫੈਟ ਐਡ ਹੁੰਦਾ, ਉੱਪਰ ਲਿਖਿਆ ਹੁੰਦਾ ਵੀ ਟਰਾਂਸ ਫੈਟ ਹੈ ਨਾ ਇੰਨੇ ਪਰਸੈਂਟੇਜ ਹੈਗਾ। ਕੁਛ ਉਹ ਛੁਪਾਉਂਦੇ ਨੇ, ਕੁਛ ਉਹ ਕਲੀਅਰ ਡਾਟਾ ਲਿਖਦੇ ਵੀ ਨੇ, ਹੈ ਨਾ, ਬਸ ਕੁਛ ਪਰਸੈਂਟੇਜ ਹੀ ਉਹ ਕਲੀਅਰ ਕਰਦੇ ਆ। ਜਾਂ ਫਿਰ ਰਿਫਾਈਨਡ ਆਇਲਸ ਦੀ ਮੈਂ ਗੱਲ ਕਰਾਂਗੀ, ਜਾਂ ਫਿਰ ਮੈਂ ਪੀਜ਼ਾ 버ਗਰ ਦੀ ਗੱਲ ਕਰਾਂਗੀ, ਮੈਯੋਨੀਜ਼ ਦੀ ਗੱਲ ਕਰਾਂਗੀ, ਹੈ ਨਾ, ਜਿਹੜੀਆਂ ਚੀਜ਼ਾਂ ਟ੍ਰੈਂਡ ਦੇ ਵਿੱਚ ਚੱਲ ਰਹੀਆਂ ਅੱਜ ਕੱਲ੍ਹ, ਜਨਰੇਸ਼ਨ ਜੋ ਖਾ ਰਹੀ ਹੈ, ਸਭ ਦੇ ਵਿੱਚ ਟਰਾਂਸ ਫੈਟ ਹੈ। ਦੈਟ ਮੀਨਸ ਉਹ ਕੈਂਸਰ ਕਾਜ਼ਿੰਗ ਏਜੰਟ ਹੈ। ਤੁਸੀਂ ਸਟਾਰਟਿੰਗ ਤੋਂ ਬੱਚੇ ਨੂੰ 1 ਈਅਰ ਦਾ ਹੁੰਦਾ ਤੁਸੀਂ ਚਿਪਸ ਦੇਣੇ ਸ਼ੁਰੂ ਕਰ ਦਿੰਦੇ ਹੋ, ਜਾਂ ਬਿਸਕਿਟ ਦੇਣੇ ਸ਼ੁਰੂ ਕਰ ਦਿੰਦੇ ਹੋ, ਜਾਂ ਬੇਕਰੀ ਪ੍ਰੋਡਕਟਸ ਦੇਣੇ ਸ਼ੁਰੂ ਕਰ ਦਿੰਦੇ ਹੋ। ਸਟਾਰਟਿੰਗ ਤੋਂ ਤੁਸੀਂ ਖੁਦ ਹੀ ਉਹਨੂੰ ਇੱਕ ਸੈੱਲ ਦੇ ਰਹੇ ਹੋ ਕੈਂਸਰ ਦਾ, ਫਿਰ ਤੁਸੀਂ ਕਹਿੰਦੇ ਹੋ ਬੜੇ ਹੋ ਕੇ ਤੁਹਾਡੇ ਬੱਚੇ ਦੇ ਬਾਲ ਨਹੀਂ ਹੈ ਜੀ, ਉਹਦੀ ਆਈ ਸਾਈਟ ਨਹੀਂ ਹੈ ਜੀ, ਉਹਦਾ ਇਹ ਪ੍ਰੋਬਲਮ ਆ ਗਈ ਜੀ, ਅੱਜ ਨਵੀਆਂ ਤੋਂ ਨਵੀਆਂ ਬਿਮਾਰੀਆਂ ਸੁਣਨ ਨੂੰ ਮਿਲ ਰਹੀਆਂ। ਫਿਰ ਤਾਂ ਤੁਸੀਂ ਖੁਦ ਖਰੀਦ ਕੇ ਲਿਆਏ, ਤੁਸੀਂ ਦੂਸਰੇ ਨੂੰ ਕਿਵੇਂ ਬਲੇਮ ਕਰਦੇ ਹੋ ਕਿ ਅੱਜ ਕੱਲ੍ਹ ਦਾ এনवायरमेंट ਇਦਾਂ ਦਾ ਹੋ ਗਿਆ ਅੱਜ ਦੇ? ਇਹ ਤਾਂ ਤੁਸੀਂ ਤੁਹਾਡੇ ਹੱਥ ਵਿੱਚ ਹੈ, ਤੁਸੀਂ ਖੁਦ ਬਾਏ ਕਰਕੇ ਲਿਆ ਰਹੇ ਹੋ, ਹੈ ਨਾ, ਕੈਮੀਕਲਸ ਨੂੰ ਆਪਣੇ ਘਰ ਦੇ ਵਿੱਚ, ਤਾਂ ਫਿਰ ਤੁਸੀਂ ਦੂਸਰੇ ਤੇ ਬਲੇਮ ਨਹੀਂ ਕਰ ਸਕਦੇ, ਹੈ ਨਾ, ਚੀਜ਼ਾਂ ਨੂੰ ਲੈ ਕੇ।
ਸੋ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਵੇਂ ਦੀ ਚੀਜ਼ ਖਰੀਦ ਕੇ ਲਿਆ ਰਹੇ ਹੋ, ਕਿਵੇਂ ਦਾ ਤੁਹਾਡਾ এনवायरमेंट ਹੈ, ਇਹ ਸਭ ਚੀਜ਼ਾਂ ਮੈਟਰ ਕਰਦੀਆਂ ਮੈਮ। 2018 ਦੇ ਵਿੱਚ ਕਹਿੰਦੇ ਵੀ ਯੂਕੇ ਦੇ ਵਿੱਚ ਇੱਕ ਮੈਡੀਕਲ ਆਫੀਸਰ ਨੇ ਗਵਰਨਮੈਂਟ ਨੂੰ ਇਹ ਸੁਝਾਅ ਦਿੱਤਾ ਸੀਗਾ ਕਿ ਖੰਡ ਤੇ ਜਿਹੜਾ ਲੂਣ ਹੈ ਇਹਦੀਆਂ ਮਸ਼ਹੂਰੀਆਂ ਕਰਨ ਵਾਲੀਆਂ ਕੰਪਨੀਆਂ ਨੂੰ ਜ਼ਿਆਦਾ ਟੈਕਸ ਲਾਇਆ ਜਾਵੇ ਹੈ ਨਾ, ਕਿਉਂਕਿ ਜਿਵੇਂ ਤੁਸੀਂ ਕਿਹਾ ਵੀ ਇਹ ਚੀਜ਼ਾਂ ਜ਼ਹਿਰ ਨੇ, ਪਰ ਕਿਤੇ ਨਾ ਕਿਤੇ ਸਾਡੀ ਆਮ ਜ਼ਿੰਦਗੀ ਦੇ ਵਿੱਚ ਇਹ ਬਹੁਤਾਤ ਵਿੱਚ ਅਸੀਂ ਵਰਤਦੇ ਹਾਂ ਜੀ। ਅਗਲਾ ਸਵਾਲ ਜਿਵੇਂ ਮੈਂ ਵੀ ਪਿੰਡ 'ਚ ਪਲੀ ਬੜੀ ਹਾਂ, ਤੁਸੀਂ ਵੀ ਪਿੰਡ ਤੋਂ ਆਏ ਹੋ ਹੈ ਨਾ। ਸ਼ਹਿਰਾਂ ਦੇ ਵਿੱਚ ਮੈਂ ਹਲੇ ਇਸ ਚੀਜ਼ ਨੂੰ ਬਹੁਤ ਨੇੜੇ ਤੋਂ ਨਹੀਂ ਵੇਖਿਆ, ਪਰ ਪਿੰਡਾਂ ਦੇ ਵਿੱਚ ਇਹ ਵੇਖਿਆ ਜਾਂਦਾ ਹੁੰਦਾ ਸੀ ਕਿ ਤੁਹਾਡੇ ਘਰ 'ਚ ਜੇ ਤੁਹਾਡੇ ਭਰਾ ਨੇ ਜਾਂ ਘਰ 'ਚ ਜੋ ਕੁੜੀਆਂ ਹੁੰਦੀਆਂ ਸੀ ਤਾਂ ਉਹਨਾਂ ਨੂੰ ਦੋਨਾਂ ਨੂੰ ਡਿਫਰੈਂਟ ਤਰੀਕੇ ਦੀ ਡਾਈਟ ਦਿੱਤੀ ਜਾਂਦੀ ਸੀ ਹੈ ਨਾ। ਜਿਵੇਂ ਸਾਨੂੰ ਰੋਕਿਆ ਜਾਂਦਾ ਸੀ ਵੀ ਤੁਸੀਂ ਅੰਡੇ ਜ਼ਿਆਦਾ ਨਹੀਂ ਖਾਣੇ, ਤੁਸੀਂ ਮੀਟ ਜ਼ਿਆਦਾ ਨਹੀਂ ਖਾਣਾ ਹੈ ਨਾ। ਉਹਦਾ ਇੱਕ ਰੀਜ਼ਨ ਦੇ ਦਿੱਤਾ ਜਾਂਦਾ ਸੀ ਵੀ ਇਹਦੇ ਨਾਲ ਕੁੜੀਆਂ ਨੂੰ ਮੈਂਸਿਸ ਜਿਹੜੇ ਪੀਰੀਅਡਸ ਨੇ ਉਹ ਜਲਦੀ ਸ਼ੁਰੂ ਹੋ ਜਾਂਦੇ ਆ। ਇੱਦਾਂ ਦੀਆਂ ਜਿਹੜੀਆਂ ਮਿਥਾਂ ਨੇ ਪਿੰਡਾਂ ਦੇ ਵਿੱਚ ਹਾਲੇ ਤੱਕ ਵੀ ਇਹ ਚੀਜ਼ਾਂ ਬਣੀਆਂ ਹੋਈਆਂ ਕਿ ਕੁੜੀ ਤੇ ਮੁੰਡੇ ਲਈ ਅਲੱਗ-ਅਲੱਗ ਤਰੀਕੇ ਦੀ ਖੁਰਾਕ ਹੋਣੀ ਚਾਹੀਦੀ ਹੈ। ਮੈਮ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ। ਜੇ ਤੁਸੀਂ ਅੱਜ ਕੱਲ੍ਹ ਕਹਿੰਦੇ ਹੋ, ਮੈਂ ਇੱਕ ਸਿੰਪਲ ਜੀ ਗੱਲ ਕਹੂੰਗੀ, ਅਗਰ ਆਪਾਂ ਨੇ ਘਰ ਦੇ ਵਿੱਚ 4 ਜੀ ਹੈ ਹੈ ਨਾ, ਘਰ 4 ਟਾਇਰ ਹੋ ਗਏ ਕਾਰ ਦੇ, ਇੱਕ ਤੁਸੀਂ ਹਵਾ ਜ਼ਿਆਦਾ ਭਰ ਦਿਓ, ਇੱਕ ਵਿੱਚ ਘੱਟ ਭਰ ਦਿਓ ਤੇ ਤੁਹਾਡੀ ਕਾਰ ਉਹ ਸਮੂਥ ਨਹੀਂ ਚੱਲੂਗੀ ਹੈ ਨਾ। ਤਾਂ ਸੇਮ ਹੈ ਕਿ ਅਗਰ ਤੁਸੀਂ ਚਾਰੋਂ ਦੀ ਡਾਈਟ, ਚਾਹੇ ਉਹ ਓਲਡ ਪਰਸਨ ਹੈ, ਚਾਹੇ ਉਹ ਯੰਗ ਪਰਸਨ ਹੈ, ਚਾਹੇ ਉਹ ਬੱਚੇ ਹੈ, ਸਭ ਦੀ ਡਾਈਟ ਸੇਮ ਹੋਣੀ ਚਾਹੀਦੀ ਹੈ। ਲੇਕਿਨ ਡਿਪੈਂਡ ਕਰਦਾ ਹੈ ਹੁੰਦਾ ਪੋਰਸ਼ਨ ਕੰਟਰੋਲ। ਅਗਰ ਫੋਰ ਐਗਜ਼ਾਮਪਲ ਵੈਸੇ ਮੇਰਾ ਬੱਚਾ ਜਿਵੇਂ ਛੋਟਾ ਵਾਲਾ 3 ਇਅਰਸ ਦਾ ਹੈ, ਇੱਕ ਮੈਮ 8 ਇਅਰਸ ਦਾ ਹੈ, ਦੋਨਾਂ ਦੀ ਪਰੌਂਠੀ ਦੀ ਰਿਕੁਆਇਰਮੈਂਟ ਅਲੱਗ-ਅਲੱਗ ਹੋਊਗੀ। ਅਗਰ ਇੱਕ ਖਾ ਰਿਹਾ ਦੂਸਰਾ 2 ਖਾਊਗਾ, ਇਹਦਾ ਮਤਲਬ ਇਹ ਨਹੀਂ ਕਿ ਮੈਂ ਇੱਕ ਨੂੰ 2 ਦੇਵਾਂ, ਇੱਕ ਨੂੰ ਦੂਸਰੇ ਨੂੰ ਵੀ ਇੱਕ ਹੀ ਦੇਵਾਂਗੀ, ਜਾਂ ਮੈਂ ਉਹਨੂੰ ਪਰੌਂਠੀ ਦਿੱਤੀ ਤਾਂ ਦੂਸਰੇ ਨੂੰ ਦਲੀਆ ਦਊਂਗੀ। ਇਹ ਨਹੀਂ ਹੈ, ਦੋਨਾਂ ਨੂੰ ਪਰੌਂਠੀ ਦੇਣੀ ਜ਼ਰੂਰੀ ਹੈ ਜਾਂ ਦੋਨਾਂ ਨੂੰ ਐਗ ਦੇਣਾ ਜ਼ਰੂਰੀ ਹੈ ਨਾ। ਅਨਲੈਸ ਅਗਰ ਉਹਨੂੰ ਐਗ ਤੋਂ ਐਲਰਜੀ ਨਹੀਂ ਹੈ ਤਾਂ ਦੋਨਾਂ ਨੂੰ ਐਗ ਦੇਣਾ ਜ਼ਰੂਰੀ ਹੈ, ਚਾਹੇ ਉਹ ਬॉय ਹੈ ਚਾਹੇ ਉਹ ਗਰਲ ਹੈ। ਲੇਕਿਨ ਉਸਦਾ ਪੋਰਸ਼ਨ ਕੰਟਰੋਲ ਕੀ ਹੋਣਾ ਚਾਹੀਦਾ ਉਹ ਏਜ 'ਤੇ ਡਿਪੈਂਡ ਕਰਦਾ ਹੈ, ਠੀਕ ਹੈ। ਸੋ ਜੋ ਗਰਲਸ ਦੀ ਤੁਸੀਂ ਕਹਿੰਦੇ ਹੋ ਮੈਮ, ਇਹ ਸਿਰਫ ਪਿੰਡਾਂ ਵਿੱਚ ਹੀ ਪ੍ਰੋਬਲਮ ਨਹੀਂ ਆਉਂਦੀ। ਇਹ ਜਿਹੜੀਆਂ ਮਦਰਸ ਆਪਣੀਆਂ ਨਾ ਡਰਾ ਕੇ ਡਾਈਟ ਖਾਂਦੀਆਂ ਪਿੰਡਾਂ ਦੇ ਵਿੱਚ, ਅਚਾਰ ਨਹੀਂ ਕੁੜੀਆਂ ਨੂੰ ਖਾਣਾ ਚਾਹੀਦਾ ਜਾਂ ਇਹੋ ਜਿਹੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਸਿਰਫ ਆਪਣੇ ਲਈ ਸੁਣਨ ਨੂੰ ਮਿਲਦੀਆਂ ਨੇ। ਮੈਮ ਇੱਥੇ ਸ਼ਹਿਰ ਵਿੱਚ ਵੀ ਇਹ ਪ੍ਰੋਬਲਮ ਆਉਂਦੀ ਹੈ। ਕਾਫੀ ਸਾਰੇ ਮੇਰੇ ਕੋਲ ਕਲਾਇੰਟ ਆਉਂਦੇ ਆ ਜੋ PCOD ਦੇ ਪੇਸ਼ੈਂਟ, ਜਿਹੜੇ ਮਦਰ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਆ, ਜੋ ਟੀਨੇਜ ਦੇ ਵਿੱਚ ਜਦੋਂ ਸਾਈਕਲ ਸਟਾਰਟ ਹੁੰਦਾ ਤਾਂ ਕਹਿੰਦੇ ਮੈਮ ਇਸ ਨੂੰ ਪੇਨ ਬਹੁਤ ਜ਼ਿਆਦਾ ਹੋ ਰਹੀ ਹੈ ਬੇਟੀ ਨੂੰ ਹੈ ਨਾ, ਇਸ ਨੂੰ ਬਹੁਤ ਜ਼ਿਆਦਾ ਫਲੋ ਹੋ ਰਿਹਾ ਜਾਂ ਫਿਰ ਇਹਨੂੰ ਕਾਫੀ ਦਿਨ ਰਹਿੰਦੀ ਹੈ, ਇਹ ਮੂਵ ਨਹੀਂ ਕਰ ਪਾਉਂਦੀ ਹੈ, ਇਸਦਾ ਵੇਟ ਪੁੱਟ ਆਨ ਹੋ ਰਿਹਾ। ਤਾਂ ਉੱਥੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਤੁਹਾਡੀ ਡਾਈਟ ਦਿੱਤੀ ਹੋਈ ਉੱਥੇ ਵਰਕ ਕਰਦੀ ਹੈ। ਜੇ ਤੁਸੀਂ ਸ਼ੁਰੂ ਤੋਂ ਇਸਨੂੰ ਪ੍ਰੋਟੀਨ ਰਿਚ ਡਾਈਟ ਨਹੀਂ ਦਿੱਤੀ, ਅੰਡੇ ਤਾਂ ਤੁਸੀਂ ਆਪਣੇ ਬੇਟਿਆਂ ਨੂੰ ਖਿਲਾਤੇ ਹੈ ਨਾ, ਫਿਰ ਉਸਨੇ ਮੁੱਕੇ ਮਾਰਨ ਲਈ ਜਾਂ ਕਹਿੰਦੇ ਹੈ ਨਾ ਮਾਰਨ ਕੁੱਟਣ ਲਈ ਬੱਚੇ ਨੇ, ਆਪਣੇ ਬ੍ਰਦਰ ਨੇ ਹੈ ਨਾ, ਹੱਕ ਜਮਾਉਣ ਲਈ, ਧੌਂਸ ਜਮਾਉਣ ਲਈ ਉਹ ਡਾਈਟ ਉਸਤੇ ਉਪਯੋਗ ਕਰਤਾ, ਉਹਨੂੰ ਵੈਸੇ ਸਟ੍ਰੈਸ ਕਰਤਾ ਬੇਟੀ ਨੂੰ। ਫਿਰ ਸੈਕੰਡਲੀ ਤੁਸੀਂ ਉਸਦੀ ਡਾਈਟ ਵੀ ਖੋਹ ਲਈ। ਥਰਡ ਤੁਸੀਂ ਉਸਨੂੰ ਇੰਨੀ ਬਾਹਰ ਵੀ ਨਹੀਂ ਐਕਟਿਵ ਹੋਣ ਦਿੱਤਾ ਵੀ ਉਹ ਹੈ ਨਾ, ਪਿੰਡਾਂ 'ਚ ਵੀ ਥੋੜ੍ਹਾ ਜਿਹਾ ਹਜੇ ਵੀ ਇਹ ਹੋਏਗਾ ਮਾਹੌਲ, ਪਰ ਸਾਡਾ ਤਾਂ ਨਹੀਂ ਸੀਗਾ ਮੈਮ ਇੱਦਾਂ ਦਾ ਕਿ ਅਸੀਂ ਪਿੱਛੇ ਰਹੇ ਹੋਏਗੇ। ਬਟ ਕਾਫੀ ਜਗ੍ਹਾ 'ਤੇ ਮੈਂ ਦੇਖਿਆ ਕਿ ਹੁੰਦਾ ਹੈ ਨਾ ਕਿ ਬੱਚੇ ਨੂੰ ਐਕਟੀਵਿਟੀ ਵੀ ਨਹੀਂ ਕਰਨ ਦਿੱਤੀ ਜਾਂਦੀ, ਉਹਨੂੰ ਰਨਿੰਗ ਵੀ ਨਹੀਂ ਕਰਨ ਦਿੱਤੀ ਜਾਂਦੀ, ਜਾਂ ਉਹ ਅਗਰ ਬॉय ਦੌੜ ਰਿਹਾ ਆਪਣੇ ਫਰੈਂਡਸ ਨਾਲ, ਕ੍ਰਿਕਟ ਖੇਡ ਰਿਹਾ ਜਾਂ ਗੁੱਲੀ ਡੰਡਾ ਖੇਡ ਰਿਹਾ, ਕੁਛ ਵੀ ਖੇਡ ਰਿਹਾ, ਤਾਂ ਤੁਹਾਨੂੰ ਉਹ ਫਰੀਡਮ ਨਹੀਂ ਹੁੰਦੀ ਪਿੰਡਾਂ ਦੇ ਵਿੱਚ ਕਿ ਤੁਸੀਂ ਵੀ ਉਹਨਾਂ ਦੇ ਜਾ ਕੇ ਗਰੁੱਪ ਦੇ ਵਿੱਚ ਖੇਡ ਸਕੋ ਜਾਂ ਉਦੋਂ ਦਾ ਤੁਹਾਡਾ ਵੀ ਸਰਕਲ ਹੋਵੇ। ਠੀਕ ਹੈ, ਸਾਈਕਲ ਜਾਂ ਸਕੂਲ ਦੇ ਵਿੱਚ ਤੁਸੀਂ ਇੰਜੋਏ ਕਰਦੇ ਹੋਣੇ ਬੱਚੇ ਗਰੁੱਪ ਨੂੰ, ਲੇਕਿਨ ਘਰਾਂ ਦੇ ਵਿੱਚ ਜਾਂ ਆਪਣੇ ਏਰੀਆ ਦੇ ਵਿੱਚ ਜਾਂ ਪਿੰਡਾਂ ਦੇ ਮੁਹੱਲਿਆਂ ਦੇ ਵਿੱਚ ਉਹ ਚੀਜ਼ਾਂ ਦਾ ਇੰਜੋਏਮੈਂਟ ਉਹਨਾਂ ਨੂੰ ਨਹੀਂ ਮਿਲਦੀ। ਬੱਚਿਆਂ ਦੇ ਮੁੰਡਿਆਂ ਦੇ ਵਰਲਡ ਕੱਪ ਦਿਖਾਏ ਜਾਂਦੇ ਆ, ਕ੍ਰਿਕਟ ਕੱਪ ਦਿਖਾਏ ਜਾਂਦੇ ਆ, ਕਬੱਡੀ ਕੱਪ ਦਿਖਾਏ ਜਾਂਦੇ, ਤਾਂ ਲੇਕਿਨ ਕੁੜੀਆਂ ਨੂੰ ਉਹ ਚੀਜ਼ ਹਜੇ ਵੀ ਨਹੀਂ ਮਿਲਦੀ। ਸੋ ਡਾਈਟ ਤੁਹਾਡੀ ਕੁੜੀਆਂ ਦੀ ਬਹੁਤ ਜ਼ਰੂਰੀ ਹੈ, ਜਿਹੜੀਆਂ ਫਿਰ ਬਾਅਦ 'ਚ ਕਹਿੰਦੇ PCOD ਦੇ ਸ਼ਿਕਾਰ ਹੋ ਗਈਆਂ ਜਾਂ PCOS ਹੋ ਗਿਆ, ਉਹਨਾਂ ਨੂੰ ਪੀਰੀਅਡਸ ਦੀ ਪ੍ਰੋਬਲਮ ਹੋ ਗਈ ਜਾਂ ਵੇਟ ਗੇਨ ਹੋ ਗਿਆ, ਬਹੁਤ ਮੋਟੀ ਹੋ ਗਈ ਤਾਂ ਬਹੁਤ ਖਾਣ ਲੱਗੀ ਹੋਣੀ ਜੀ, ਫਿਰ ਕਹਿੰਦੇ ਜਿਹਨੂੰ ਬੱਚਾ ਨਹੀਂ ਹੋ ਰਿਹਾ, ਜੋ ਕਿੱਥੋਂ ਹੋਏਗਾ? ਤੁਸੀਂ ਸਟਾਰਟਿੰਗ 'ਚ ਵਿਚਾਰੀ ਨੂੰ ਦਬਾ ਕੇ ਉਸਨੂੰ ਸਟ੍ਰੈਸ, ਕਿਉਂਕਿ ਬ੍ਰੇਨ ਫੰਕਸ਼ਨਿੰਗ ਵੀ ਬਹੁਤ ਇੰਪੋਰਟੈਂਟ ਹੈ ਬੱਚੇ ਦੀ ਨਾ ਉਸ ਟਾਈਮ ਦੀ, ਜਦੋਂ ਪੀਰੀਅਡ ਸਟਾਰਟ ਹੁੰਦਾ, ਅਗਰ ਉਹਦਾ ਬ੍ਰੇਨ ਫੰਕਸ਼ਨਿੰਗ ਤੁਸੀਂ ਕੰਟਰੋਲ 'ਚ ਨਹੀਂ ਕਰਦੇ, ਉਸਦਾ ਅਗਰ ਤੁਸੀਂ ਸਟ੍ਰੈਸ ਲੈਵਲ ਕੰਟਰੋਲ 'ਚ ਨਹੀਂ ਕਰਦੇ, ਤਾਂ ਉਸਨੂੰ ਜਿਹੜੀ ਡਾਈਟ ਅਗਰ ਦਿਓਗੇ ਤਾਂ ਵੀ ਅਬਜ਼ੌਰਬ ਨਹੀਂ ਹੋਣੀ ਉਸਦੀ ਬੋਡੀ ਦੇ ਵਿੱਚ। ਸੋ ਮੈਟਰ ਕਰਦੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਡਾਈਟ ਦੇ ਵਿੱਚ। ਮੈਂ ਇਹ ਨਹੀਂ ਕਹਾਂਗੀ ਅਗਰ ਤੁਹਾਡੀ ਬੇਟੀ ਨੂੰ ਤੁਸੀਂ ਆਪਣਾ ਬਹੁਤ ਅੱਛਾ ਡਾਈਟ ਦੇ ਵੀ ਰਹੇ ਹੋ, ਲੇਕਿਨ ਉਹ ਕੰਫਰਟੇਬਲ ਜ਼ੋਨ ਦੇ ਵਿੱਚ ਨਹੀਂ ਹੈ, ਉਸ ਨੂੰ ਸੋਚਣ ਔਰ ਸਮਝਣ ਨੂੰ ਉਹਨੂੰ ਕੋਈ ਮਿਲ ਨਹੀਂ ਰਿਹਾ ਪ੍ਰੋਪਰ, ਉਸ ਨਾਲ ਕੋਈ ਗੱਲ ਕਰਨ ਲਈ ਉਹਨੂੰ ਨਹੀਂ ਮਿਲ ਰਿਹਾ ਕਿ ਜਿਸ ਨੂੰ ਆਪਣੀ ਫੀਲਿੰਗ ਸ਼ੇਅਰ ਕਰ ਸਕੇ। ਉਸ ਟਾਈਮ ਫੀਲਿੰਗ ਬੱਚੇ ਦੀ ਕੀ ਹੁੰਦੀ ਹੈ, ਜਾਂ ਤਾਂ ਉਹ ਪਿੱਛੇ ਛੁਪਦਾ ਹੈ ਨਾ, ਜਾਂ ਆਪਣੀ ਮਦਰ ਨਾਲ ਵੀ ਗੱਲ ਕਰਨ ਲੱਗੇ ਹਿਚਕਿਚਾਉਂਦੇ ਆ ਬੱਚੇ, ਬਹੁਤ ਸਾਰੀਆਂ ਚੀਜ਼ਾਂ ਨੇ। ਆਪਣੇ ਫਰੈਂਡ ਸਰਕਲ ਦੇ ਵਿੱਚ ਉਹ ਕੰਫਰਟੇਬਲ ਹੁੰਦੇ ਆ। ਤਾਂ ਤੁਸੀਂ ਬੀਇੰਗ ਅ ਮਦਰ, ਤੁਹਾਡੀ ਡਿਊਟੀ ਬਣਦੀ ਹੈ, ਤੁਹਾਡਾ ਫਰਜ਼ ਬਣਦਾ ਕਿ ਇਹ ਸਾਰੀਆਂ ਹੁਣ ਪੁਰਾਣੀਆਂ ਚੀਜ਼ਾਂ ਛੱਡ ਕੇ ਤੁਸੀਂ ਚਾਹੁੰਦੇ ਤੁਹਾਡੀ ਬੱਚੀ ਦਾ ਭਵਿੱਖ ਅੱਛਾ ਹੋਵੇ, ਉਹ ਇਹਨਾਂ ਚੀਜ਼ਾਂ ਵਿੱਚ ਨਾ ਸਫਰ ਕਰੇ, ਤਾਂ ਤੁਹਾਨੂੰ ਥੋੜਾ ਜਿਹਾ ਧਿਆਨ ਦੇਣਾ ਜ਼ਰੂਰੀ ਹੈ ਕਿ ਡਾਈਟ ਸਭ ਦੇ ਲਈ ਇੰਪੋਰਟੈਂਟ ਹੈ, ਚਾਹੇ ਉਹ ਐਗ ਹੈ, ਚਾਹੇ ਉਹ ਚਿਕਨ ਹੈ, ਚਾਹੇ ਉਹ ਅਚਾਰ ਹੈ ਨਾ।
ਕੋਈ ਵੀ ਫਰੂਟ ਹੈ, ਸਭ ਚੀਜ਼ਾਂ ਮੈਟਰ ਕਰਦੀਆਂ। ਮੈਂ ਮੋਸਟਲੀ ਦੇਖਿਆ ਕਿ ਪਿੰਡਾਂ ਦੇ ਵਿੱਚ ਲੋਕ ਗੁੜ ਵੀ ਮਨਾ ਕਰ ਦਿੰਦੇ ਆ ਕਿ ਸਾਈਕਲ ਟਾਈਮ ਦੇ ਵਿੱਚ ਗੁੜ ਵੀ ਨਹੀਂ ਖਾਣਾ, ਹੈ ਨਾ, ਕਿ ਤੂੰ ਬਹੁਤ ਚੰਗਾ ਆਇਰਨ ਸਾਨੂੰ ਔਰ ਆਲਦੋ ਕੀ ਹੁੰਦਾ ਕਿ ਗੁੜ ਜਿਹੜਾ ਹੈਗਾ ਸਾਡਾ HB ਹੈ ਨਾ ਅੱਛਾ ਕਰਨ ਲਈ ਇੰਪੋਰਟੈਂਟ ਹੈਗਾ, ਤੁਹਾਡਾ ਆਇਰਨ ਦਾ ਸੋਰਸ ਮੰਨਿਆ ਜਾਂਦਾ ਹੈ। ਸੋ ਗੁੜ ਨੂੰ ਜ਼ਰੂਰੀ ਹੈ ਕਿ ਉਸ ਟਾਈਮ ਡਾਈਟ ਦੇ ਵਿੱਚ ਕੰਜ਼ਿਊਮ ਕਰੋ, ਨਾ ਕਿ ਉਸ ਨੂੰ ਅਵੋਇਡ ਕਰੋ। ਇਹ ਮਿਥ ਹੈ, ਬਹੁਤ ਵੱਡਾ ਮਿਥ ਹੈ। ਲੋਕ ਪ੍ਰੈਗਨੈਂਸੀ ਦੇ ਵਿੱਚ ਪਪੀਤੇ ਨੂੰ ਅਵੋਇਡ ਕਰ ਦਿੰਦੇ ਆ, ਮੱਛੀ ਨੂੰ ਅਵੋਇਡ ਕਰ ਦਿੰਦੇ ਆ। ਉਹ ਲੋਕਾਂ ਦੀ ਗਲਤ ਫਹਿਮੀ ਆ, ਆਈ ਡੋਨਟ ਨੋ ਕਿ ਉਹ ਕਿੱਥੋਂ ਚੀਜ਼ਾਂ ਉਹਨਾਂ ਨੇ ਸੁਣੀਆਂ, ਕਿਉਂ ਸੁਣੀਆਂ, ਲੇਕਿਨ ਉਹ ਗਲਤ ਚੀਜ਼ਾਂ ਕਰਦੇ ਆ ਜਿਸ ਕਰਕੇ ਉਹਨਾਂ ਨੂੰ ਅੱਗੇ ਤੋਂ ਅੱਗੇ ਜਾ ਕੇ ਪ੍ਰੋਬਲਮ ਆਉਂਦੀ ਹੈ, ਕਿਉਂਕਿ ਜਿਹੜਾ ਬੱਚਾ ਫਿਰ ਉਸ ਤੋਂ ਸਟਾਰਟਿੰਗ ਤੋਂ ਹੀ ਪ੍ਰੋਬਲਮ ਦੇ ਵਿੱਚ ਆ ਗਿਆ, ਫਿਰ ਉਹਨੇ ਅੱਗੇ ਜਾ ਕੇ ਸਫਰ ਹੋਣਾ ਹੀ ਹੋਣਾ ਹੈ। ਹਾਂਜੀ ਮੈਮ, ਜਿਵੇਂ ਬਹੁਤ ਗੱਲਾਂ ਜਿਵੇਂ ਹੁਣ ਅੱਜ ਕੱਲ੍ਹ ਪੜ੍ਹਨ ਨੂੰ ਮਿਲਦੀਆਂ ਨੇ, ਹੈ ਨਾ। ਪਹਿਲਾਂ ਮੈਂ ਤੁਹਾਨੂੰ YouTube ਚੈਨਲਸ ਬਾਰੇ ਹੀ ਗੱਲ ਕਰੂੰਗੀ। ਜਿਵੇਂ ਬਹੁਤ ਸਾਰੇ YouTube 'ਤੇ ਚੈਨਲਸ ਇੱਦਾਂ ਦੇ ਖੁੱਲ੍ਹੇ ਹੋਏ ਆ ਜਿਹੜੇ ਉਸੇ ਚੈਨਲ ਤੋਂ ਤੁਹਾਨੂੰ ਬਿਊਟੀ ਟਿਪਸ ਵੀ ਮਿਲਣਗੇ, ਉਸੇ ਚੈਨਲ ਤੋਂ ਤੁਹਾਨੂੰ ਫੈਸ਼ਨ ਨਾਲ ਰਿਲੇਟਡ ਚੀਜ਼ਾਂ ਵੀ ਮਿਲਣਗੀਆਂ। ਉਹੀ ਚੈਨਲ ਤੁਹਾਨੂੰ ਮੋਟਾ ਜਾਂ ਪਤਲਾ ਹੋਣ ਲਈ ਜਾਂ ਸੋਹਣਾ ਹੋਣ ਲਈ, ਹੈ ਨਾ, ਗੋਰਾ ਹੋਣ ਲਈ ਟਿਪਸ ਜਿਹੜੇ ਦਿੰਦੇ ਰਹਿੰਦੇ ਨੇ, ਹੈ ਨਾ। ਅੱਜ ਕੱਲ੍ਹ ਉਹਨਾਂ ਚੈਨਲਸ ਨੇ ਇੱਕ ਬੜਾ ਵੱਡਾ ਰੁਝਾਨ ਪਾਤਾ ਹੈ ਕਿ ਤੁਸੀਂ ਚਲੋ ਦੇਸੀ ਖੁਰਾਕ ਵੱਲ ਮੁੜਨਾ ਬਹੁਤ ਚੰਗੀ ਗੱਲ ਆ। ਅੱਜ ਕੱਲ੍ਹ ਇਹ ਕਲਚਰ ਹੈ ਕਿ ਅਸੀਂ ਲੋਕ ਵੀ ਦੇਸੀ ਖੁਰਾਕ ਨੂੰ ਪ੍ਰੈਫਰੈਂਸ ਦੇਣ ਲੱਗੇ ਹਾਂ, ਪਰ ਬਹੁਤ ਤਰ੍ਹਾਂ ਦੇ ਕਾੜੇ ਨੇ ਜਿਹੜੇ ਉਹਨਾਂ ਚੈਨਲਸ 'ਤੇ ਦਿਖਾਏ ਜਾਂਦੇ ਆ ਵੀ ਤੁਸੀਂ ਇਹ ਪੀਓ, ਇਹਦੇ ਨਾਲ ਤੁਸੀਂ ਪਤਲੇ ਹੋ ਜਾਓਗੇ ਜਾਂ ਤੁਸੀਂ ਸੋਹਣੇ ਹੋ ਜਾਓਗੇ, ਤੁਹਾਡੇ ਵਾਲਾਂ ਦੀ ਗਰੋਥ ਹੋ ਜਾਊਗੀ। ਇਹਨਾਂ ਚੈਨਲਸ ਦੇ ਉੱਪਰ ਭਰੋਸਾ ਕਰਨਾ ਕਿੰਨਾ ਕੁ ਸਹੀ ਹੈ? ਮੈਮ ਚੈਨਲਸ 'ਤੇ ਭਰੋਸਾ ਤੁਹਾਡੇ 'ਤੇ ਤੁਹਾਨੂੰ ਡਿਪੈਂਡ ਕਰਦਾ ਮੈਮ ਉਹ ਚੈਨਲ ਕਿਸ ਤਰ੍ਹਾਂ ਦੇ ਵਿਊਜ਼ ਦੇ ਰਿਹਾ, ਉਹਦੇ ਵਿੱਚ ਕੁਆਲੀਫਾਈਡ ਜਿਹੜੇ ਹੈਗੇ ਐਜੂਕੇਟਰਸ ਬੈਠੇ ਹੈ ਨਹੀਂ ਬੈਠੇ, ਜਾਂ ਉਹਨਾਂ ਨੂੰ ਨੌਲੇਜ ਹੈਗੀ ਹੈ ਕਿ ਨਹੀਂ। ਹੁਣ ਕਾਫੀ ਸਾਰੇ ਲੋਕ ਹੈ ਜੋ ਡਿਪਲੋਮਾ ਕਰਕੇ ਵੀ ਡਾਈਟ ਪ੍ਰੋਵਾਈਡ ਕਰ ਰਹੇ ਆ। ਪਿੱਛੇ ਕਾਫੀ ਜਗ੍ਹਾ 'ਤੇ ਕੇਸਿਸ ਵੀ ਹੋਏ ਆ ਫਾਈਲ, ਹੈ ਨਾ, ਜੋ ID ਨੇ ਕਾਫੀ ਜਗ੍ਹਾ 'ਤੇ ਫਾਈਲ ਕੀਤੇ ਹੈ ਕਿ ਕਈ ਲੋਕ, ਜੋ ਮੈਂ ਨਾਮ ਨਹੀਂ ਲਵਾਂਗੀ ਪਾਰਟੀਕੂਲਰ, ਕਾਫੀ ਲੋਕ ਨੇ ਜਿਹੜੇ ਸਿਰਫ ਇੱਕ ਐਡ ਦਿੰਦੇ ਆ ਕਿ ਅਸੀਂ 6th ਮੰਥ ਦੇ ਵਿੱਚ ਨਿਊਟ੍ਰੀਸ਼ਨ ਦਾ ਕੋਰਸ ਕਰਵਾਉਂਦੇ ਆ, ਜਾਂ 6th ਮੰਥ ਦੇ ਵਿੱਚ ਤੁਹਾਨੂੰ ਇਸ ਚੀਜ਼ ਦੇ ਵਿੱਚ ਪਰਫੈਕਸ਼ਨ ਦਾ ਕੋਰਸ ਕਰਵਾਉਂਦੇ ਆ। ਆਈ ਡੋਂਟ ਨੋ ਜਿਹੜੇ ਲੋਕ 7-7 8-8 ਸਾਲ ਡਿਗਰੀ ਲੈਣ ਤੇ ਲਗਾਉਂਦੇ ਆ, ਜਾਂ ਫਿਰ ਹੈ ਨਾ ਇੰਨਾ ਟਾਈਮ ਉਸ ਤੇ ਸਟੱਡੀ ਕਰਦੇ ਆ, ਉਹ ਠੀਕ ਨੇ ਜਾਂ ਉਹ ਠੀਕ ਨੇ, ਹੈ ਨਾ। ਤਾਂ ਅੱਜ ਕੱਲ੍ਹ ਜੇ ਈਵਨ ਡਿਪਲੋਮਾ ਵੀ ਮੈਂ ਦੂਰ ਦੀ ਗੱਲ ਕਹਾਂਗੀ, ਕਈ ਲੋਕ ਤਾਂ ਇੱਦਾਂ ਹੀ ਬਿਨਾਂ ਦੇਖ ਕੇ ਇੱਕ ਦੂਸਰੇ ਦੇ ਚੈਨਲਸ ਨੂੰ ਦੇਖ ਕੇ ਅੱਗੇ ਦੇ ਅੱਗੇ ਅਵੇਅਰਨੈਸ ਲਈ ਵੀਡੀਓ ਪਾ ਰਹੇ ਆ, ਬਟ ਉਹ ਬਹੁਤ ਗਲਤ ਹੈ। ਤੁਹਾਡੇ ਆਪਣੇ ਚੁਆਇਸ 'ਤੇ ਡਿਪੈਂਡ ਕਰਦਾ ਕਿ ਤੁਸੀਂ ਇੱਕ ਐਜੂਕੇਟਿਡ ਪਰਸਨ ਤੋਂ ਅੱਛੀ ਗਾਈਡੈਂਸ ਲੈਣਾ ਕਿ ਆਪਣਾ ਲਾਈਫ ਨੂੰ ਉੱਦਾਂ ਚੇਂਜ ਕਰਨਾ ਚਾਹੁੰਦੇ ਹੋ, ਜਾਂ ਫਿਰ ਇਹ ਯੂਟਿਊਬਸ ਦੇ ਪਿੱਛੇ, ਜਾਂ ਫਿਰ ਇੱਕ ਕਹਿੰਦੇ ਨਾ ਬੇਕਾਵੇ ਦੇ ਪਿੱਛੇ। ਕਹਿੰਦੇ ਕਿ ਕਈ ਚੈਨਲਸ ਐਵੇਂ ਦਿਖਾਉਂਦੇ ਹੋਣੇ ਕਿ 10 ਕਿਲੋ ਵੇਟ ਘਟਾਓ ਹਫਤੇ ਦੇ ਵਿੱਚ ਜਾਂ ਨਾ, ਤਾਂ ਉਹ ਸਭ ਚੀਜ਼ਾਂ ਤੁਹਾਡੇ ਦਿਮਾਗ ਦੇ ਵਿੱਚ ਤੁਹਾਨੂੰ ਵੀ ਪਤਾ ਹੁੰਦੀਆਂ ਕਿ ਇਹ ਸਹੀ ਹੈ ਜਾਂ ਗਲਤ ਹੈ ਨਾ, ਬਟ ਉਹ ਅਸੀਂ ਗਲਤ ਰਾਹ ਨੂੰ ਜਲਦੀ ਕਹਿੰਦੇ ਅਡੈਪਟ ਕਰ ਲੈਂਦੇ ਹਾਂ। ਸੋ ਤੁਹਾਡੀ ਚੋਇਸ 'ਤੇ ਹੀ ਡਿਪੈਂਡ ਕਰਦਾ ਮੈਮ, ਤੁਸੀਂ ਕਿਸ ਚੀਜ਼ਾਂ ਦੀ ਚੀਜ਼ ਦੇਖਦੇ ਹੋ। ਅੱਜ ਕੱਲ੍ਹ ਜਿਹੜੀ ਬਹੁਤ ਜ਼ਿਆਦਾ ਵੱਡੀ ਸਮੱਸਿਆ ਹੈ ਨਾ, ਉਹ ਇਹੀ ਹੈ ਕਿ ਮੋਟਾਪਾ ਬਹੁਤ ਜ਼ਿਆਦਾ ਲੋਕਾਂ 'ਚ ਵੱਧ ਰਿਹਾ। ਤੁਸੀਂ ਦੇਖੋਗੇ ਕਿ ਉਨੇ ਲੋਕ ਪਤਲੇ ਤੋਂ ਮੋਟੇ ਹੋਣ ਲਈ ਨਹੀਂ ਐਫਰਟਸ ਕਰਦੇ ਜਿੰਨੇ ਮੋਟੇ ਤੋਂ ਸਾਨੂੰ ਪਤਲੇ ਹੋਣ ਲਈ ਕਰਨੇ ਪੈਂਦੇ ਆ, ਹੈ ਨਾ। ਫਿਰ ਜਦੋਂ ਤੁਸੀਂ ਇਸ ਚੀਜ਼ ਬਾਰੇ ਵੀ ਕਿਸੇ ਨਾਲ ਗੱਲ ਕਰਦੇ ਹੋ ਤਾਂ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਤੁਸੀਂ ਜਿੰਨੀ ਮਰਜ਼ੀ ਐਕਸਰਸਾਈਜ਼ ਕਰੋ, ਜਿੰਨਾ ਮਰਜ਼ੀ ਤੁਸੀਂ ਜਿਮ ਕਰ ਲਓ, ਉਸ ਤੋਂ ਅਲੱਗ ਇੱਕ ਚੀਜ਼ ਹੈ ਕਿ ਜਿਹੜੀ 70% ਤੁਹਾਡੀ ਡਾਈਟ ਇਨਕਲੂਡ ਹੋਣੀ ਚਾਹੀਦੀ ਹੈ ਇਸ ਚੀਜ਼ 'ਚ, ਕਿ ਉਹਦੇ ਬੇਸ 'ਤੇ ਤੁਸੀਂ ਪਤਲੇ ਹੋ ਸਕਦੇ ਹੋ ਨਾ, ਤੁਹਾਡਾ ਮੋਟਾਪਾ ਘੱਟ ਸਕਦਾ। ਕਿ ਤੁਹਾਨੂੰ ਵੀ ਲੱਗਦਾ ਕਿ ਐਕਸਰਸਾਈਜ਼ ਦੇ ਕੰਪੈਰੇਟਿਵਲੀ ਤੁਹਾਡੀ ਡਾਈਟ ਆ ਜਿਹੜੀ ਉਹ ਤੁਹਾਡੀ ਹੈਲਥ ਨੂੰ ਜਾਂ ਤੁਹਾਡੇ ਮੈਂਟਲੀ ਜਿਹੜੀ ਹੈਲਥ ਆ ਉਹਨੂੰ ਫਿੱਟ ਕਰਨ ਦੇ ਵਿੱਚ ਰੋਲ ਨਿਭਾਉਂਦੀ ਹੈ? ਜੀ ਮੈਮ ਜਿਹੜੀ ਡਾਈਟ ਹੈਗੀ ਉਹ ਇੰਪੋਰਟੈਂਟ ਰੋਲ ਤਾਂ ਪਲੇ ਕਰਦੀ ਹੈ। ਜੇ ਤੁਸੀਂ ਫਿੱਟ ਹੋਣਾ ਮੀਨਸ ਵੇਟ ਲਾਸ ਲਈ ਨਹੀਂ, ਕਈਆਂ ਨਾਲ ਵੇਟ ਗੇਨ ਵੀ ਨਹੀਂ ਹੁੰਦਾ। ਕਾਫੀ ਲੋਕ ਹੁੰਦੇ ਆ ਜਿਹੜੇ ਵੇਟ ਗੇਨ ਲਈ ਤਰਸ ਰਹੇ ਹੁੰਦੇ ਆ, ਕਈ ਲੋਕ ਹੁੰਦੇ ਆ ਵੇਟ ਲਾਸ ਲਈ ਤਰਸ ਰਹੇ ਹੁੰਦੇ ਆ। ਸੋ ਤੁਹਾਡੀ ਇੱਕ ਬੈਲੈਂਸ ਫਾਰਮ ਦੇ ਵਿੱਚ ਜਿਹੜੀ ਚੀਜ਼ਾਂ ਨੇ ਮੈਂ ਤੁਹਾਨੂੰ ਗੱਲ ਕਰ ਰਹੀ ਸੀ ਉਹ ਹੋਣੀਆਂ ਜ਼ਰੂਰੀ ਹੈ। ਕਈ ਲੋਕ ਕਹਿੰਦੇ ਅਸੀਂ ਵੇਟ ਲਾਸ ਲਈ ਕਾਫੀ ਟਾਈਮ ਤੋਂ ਟਰਾਈ ਕਰ ਰਹੇ ਹਾਂ ਬਟ ਸਾਡਾ ਵੇਟ ਲਾਸ ਨਹੀਂ ਹੋ ਰਿਹਾ, ਲੇਕਿਨ ਉਹ ਆਪਣੇ ਸਰੀਰਿਕ ਨੂੰ ਦੇਖਦੇ ਨਹੀਂ, ਉਹਨੂੰ ਚੈੱਕ ਨਹੀਂ ਕਰਵਾਉਂਦੇ। ਉਹ ਨਹੀਂ ਦੇਖਦੀਆਂ, ਲੇਡੀਜ਼ ਸਪੈਸ਼ਲੀ ਲੇਡੀਜ਼ ਨਹੀਂ ਧਿਆਨ ਦਿੰਦੀਆਂ ਕਿ ਜਿਹੜੀਆਂ ਆਫਟਰ ਮੈਰਿਜ ਜਿਹੜੀਆਂ ਵੇਟ ਗੇਨ ਕਰਦੀਆਂ ਉਹਨਾਂ ਵਿੱਚ ਡੈਫੀਸ਼ੀਐਂਸੀ ਹੋ ਜਾਂਦੀ ਹੈ। ਡੈਫੀਸ਼ੀਐਂਸੀ ਅੱਜ ਕੱਲ੍ਹ ਕਿਉਂ ਹੋ ਜਾਂਦੀ ਹੈ? ਤੁਸੀਂ ਦੇਖਿਆ ਹੋਣਾ ਕਿ ਅੱਜ ਕੱਲ੍ਹ ਬੜੀ ਐਡ ਆਉਂਦੀ ਹੈ ਨਾ, ਵਿਟਾਮਿਨ D ਚੈੱਕ ਕਰਵਾਓ, ਆਪਣਾ ਬੋਨ ਡੈਂਸਿਟੀ ਚੈੱਕਅਪ ਕਰਵਾਓ, ਜਾਂ ਕੈਲਸ਼ੀਅਮ ਚੈੱਕ ਕਰਵਾਓ। ਕਿਉਂ ਹੋ ਰਿਹਾ? ਕਿਉਂਕਿ ਅੱਜ ਕੱਲ੍ਹ ਅਸੀਂ ਸਨਸਕ੍ਰੀਨ ਦਾ ਟ੍ਰੈਂਡ ਹੈ, ਅਸੀਂ ਧੁੱਪ 'ਚ ਨਹੀਂ ਬੈਠਦੇ, ਹੈ ਨਾ, ਜਿਸ ਕਰਕੇ ਸਾਡੀ ਬਾਡੀ ਦੇ ਵਿੱਚ ਵਿਟਾਮਿਨ D ਦੀ ਅਬਜ਼ੌਰਪਸ਼ਨ ਨਹੀਂ ਹੁੰਦੀ। ਜੇ 5-10 ਮਿੰਟ ਧੁੱਪ ਤੇਜ਼ ਹੁੰਦੀ ਹੈ ਤਾਂ ਅਸੀਂ ਅੰਦਰ ਚੱਲ ਜਾਂਦੇ ਹਾਂ, ਜੇ ਗਰਮੀ ਹੈ ਤਾਂ AC ਲਗਾ ਲੈਂਦੇ ਹਾਂ, ਜੇ ਠੰਡ ਹੈ ਤਾਂ ਹੀਟਰ ਲਗਾ ਲੈਂਦੇ ਹਾਂ। ਸੋ ਅੰਦਰ ਹੀ ਆਪਣੇ ਆਪ ਨੂੰ ਰੱਖਦੇ ਹਾਂ। ਜੇ ਬਾਹਰ ਨਿਕਲਣਾ ਵੀ ਹੈ ਕਦੇ ਵਨਸ ਅ ਵਾਈਲ ਤਾਂ ਤੁਸੀਂ ਸਨਸਕ੍ਰੀਨ ਅਪਲਾਈ ਕਰਦੇ ਹੋ, ਬਾਡੀ ਵੀ ਤੁਹਾਡੀ ਪ੍ਰੋਪਰਲੀ ਕਵਰ ਹੁੰਦੀ ਹੈ, ਹੈ ਨਾ। ਤੁਸੀਂ ਤਾਂ ਅੰਬ੍ਰੇਲਾ ਲੈ ਕੇ ਚੱਲੋ। ਹਾਂਜੀ, ਸੋ ਤੁਹਾਨੂੰ ਕਿਤੇ ਵੀ ਤੁਸੀਂ ਇੱਕ ਜਗ੍ਹਾ ਨਹੀਂ ਛੱਡਦੇ ਕਿ ਤੁਹਾਡੇ ਜਿਹੜਾ ਵਿਟਾਮਿਨ D ਹੈਗਾ ਤੁਹਾਡੀ ਬਾਡੀ ਵਿੱਚ ਸਨ ਹੈਗਾ ਐਕਸਪੋਜ਼ ਹੋ ਸਕੇ ਜਾਂ ਪੈਨੀਟ੍ਰੇਟ ਹੋ ਸਕੇ, ਜਿਸ ਕਰਕੇ ਤੁਹਾਡੀ ਵਿਟਾਮਿਨ D ਜਿਹੜੀ ਹੈਗੀ ਆ ਉਹ ਹੈ ਨਾ ਜਨਰੇਟ ਹੋ ਸਕੇ। ਸੋ ਜੇ ਅਗਰ ਉਹ ਜਨਰੇਟ ਹੋਏਗਾ ਹੀ ਨਹੀਂ, ਜੋ ਬਣੇਗਾ ਹੀ ਨਹੀਂ, ਹੈ ਨਾ, ਪ੍ਰੋਡਿਊਸ ਹੋਏਗਾ ਹੀ ਨਹੀਂ, ਫਿਰ ਤੁਸੀਂ ਆਟੋਮੈਟਿਕਲੀ ਇਹਨਾਂ ਚੀਜ਼ਾਂ ਵਿੱਚ ਡੈਫੀਸ਼ੀਐਂਟ ਹੋਗੇ। ਜੇ ਡੈਫੀਸ਼ੀਐਂਟ ਹੋ ਗਏ ਜਿਸ ਕਰਕੇ ਤੁਹਾਡਾ weight ਵੀ ਗੇਨ ਹੁੰਦਾ, ਤੁਹਾਡਾ ਹੇਅਰ ਫਾਲ ਵੀ ਹੁੰਦਾ, ਤੁਹਾਡੇ ਮੂਡ ਸਵਿੰਗਸ ਵੀ ਹੁੰਦੇ ਆ। ਵਿਟਾਮਿਨ D ਇੱਕ ਇੱਦਾਂ ਦਾ ਵਿਟਾਮਿਨ ਹੈ ਜਿਹੜਾ ਸਾਨੂੰ ਫ੍ਰੀ ਮਿਲਦੀ ਹੈ, ਨੇਚਰ
ਫ੍ਰੀ ਮਿਲਦਾ ਨੇਚਰ ਕੋਲੋਂ, ਬਟ ਫਿਰ ਵੀ ਅਸੀਂ ਕੰਜ਼ਿਊਮ ਨਹੀਂ ਕਰਦੇ, ਫਿਰ ਵੀ ਅਸੀਂ ਉਸਨੂੰ ਅਵੋਇਡ ਕਰਦੇ ਹਾਂ ਕਿਉਂਕਿ ਸਾਨੂੰ ਫ੍ਰੀ 'ਚ ਹੁਣ ਲੈਣ ਦੀ ਚੀਜ਼ਾਂ ਨੂੰ ਆਦਤ ਨਹੀਂ ਰਹੀ। ਹੁਣ ਅਸੀਂ ਬਾਏ ਕਰਕੇ ਲੈਂਦੇ ਹਾਂ, ਉਹ ਬਾਏ ਕਰਕੇ ਲੈਂਦੇ ਸਾਡੀ ਹੈਲਥ ਨੂੰ ਨੁਕਸਾਨ ਕਰਦੀਆਂ। ਸੋ ਐਕਸਰਸਾਈਜ਼ ਜਿਹੜੀ ਹੈਗੀ ਉਹ ਵੀ ਬਹੁਤ ਇੰਪੋਰਟੈਂਟ ਹੈ, ਵਿਟਾਮਿਨ ਡੀ ਵੀ ਬਹੁਤ ਇੰਪੋਰਟੈਂਟ ਹੈ, ਹੋਰ ਵੀ ਬਹੁਤ ਸਾਰੀਆਂ ਡੈਫੀਸ਼ੀਐਂਸੀਜ਼ ਹੈਗੀਆਂ ਜਿਹੜੀਆਂ ਤੁਹਾਡੇ ਮੂਡ ਸਵਿੰਗਸ ਨੂੰ ਆਲਟਰ ਕਰਦੀਆਂ, ਚੇਂਜ ਕਰਦੀਆਂ, ਜਿਸ ਕਰਕੇ ਕਦੇ ਤੁਸੀਂ ਬਹੁਤ ਸੈਡ ਹੋ ਜਾਂਦੇ ਆ, ਕਦੇ ਬਹੁਤ ਹੈਪੀ ਹੋ ਜਾਂਦੇ ਆ। ਜਿਹੜੇ ਲੋਕ ਵਿਟਾਮਿਨ B12 ਦੇ ਡੈਫੀਸ਼ੀਐਂਟ ਹੁੰਦੇ ਆ, ਉਹ ਲੋਕ ਨੌਨ ਵੈਜ ਸ਼ਾਇਦ ਨਹੀਂ ਖਾਂਦੇ ਹੋਣੇ, ਜਿਹੜੇ ਲੋਕ ਵੈਜੀਟੇਰੀਅਨ ਉਹ B12 ਦੇ ਡੈਫੀਸ਼ੀਐਂਸੀ ਦੇ ਸ਼ਿਕਾਰ ਹੁੰਦੇ ਹੀ ਹੁੰਦੇ ਆ। ਸੋ ਉਹਨਾਂ ਲੋਕਾਂ ਨੂੰ ਵੀ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਉਹਨਾਂ ਦਾ ਨਰਵਸ ਸਿਸਟਮ ਫਿਰ ਕੰਟਰੋਲ 'ਚ ਨਹੀਂ ਰਹਿੰਦਾ, ਉਹਨਾਂ ਨੂੰ ਵੀ ਫਿਰ ਇਹ ਇਸ਼ੂਜ਼ ਆਉਂਦੇ ਆ। ਸੋ ਧਿਆਨ ਰੱਖਣਾ ਜ਼ਰੂਰੀ ਹੈ ਕਿ ਤੁਸੀਂ ਡੈਫੀਸ਼ੀਐਂਸੀ ਦੇ ਵਿੱਚ ਤਾਂ ਨਹੀਂ ਕਵਰ ਹੈਗੇ, ਤੁਸੀਂ ਕਿਤੇ ਉਲਝੇ ਹੋਏ ਇਸ ਕਰਕੇ ਤਾਂ ਨਹੀਂ ਤੁਹਾਡਾ weight gain ਹੋ ਰਿਹਾ, ਜਾਂ ਕੁਛ ਤੁਹਾਡੀ ਨੀਂਦ ਤਾਂ ਨਹੀਂ ਡਿਸਟਰਬ ਹੈਗੀ, ਜਾਂ ਕਿਸੇ ਤੁਸੀਂ ਸਟ੍ਰੈਸ ਦੇ ਵਿੱਚ ਤਾਂ ਨਹੀਂ ਹੈਗੇ, ਜਾਂ ਕੋਈ ਮੈਡੀਸਨ ਤਾਂ ਨਹੀਂ ਇੱਦਾਂ ਦੀ ਲੈ ਰਹੇ। ਤਾਂ ਬਹੁਤ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਜਿਸ ਕਰਕੇ ਤੁਹਾਡਾ weight ਜਿਹੜਾ ਲਾਸ ਨਹੀਂ ਹੋ ਰਿਹਾ ਜਾਂ weight gain ਨਹੀਂ ਹੋ ਰਿਹਾ। ਸੋ ਡੈਫੀਸ਼ੀਐਂਸੀ ਦੇ ਵੱਲ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ, ਆਪਣਾ ਚੈੱਕਅਪ ਕਰਵਾਉਂਦੇ ਰਹਿਣਾ ਚਾਹੀਦਾ। ਹੁਣ ਦੇ ਟਾਈਮ 'ਚ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਵਿਟਾਮਿਨ ਡੀ ਦੀ ਬਹੁਤ ਜ਼ਿਆਦਾ ਕਮੀ ਲੋਕਾਂ 'ਚ ਪਾਈ ਜਾਂਦੀ ਹੈ, ਇੱਕ ਸਰਟਨ ਏਜ ਤੋਂ ਬਾਅਦ ਸਾਨੂੰ ਰਿਕਮੈਂਡੇਸ਼ਨ ਇਸ ਚੀਜ਼ ਦੀ ਕੀਤੀ ਜਾਂਦੀ ਹੈ ਕਿ ਤੁਸੀਂ ਵਿਟਾਮਿਨਸ ਲਓ ਜਾਂ ਵਿਟਾਮਿਨ ਡੀ ਤੁਹਾਡੀ ਇਸ ਏਜ ਤੋਂ ਬਾਅਦ ਜ਼ਰੂਰੀ ਹੈ। ਪਰ ਸਾਲ ਕੁ ਪਹਿਲਾਂ ਮੈਂ ਇੱਕ ਵੀਡੀਓ ਦੇਖ ਰਹੀ ਸੀ ਜਿਹਦੇ ਵਿੱਚ ਇਹ ਦੱਸਿਆ ਜਾ ਰਿਹਾ ਸੀ ਕਿ ਇਹ ਸਾਰਾ ਕੁਝ ਇੱਕ ਮੈਡੀਕਲ ਪ੍ਰੋਫੈਸ਼ਨਲ ਨਾਲ ਜੁੜੇ ਹੋਏ ਜਿਹੜੇ ਲੋਕ ਉਹਨਾਂ ਵੱਲੋਂ ਕ੍ਰੀਏਟ ਕੀਤੀ ਹੋਈ ਚੀਜ਼ ਹੈ ਕਿ ਮਿਲੀਅਨਸ ਦੇ ਵਿੱਚ ਇਹ ਟੈਬਲੇਟਸ ਨੇ ਜਿਹੜੀਆਂ ਲੋਕ ਕੰਜ਼ਿਊਮ ਕਰ ਰਹੇ ਨੇ, ਹੈ ਨਾ, ਜਦ ਕਿ ਜ਼ਰੂਰੀ ਹੈ ਯੂਰਪੀਅਨ ਕੰਟਰੀਜ਼ ਲਈ ਵੀ ਜਿੱਥੇ ਲੋਕ ਧੁੱਪ 'ਚ ਨਹੀਂ ਬੈਠਦੇ। ਹਾਂ, ਸਾਡੇ ਲੋਕਾਂ ਦੀ ਵੀ ਇਹ ਪ੍ਰੋਬਲਮ ਹੈਗੀ ਹੈ ਕਿ ਅਸੀਂ ਜ਼ਿਆਦਾ ਇਨਡੋਰ ਜਿਹੜਾ ਵਰਕ ਹੁਣ ਕਰਦੇ ਹਾਂ ਤਾਂ ਉਹਦੇ ਨਾਲ ਸਾਨੂੰ ਵੀ ਪ੍ਰੋਬਲਮ ਹੋ ਰਹੀ ਹੈ। ਪਰ ਫਿਰ ਵੀ ਲੋਕਾਂ ਦਾ ਕਹਿਣਾ ਕਿ ਇੰਡੀਅਨਸ ਨੂੰ ਇਹਨਾਂ ਚੀਜ਼ਾਂ ਦੀ ਕਮੀ ਨਹੀਂ ਹੈਗੀ, ਉਹ ਸਿਰਫ ਇੱਕ ਭੁਲੇਖੇ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਕੰਜ਼ਿਊਮ ਕਰ ਰਹੇ ਨੇ। ਇਹ ਚੀਜ਼ ਬਾਰੇ ਤੁਸੀਂ ਕੀ ਕਹਿੰਦੇ ਹੋ? ਸੋ ਜੋ ਤੁਸੀਂ ਕਹਿ ਰਹੇ ਹੋ ਕਿ ਬਾਹਰ ਲੋਕ ਜਿਹੜੇ ਹੈਗੇ ਆ ਉਹ ਉਹਨਾਂ ਦੇ ਲਈ ਬਣਿਆ ਵਿਟਾਮਿਨ ਡੀ, ਤਾਂ ਮੈਮ ਇਹ ਜ਼ਰੂਰੀ ਨਹੀਂ ਹੈਗਾ ਕਿ ਉਹਨਾਂ ਲਈ ਬਣਿਆ। ਹੁਣ ਅੱਜ ਕੱਲ੍ਹ ਸਾਡੀ ਵੀ ਜ਼ਰੂਰਤ ਪੈ ਗਈ ਹੈ ਕਿਉਂਕਿ ਇਹ ਸਾਡਾ ਲਾਈਫ ਸਟਾਈਲ ਇੱਦਾਂ ਦਾ ਹੋ ਗਿਆ ਕਿ ਅਸੀਂ ਲੋਕ ਬਾਹਰ ਨਿਕਲਦੇ ਨਹੀਂ ਹੈਗੇ, ਧੁੱਪ 'ਚ ਬੈਠਦੇ ਨਹੀਂ ਹੈਗੇ, ਉਹ ਟਾਈਮ ਨਹੀਂ ਸਪੈਂਡ ਕਰਦੇ ਕਿ ਆਪਣੀ ਫੈਮਿਲੀ ਨਾਲ। ਸਾਡੇ ਕਿਉਂਕਿ ਵਰਕਿੰਗ ਵੂਮਨਸ ਨੇ ਮੋਸਟਲੀ, ਹੈ ਨਾ, ਸਭ ਲੋਕ ਘਰਾਂ ਤੋਂ ਨਿਕਲਦੇ ਨਹੀਂ ਹੈਗੇ ਬਾਹਰ, ਤਾਂ ਧੁੱਪ ਮਿਲਦੀ ਨਹੀਂ ਹੈਗੀ, ਸਨਬਾਥ ਹੁਣ ਲੈਂਦੇ ਨਹੀਂ ਹੈ, ਜਿਸ ਕਰਕੇ ਸਾਨੂੰ ਇਹ ਡੈਫੀਸ਼ੀਐਂਸੀਜ਼ ਹੋ ਰਹੀਆਂ। ਔਰ ਇਹ ਜ਼ਰੂਰੀ ਨਹੀਂ ਹੈ ਕਿ ਇੰਡੀਅਨ ਜਾਂ ਫੋਰਨਰ ਜਿਹੜੇ ਲੋਕਾਂ ਲਈ ਆਪਾਂ ਕਹਾਂਗੇ ਕਿ ਉਹਨਾਂ ਨੂੰ ਜ਼ਰੂਰੀ ਹੈ, ਕਿਉਂਕਿ ਉੱਥੇ ਦਾ 3-4 ਮੰਥ ਲਈ ਨਿਕਲਦਾ ਸਾਨੂੰ 7 to 8 ਮੰਥ ਮਿਲਦਾ ਹੈ, 8 to 9 ਮੰਥ ਵੀ ਹੁਣ ਕਈ ਵਾਰ ਮਿਲਦਾ ਹੈ ਨਾ ਫਿਰ ਵੀ ਅਸੀਂ ਨਹੀਂ ਲੋਕ ਯੂਜ਼ ਕਰਦੇ। ਸੋ ਇਹ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਬਾਹਰ ਰਹਿ ਰਹੇ ਹੋ ਤਾਂ ਹੀ ਤੁਹਾਨੂੰ ਜ਼ਰੂਰਤ ਹੈ ਸਪਲੀਮੈਂਟ ਦੀ ਜਾਂ ਫਿਰ ਟੈਬਲੇਟਸ ਦੀ। ਸਾਨੂੰ ਇੰਡੀਅਨਸ ਨੂੰ ਵੀ ਅੱਜ ਕੱਲ੍ਹ ਬਹੁਤ ਜ਼ਰੂਰਤ ਪੈ ਰਹੀ ਹੈ ਕਿਉਂਕਿ 90% ਪੇਸ਼ੈਂਟ ਜਿਹੜੇ ਮੇਰੇ ਕੋਲ ਵੀ ਆ ਰਹੇ ਮੈਮ ਉਹ ਵੀ ਡੈਫੀਸ਼ੀਐਂਟ ਨੇ, ਸਾਰੇ ਡੈਫੀਸ਼ੀਐਂਟਸ ਲੇਡੀਜ਼, ਸਪੈਸ਼ਲੀ ਲੇਡੀਜ਼ ਡੈਫੀਸ਼ੀਐਂਟ ਨੇ ਕਿਉਂਕਿ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਕਿ ਉਹ ਫੈਮਿਲੀ ਤੋਂ ਫ੍ਰੀ ਹੋ ਕੇ ਜਾਂ ਬਾਹਰ ਬੈਠ ਸਕਣ ਜਾਂ ਧੁੱਪ 'ਚ ਬੈਠਣ, ਜਾਂ ਅਗਰ ਕੋਈ ਬੈਠਦਾ ਵੀ ਹੈ ਤਾਂ ਕੱਪੜੇ ਪੂਰੇ ਪਾ ਕੇ, ਹੈ ਨਾ, ਬਾਜੂ ਕਵਰ ਕਰਕੇ ਬੈਠਦਾ ਜਾਂ ਕੋਈ ਕੰਮ ਕਰ ਰਿਹਾ ਹੁੰਦਾ ਤਾਂ ਉਹਨਾਂ ਨੂੰ ਪਤਾ ਵੀ ਨਹੀਂ ਹੈ ਕਿ ਧੁੱਪ ਲੈਣੀ ਕਿਵੇਂ ਹੈ ਨਾ। ਪਹਿਲਾਂ ਲੋਕ ਕੰਮ ਕਰਕੇ ਵਿਹਲੇ ਹੁੰਦੇ ਸੀ ਜਾਂ ਬਾਹਰ ਬੈਠਦੇ ਸੀ ਜਾਂ ਫੇਸ ਉਹਨਾਂ ਦਾ, ਹੈ ਨਾ, ਕਵਰ ਨਹੀਂ ਹੁੰਦਾ ਸੀ ਤਾਂ ਉਸ ਤਰੀਕੇ ਨਾਲ ਉਹਨੂੰ ਧੁੱਪ ਮਿਲਦੀ ਸੀ। ਹੁਣ ਅਗਰ ਤੁਹਾਡਾ ਕਵਰ ਨਹੀਂ ਹੈਗਾ, ਤੁਸੀਂ ਕਵਰ ਕਰਕੇ ਬੈਠ ਜਾਂਦੇ ਹੋ, ਸਨਸਕ੍ਰੀਨ ਅਪਲਾਈ ਕਰ ਲੈਂਦੇ ਹੋ, ਲੋਸ਼ਨ ਅਪਲਾਈ ਕਰ ਲੈਂਦੇ ਹੋ, ਤਾਂ ਜੋ ਅਗਰ ਤੁਸੀਂ ਕੁਝ ਵੀ ਅਪਲਾਈ ਕੀਤਾ ਸਕਿਨ 'ਤੇ ਤਾਂ ਵੀ ਤੁਹਾਨੂੰ ਵਿਟਾਮਿਨ ਡੀ ਨਹੀਂ ਮਿਲਦਾ। ਹਾਂਜੀ, ਕਿਉਂਕਿ ਉਹਨੂੰ ਅੰਦਰ ਜਾਣ ਲਈ, ਪੈਨੀਟ੍ਰੇਟ ਹੋਣ ਲਈ ਸਪੇਸ ਕਲੀਨ ਚਾਹੀਦੀ ਹੈ, ਆਪਣੀ ਸਕਿਨ ਕਲੀਨ ਚਾਹੀਦੀ ਹੈ। ਅਗਰ ਤੁਸੀਂ ਕੁਝ ਅਪਲਾਈ ਕੀਤਾ ਹੋਏਗਾ ਉੱਪਰ ਫਿਰ ਤੁਹਾਡਾ ਫਾਇਦਾ ਨਹੀਂ ਹੈ ਧੁੱਪ 'ਚ ਬੈਠਣ ਦਾ ਵੀ। ਸੋ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਕਿਸ ਤਰੀਕੇ ਨਾਲ ਧੁੱਪ ਲੈ ਰਹੇ ਹੋ, ਕਿਸ ਟਾਈਮ 'ਤੇ ਲੈ ਰਹੇ ਹੋ, ਕਿੰਨੇ ਟਾਈਮ ਦੇ ਲਈ ਲੈ ਰਹੇ ਹੋ, ਇਹ ਸਭ ਚੀਜ਼ਾਂ ਧਿਆਨ ਵਿੱਚ ਰੱਖਣੀਆਂ ਜ਼ਰੂਰੀ ਹੈ। ਜਿਵੇਂ ਤੁਸੀਂ ਕਿਹਾ ਕਿ ਜਦੋਂ ਆਪਾਂ ਕੋਈ ਲੋਸ਼ਨ ਵੀ ਅਪਲਾਈ ਕਰਦੇ ਹਾਂ ਤਾਂ ਉਸ ਸਮੇਂ ਵੀ ਸਾਡੀ ਬਾਡੀ ਨੂੰ, ਹੈ ਨਾ, ਵਿਟਾਮਿਨ ਡੀ ਨਹੀਂ ਮਿਲਦਾ ਅਤੇ ਮੋਸਟਲੀ ਅਸੀਂ ਧੁੱਪੇ ਵੀ ਬੈਠਦੇ ਹਾਂ ਤਾਂ ਅਸੀਂ ਮਤਲਬ ਪੂਰੇ ਬਾਡੀ ਨੂੰ ਕਵਰ ਕੀਤਾ ਹੁੰਦਾ ਕਿਉਂਕਿ ਉਹੀ ਚੀਜ਼ ਹੈ ਕਿ ਅਸੀਂ ਕਹਿੰਦੇ ਹਾਂ ਸਨ ਬਰਨ ਹੋ ਜਾਂਦਾ ਫਿਰ, ਹੈ ਨਾ। ਇਸ ਚੀਜ਼ ਨਾਲ ਵੀ ਫਰਕ ਪੈਂਦਾ ਹੈ ਕਿ ਤੁਹਾਡੀ ਬਾਡੀ ਨੂੰ ਤੁਸੀਂ ਕਵਰ ਕਰਕੇ ਵੀ ਬੈਠੇ ਹੋ ਤਦ ਵੀ ਤੁਹਾਨੂੰ ਵਿਟਾਮਿਨ ਡੀ। ਬਿਲਕੁਲ ਮੈਮ, ਔਰ ਮੈਮ ਕਲਰ ਦਾ ਵੀ ਬਹੁਤ ਮੈਟਰ ਕਰਦਾ। ਅਗਰ ਤੁਹਾਡਾ ਕੰਪਲੈਕਸ਼ਨ ਡਾਰਕ ਹੈ ਫਿਰ ਤੁਹਾਨੂੰ ਜ਼ਿਆਦਾ ਟਾਈਮ ਬੈਠਣਾ ਚਾਹੀਦਾ, ਫਿਰ ਤੁਹਾਨੂੰ 15 to 20 ਮਿੰਟ ਬੈਠਣਾ ਚਾਹੀਦਾ। ਅਗਰ ਤੁਹਾਡਾ ਨੋਰਮਲ ਕੰਪਲੈਕਸ਼ਨ ਹੈ ਨਾ ਫਿਰ ਤੁਹਾਨੂੰ 10 ਤੋਂ 15 ਮਿੰਟ ਇਜ਼ ਇਨਫ, ਹੈ ਨਾ। ਬਟ ਤੁਹਾਡੀ ਜਿਹੜੀ ਸਕਿਨ ਹੈਗੀ ਉਹ ਐਕਸਪੋਜ਼ ਹੋਣੀ ਜ਼ਰੂਰੀ ਹੈ, ਚਾਹੇ ਤੁਹਾਡੀ ਬਾਜੂ ਏਰੀਆ, ਚਾਹੇ ਤੁਹਾਡੇ ਪੈਰ ਹੈ, ਚਾਹੇ ਤੁਹਾਡੀ ਲੈਗਸ ਨੇ, ਹੈ ਨਾ, ਕਿਉਂਕਿ ਸਾਡੀ ਇੰਡੀਅਨ ਕਲਚਰ ਤੁਹਾਡਾ ਹੈਗਾ ਵੀ ਸਾਨੂੰ ਨਹੀਂ ਅਲਾਉ ਕਰਦਾ ਇੱਦਾਂ ਵੀ ਅਸੀਂ, ਹੈ ਨਾ, ਉਸ ਤਰੀਕੇ ਨਾਲ ਅਸੀਂ ਐਕਸਪੋਜ਼ ਕਰ ਸਕੇ। ਲੇਕਿਨ ਯੈਸ, ਤੁਸੀਂ ਆਪਣੀਆਂ ਲੈਗਸ ਨੂੰ, ਆਪਣੇ ਆਰਮਸ ਨੂੰ, ਆਪਣੇ ਹੈਂਡ ਨੂੰ, ਆਪਣੀ ਸਕਿਨ ਨੂੰ, ਆਪਣੇ ਫੇਸ ਨੂੰ ਤੁਸੀਂ ਐਕਸਪੋਜ਼ ਕਰ ਸਕਦੇ ਹੋ ਸੋ ਦੈਟ ਜਿਹੜਾ ਹੈਗਾ ਜਿਹੜੀਆਂ ਰੇਜ਼ ਨੇ ਉਹ ਪੈਨੀਟ੍ਰੇਟ ਹੋ ਸਕਣ ਔਰ ਵਿਟਾਮਿਨ ਡੀ ਦੀ ਪ੍ਰੋਡਕਸ਼ਨ ਹੋ ਸਕੇ। ਔਰ ਇਸ ਨਾਲ ਮੈਮ ਇੱਕ ਚੀਜ਼ ਹੋਰ ਮੈਟਰ ਕਰਦੀ ਹੈ, ਜਿਵੇਂ ਅਰਬਨ ਏਰੀਆ ਦੇ ਵਿੱਚ ਜਿਹੜੇ ਲੋਕ ਡਾਈਟਿੰਗ ਕਰਦੇ ਉਹ ਮੱਖਣ ਘੀ ਦਾ ਕੰਜ਼ਿਊਮ ਨਹੀਂ ਕਰਦੇ, ਹੈ ਨਾ। ਅਗਰ ਉਹ ਕਰਦੇ ਆ ਤਾਂ ਰਿਫਾਈਨਡ ਆਇਲ ਜਾਂ ਫਿਰ ਜਿਹੜੇ ਹੈਗੇ ਆ ਕੈਨੋਲਾ, ਕੋਲਡ ਪ੍ਰੈਸਡ ਆਇਲ ਜਿਹੜੇ ਹੈਗੇ, ਕਾਫੀ ਸਾਰੇ ਆਇਲ ਜਿਹੜੇ ਮਾਰਕੀਟ ਦੇ ਵਿੱਚ ਚੱਲ ਰਹੇ ਆ ਜਾਂ ਟ੍ਰੈਂਡ ਦੇ ਵਿੱਚ ਹਲੇ ਓਲੀਵ ਆਇਲ ਦਾ ਟ੍ਰੈਂਡ, ਹੈ ਨਾ, ਇਹ ਯੂਜ਼ ਕਰਦੇ ਆ।
ਤਾਂ ਜਿਹੜਾ ਟ੍ਰੈਡੀਸ਼ਨਲ ਫੈਟ ਹੈਗਾ ਅਗਰ ਉਹ ਤੁਹਾਡੀ ਡਾਈਟ ਦੇ ਵਿੱਚ ਨਹੀਂ ਹੈ ਤਾਂ ਵੀ ਤੁਹਾਨੂੰ ਵਿਟਾਮਿਨ ਡੀ ਨਹੀਂ ਮਿਲੇਗਾ, ਕਿਉਂਕਿ ਵਿਟਾਮਿਨ ਡੀ ਜਿਹੜਾ ਹੈਗਾ ਫੈਟ ਸੋਲਿਊਬਲ ਵਿਟਾਮਿਨ ਹੈ। ਜੇ ਤੁਸੀਂ ਫੈਟ ਨਹੀਂ ਕੰਜ਼ਿਊਮ ਕਰੋਗੇ ਤਾਂ ਵੀ ਉਹਦੀ ਅਬਜ਼ੌਰਪਸ਼ਨ ਨਹੀਂ ਹੋਊਗੀ। ਸੋ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਕਿ ਤੁਸੀਂ, ਕਈ ਲੋਕ ਕਹਿੰਦੇ ਇਸ ਤਰ੍ਹਾਂ ਰੋਜ਼ ਦੀ ਅਸੀਂ ਹਫਤੇ 'ਚ ਇੱਕ ਸੈਸ਼ੇ ਖਾ ਰਹੇ ਹਾਂ ਜਾਂ ਟੈਬਲੇਟ ਲੈ ਰਹੇ ਹਾਂ, ਮੈਂ ਸ਼ਾਰਟ ਪੀ ਰਿਹਾ ਵਿਟਾਮਿਨ ਡੀ ਦੇ, ਬਟ ਤੁਹਾਡੀ ਅਗਰ ਡਾਈਟ ਦੇ ਵਿੱਚ ਫੈਟ ਨਹੀਂ ਹੈਗੀ ਪ੍ਰੋਪਰ ਤਾਂ ਵੀ ਉਹਦੀ ਅਬਜ਼ੌਰਪਸ਼ਨ ਨਹੀਂ ਹੋਏਗੀ, ਤਾਂ ਵੀ ਤੁਹਾਡਾ ਉਹ ਯੂਜ਼ਲੈਸ ਹੋ ਜਾਂਦਾ ਹੈ। ਸੋ ਤੁਹਾਨੂੰ ਲੋਕ ਡਾਕਟਰ ਗਾਈਡ ਵੀ ਕਰਦੇ ਆ ਕਿ ਵਿਟਾਮਿਨ ਡੀ ਲੈ ਲਓ, ਲਿਖ ਕੇ ਦੇ ਦਿੰਦੇ ਆ, ਬਟ ਬਿਲਕੁਲ ਵੀ ਗਾਈਡ ਨਹੀਂ ਕਰਦੇ। ਪੇਸ਼ੈਂਟ ਜਿਹੜੇ ਆਉਂਦੇ ਸਾਨੂੰ ਦੱਸਦੇ ਆ ਕਿ ਮੈਮ ਸਾਨੂੰ ਦੱਸਿਆ ਹੀ ਨਹੀਂ ਉਹਨਾਂ ਨੇ ਵੀ ਕਿਸ ਟਾਈਮ ਲੈਣਾ, ਕਿਉਂ ਲੈਣਾ, ਕਿਸ ਤਰੀਕੇ ਨਾਲ ਲੈਣਾ, ਔਰ ਇਸ ਦੇ ਨਾਲ ਕੀ ਪ੍ਰੀਕਾਸ਼ਨਸ ਹੋਣੇ ਜ਼ਰੂਰੀ ਹੈਗੇ ਆ। ਵਿਟਾਮਿਨ ਡੀ ਨੂੰ ਤੁਸੀਂ ਫੈਟ ਦੇ ਨਾਲ ਲੈਣਾ ਜ਼ਰੂਰੀ ਹੈਗਾ, ਕੈਲਸ਼ੀਅਮ ਦੇ ਨਾਲ ਲੈਣਾ ਜ਼ਰੂਰੀ ਹੈ। ਉਸ ਤੋਂ ਬਾਅਦ ਤੁਹਾਡੀ ਹਾਫ ਐਨ ਆਰ ਦੀ ਐਕਟੀਵਿਟੀ ਬਹੁਤ ਜ਼ਰੂਰੀ ਹੈ। ਅੱਛਾ ਜੀ, ਹਾਫ ਐਨ ਆਰ ਤੁਹਾਨੂੰ ਐਕਟਿਵ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਲੇਟੋ ਨਾ, ਬੈਠੋ ਨਾ, ਹੈ ਨਾ, ਕੁਝ ਨਾ ਕੋਈ ਐਕਟੀਵਿਟੀ ਕਰਦੇ ਰਹੋ ਸੋ ਦੈਟ ਤੁਹਾਡੀ ਜਿਹੜੀ ਅਬਜ਼ੌਰਪਸ਼ਨ ਹੈ ਹੋਰ ਅੱਛੀ ਤਰੀਕੇ ਨਾਲ ਹੋ ਸਕੇ। ਔਰ ਮੋਸਟਲੀ ਜਦੋਂ ਡਾਕਟਰ ਤੁਹਾਨੂੰ ਇਸ ਚੀਜ਼ ਨੂੰ ਰਿਕਮੈਂਡ ਕਰਦੇ ਆ ਤਾਂ ਤੁਸੀਂ ਉਹ ਪਾਊਚ ਰਾਤ ਨੂੰ ਪੀ ਕੇ ਤੇ ਸੌਂ ਜਾਂਦੇ ਹੋ। ਜੀ ਜੀ, ਹਾਂਜੀ, ਜਿਹੜਾ ਕਿ ਮੈਂ ਖੁਦ ਵੀ ਕਰਦੀ ਰਹੀ ਹਾਂ, ਮੈਂ 1 ਸਾਲ ਇਸ ਚੀਜ਼ ਮਤਲਬ ਪਾਊਚ ਨੂੰ ਇਦਾਂ ਕੰਜ਼ਿਊਮ ਕਰਦੀ ਰਹੀ ਹਾਂ ਵਿਟਾਮਿਨ ਡੀ। ਮੈਮ ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਕਿ ਅਸੀਂ ਜਦੋਂ ਛੋਟੇ ਬੱਚਿਆਂ ਨੂੰ ਡੱਬਾਬੰਦ ਲਿਆ ਕੇ ਦਿੰਦੇ ਹਾਂ ਫੂਡ ਜਾਂ ਬਹੁਤ ਸਾਰੇ ਸਨੈਕਸ ਅਸੀਂ ਇੱਦਾਂ ਦੇ ਪੈਕੇਟ ਵਾਲੇ ਯੂਜ਼ ਕਰਦੇ ਹਾਂ ਤਾਂ ਕੈਂਸਰ ਆ ਜਿਹੜਾ ਉਹ ਇੱਕ ਮੇਜਰ ਪ੍ਰੋਬਲਮ ਬਣ ਗਈ, ਕਿਤੇ ਨਾ ਕਿਤੇ ਰੀਜ਼ਨ ਇਹੀ ਚੀਜ਼ਾਂ ਨੇ, ਹੈ ਨਾ। ਇੱਕ ਕਲਚਰ ਪਿੱਛੇ ਜੇ ਚੱਲਿਆ ਕਿ ਵੀਟ ਗ੍ਰਾਸ ਨਾਲ ਤੁਸੀਂ ਆਪਣੀਆਂ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਉਹਨਾਂ ਦਾ ਬਚਾਅ ਕਰ ਸਕਦੇ ਹੋ। ਕਿ ਕੈਂਸਰ ਵਰਗਾ ਵੀ ਜਿਹੜਾ ਇੱਕ ਰੋਗ ਆ ਉਹਨੂੰ ਵੀ ਤੁਸੀਂ ਆਪਣੀ ਖੁਰਾਕ ਨਾਲ ਕਿਉਰ ਕਰ ਸਕਦੇ ਹੋ, ਕਿ ਉਹਦੇ ਤੋਂ ਤੁਹਾਡਾ ਖੁਰਾਕ ਨਾਲ ਬਚਾਅ ਹੋ ਸਕਦਾ, ਕਿਉਂਕਿ ਆਪਾਂ ਸ਼ੁਰੂ ਤੋਂ ਸੁਣਦੇ ਆਏ ਹਾਂ, ਕਹਿੰਦੇ ਹੁੰਦੇ ਨੇ ਕਿ ਇਲਾਜ ਨਾਲੋਂ ਪਰਹੇਜ਼ ਆ ਜਿਹੜਾ ਉਹ ਜ਼ਿਆਦਾ ਜ਼ਰੂਰੀ ਹੈ, ਹੈ ਨਾ। ਬਹੁਤ ਵੱਡੀਆਂ ਬਿਮਾਰੀਆਂ ਨੇ ਜਿਹੜੀਆਂ ਉਹ ਵੀ ਤੁਹਾਡੀ ਇੱਕ ਚੰਗੀ ਖੁਰਾਕ ਨਾਲ ਤੁਸੀਂ ਉਹਨਾਂ ਤੋਂ ਨਿਜਾਤ ਪਾ ਸਕਦੇ ਹੋ। ਬਿਲਕੁਲ ਮੈਮ, ਮੈਂ ਖੁਦ ਵੀ ਇਸ ਚੀਜ਼ ਵਿੱਚ ਸਫਰ ਕਰ ਰਹੀ ਸੀਗੀ, ਹੁਣ ਵੀ ਪ੍ਰੈਜ਼ੈਂਟਲੀ ਮੈਂ ਕਰ ਰਹੀ ਹਾਂ। ਮੇਰੇ ਫਾਦਰ ਇਨ ਲਾਅ ਵੀ ਕੈਂਸਰ ਦੇ, ਹੈ ਨਾ, ਉਹਨਾਂ ਨੂੰ ਵੀ ਵੋਕਲ ਕਾਰਡ ਦਾ ਸੀ ਹੈ, ਉਹ ਵੀ ਡਿਟੈਕਟ ਹੋਇਆ ਸੀ, ਉਹਨਾਂ ਦਾ ਵੀ ਸੰਗਰੂਰ ਤੋਂ ਟ੍ਰੀਟਮੈਂਟ ਹੋਇਆ। ਤਾਂ ਸਾਡੀ ਫੈਮਿਲੀ ਦੇ ਵਿੱਚ ਹਿਸਟਰੀ ਵੀ ਹੈਗੀ ਹੈ, ਹੈ ਨਾ। ਸੋ ਜੋ ਮੈਮ ਕਹਿੰਦੇ ਲੈਟ ਫੂਡ ਬੀ ਦਾ ਮੈਡੀਸਨ ਐਂਡ ਮੈਡੀਸਨ ਬੀ ਦਾ ਫੂਡ, ਹੈ ਨਾ। ਤਾਂ ਜਿਹੜੀ ਅਗਰ ਤੁਸੀਂ ਫੂਡ ਨੂੰ ਹੀ ਐਜ਼ ਅ ਮੈਡੀਸਨ ਅਗਰ ਯੂਜ਼ ਕਰਨੀ ਸ਼ੁਰੂ ਕਰ ਦਿਓ ਤਾਂ ਤੁਹਾਨੂੰ ਕਿਸੇ ਮੈਡੀਸਨ ਦੀ ਜ਼ਰੂਰਤ ਪਹਿਲੀ ਗੱਲ ਪੈਂਦੀ ਨਹੀਂ ਹੈਗੀ। ਫਿਰ ਵੀ ਅਗਰ ਤੁਸੀਂ ਇਹਨਾਂ ਬਿਮਾਰੀਆਂ ਦੇ ਵਿੱਚ ਫਸ ਜਾਂਦੇ ਹੋ ਤਾਂ ਤੁਹਾਡੇ ਲਈ ਡਾਈਟ ਉਸ ਦੇ ਅਕੋਰਡਿੰਗ, ਕੰਡੀਸ਼ਨ ਦੇ ਅਕੋਰਡਿੰਗ, ਜੇ ਤੁਸੀਂ ਕਿਸੇ ਵੀ ਬਿਮਾਰੀ ਦੇ ਹੋ, ਤੁਸੀਂ ਡਾਇਬਟਿਕ ਹੋ, ਤੁਸੀਂ ਹਾਰਟ ਪੇਸ਼ੈਂਟ ਹੋ, ਤੁਸੀਂ ਕੈਂਸਰ ਪੇਸ਼ੈਂਟ ਹੋ, ਤੁਹਾਨੂੰ ਕਿਸ ਚੀਜ਼ ਦਾ ਪ੍ਰੋਬਲਮ ਆ ਰਹੀ ਹੈ ਉਸ ਦੇ ਅਕੋਰਡਿੰਗ ਅਗਰ ਤੁਸੀਂ ਡਾਈਟ ਲੈਂਦੇ ਹੋ ਕਿਸੇ ਅੱਛੇ ਪਰਸਨ ਤੋਂ, ਤੁਹਾਨੂੰ ਕਿਸੇ ਅੱਛੇ ਡਾਕਟਰ ਤੋਂ ਤੁਸੀਂ ਗਾਈਡੈਂਸ ਦੇ ਨਾਲ ਲੈਂਦੇ ਹੋ ਤਾਂ ਤੁਸੀਂ ਆਪਣੀ ਪ੍ਰੋਬਲਮ ਨੂੰ 100% ਕਿਉਰ ਕਰ ਸਕਦੇ ਹੋ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਲਾਈਫ ਟਾਈਮ ਮੈਡੀਸਨ ਖਾ ਕੇ ਤੁਸੀਂ ਰਹੋਗੇ ਜਾਂ ਫਿਰ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਫਸੇ ਹੀ ਰਹੋਗੇ, ਇਹ ਜ਼ਰੂਰੀ ਨਹੀਂ ਹੈ। ਤੁਹਾਡਾ ਲਾਈਫ ਸਟਾਈਲ, ਤੁਹਾਡੀ ਡਾਈਟ, ਇਹ ਦੋਨੋਂ ਚੀਜ਼ਾਂ ਬਹੁਤ ਮੈਟਰ ਕਰਦੀਆਂ। ਸੋ ਆਪਣਾ ਵੇਟ ਅਗਰ ਜ਼ਿਆਦਾ ਪੁੱਟਾ ਹੁੰਦਾ ਤਾਂ ਵੀ ਬਹੁਤ ਸਾਰੀਆਂ ਪ੍ਰੋਬਲਮਸ ਜਿਵੇਂ ਡਾਇਬਟਿਕ ਹੈ ਜਾਂ ਹਾਈਪਰਟੈਂਸ਼ਨ ਹੋ ਜਾਂਦੀ ਹੈ, ਤੁਹਾਡਾ BP ਹਾਈ ਹੋ ਜਾਂਦਾ ਹੈ, ਕੋਲੇਸਟ੍ਰੋਲ ਜ਼ਿਆਦਾ ਹੋ ਜਾਂਦਾ ਹੈ, ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡੀਆਂ ਵੇਟ ਦੇ ਨਾਲ ਹੁੰਦੀਆਂ। ਤਾਂ ਵੇਟ ਸਭ ਤੋਂ ਪਹਿਲਾਂ ਕਿ ਵੇਟ ਮੈਨੇਜਮੈਂਟ ਬਹੁਤ ਜ਼ਰੂਰੀ ਹੈ, ਜਿਸ ਨਾਲ ਤੁਸੀਂ ਐਕਟੀਵਿਟੀ ਵੀ ਕਰਦੇ ਰਹੋ, ਹੈਲਦੀ ਡਾਈਟ ਵੀ ਲੈਂਦੇ ਰਹੋ। ਮੈਮ ਹੁਣ ਜਿੱਦਾਂ ਆਪਾਂ ਸ਼ਹਿਰ 'ਚ ਰਹਿੰਦੇ ਹਾਂ ਨਾ, ਤਾਂ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਇਹ ਕਹਿੰਦੇ ਸੁਣਿਆ ਹੋਏਗਾ ਕਿ ਅਸੀਂ ਮੱਝ ਦਾ ਦੁੱਧ ਨਹੀਂ ਪੀਂਦੇ, ਅਸੀਂ ਗਾਂ ਦਾ ਦੁੱਧ ਜ਼ਿਆਦਾ ਪ੍ਰੈਫਰ ਕਰਦੇ ਹਾਂ, ਕਿਉਂਕਿ ਫਿਰ ਕਿਤੇ ਨਾ ਕਿਤੇ ਮੁੱਦਾ ਫੈਟ ਨਾਲ ਜੁੜ ਜਾਂਦਾ ਹੈ ਨਾ। ਪਰ ਜਦੋਂ ਕਿਸੇ ਐਕਸਪਰਟ ਪਰਸਨ ਨਾਲ, ਜਿਵੇਂ ਮੈਂ ਕਿਸੇ ਪਲੇਅਰ ਨੇ ਉਹਨਾਂ ਨਾਲ ਗੱਲ ਕਰ ਰਹੀ ਸੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਮੱਝ ਦਾ ਦੁੱਧ ਜ਼ਿਆਦਾ ਪ੍ਰੈਫਰ ਕਰਦੇ ਹਾਂ, ਕਿਉਂਕਿ ਗਾਵਾਂ ਨੂੰ ਬਹੁਤ ਜ਼ਿਆਦਾ ਮੈਡੀਸਨ ਆ ਜਿਹੜੀ ਮੱਝਾਂ ਦੇ ਮੁਕਾਬਲੇ ਜ਼ਿਆਦਾ ਲੱਗਦੀ ਹੈ ਨਾ। ਤਾਂ ਇਸ ਚੀਜ਼ ਬਾਰੇ ਮਤਲਬ ਤੁਹਾਡੇ ਮੁਤਾਬਕ ਦੋਨਾਂ ਵਿੱਚੋਂ ਕੀ ਹੈ ਜਿਹੜਾ ਬੈਸਟ ਹੈ? ਮੈਮ ਦੁੱਧ ਦੋਨੋਂ ਬੈਸਟ ਨੇ ਆਪਣੀ ਆਪਣੀ ਜਗ੍ਹਾ 'ਤੇ, ਡਿਪੈਂਡ ਕਰਦਾ ਕਿ ਤੁਸੀਂ ਕਿਸ ਤਰੀਕੇ ਨਾਲ ਕਿਸ ਐਕਟੀਵਿਟੀ ਵਿੱਚ ਲੈਣਾ ਚਾਹ ਰਹੇ ਹੋ। ਫੋਰ ਐਗਜ਼ਾਮਪਲ ਅਗਰ ਆਪਾਂ ਗੱਲ ਕਰੀਏ, ਪਿੱਛੇ ਜੇ ਟ੍ਰੈਂਡ ਚੱਲਿਆ ਸੀ ਕਿ ਉਹਨਾਂ ਨੂੰ ਹਾਰਮੋਨ ਦਿੰਦੇ ਸੀਗੇ, ਇੰਜੈਕਸ਼ਨ ਲਗਾਉਂਦੇ ਸੀ, ਹੈ ਨਾ, ਜਿਸ ਕਰਕੇ, ਜਾਂ ਫਿਰ ਯੂਰੀਆ ਉਹਨਾਂ ਦੀ ਡਾਈਟ ਦੇ ਵਿੱਚ ਐਡ ਕੀਤਾ ਜਾਂਦਾ ਸੀ, ਹੈ ਨਾ। ਸੋ ਜਿਸ ਕਰਕੇ ਉਹਨਾਂ ਦੀ ਪ੍ਰੋਡਕਸ਼ਨ ਆਫ ਮਿਲਕ ਇਨਕਰੀਜ਼ ਕੀਤੀ ਜਾਂਦੀ ਸੀ, ਜਿਸ ਕਰਕੇ ਸਾਨੂੰ ਲੇਡੀਜ਼ ਨੂੰ ਕਾਫੀ ਸਾਰੇ ਹਾਰਮੋਨਲ ਇਸ਼ੂਜ਼ ਆ ਰਹੇ ਸੀਗੇ, ਜਿਸ ਕਰਕੇ ਕਾਫੀ ਲੋਕਾਂ ਨੇ ਦੁੱਧ ਨੂੰ ਪੀਣਾ ਵੀ ਬੰਦ ਕਰ ਦਿੱਤਾ ਸੀ। ਸੋ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਗਾਂ ਦਾ ਦੁੱਧ ਪੀਓ ਜਾਂ ਮੱਝ ਦਾ ਦੁੱਧ ਪੀਓ, ਲੇਕਿਨ ਉਹ ਕਿਹੜਾ ਸੋਰਸ ਹੈ, ਤੁਸੀਂ ਉੱਥੋਂ ਕਿੱਥੋਂ ਲੈ ਰਹੇ ਹੋ, ਉਹ ਤੁਹਾਡਾ ਉਸ 'ਤੇ ਟਰਸਟ ਹੈਗਾ ਕਿ ਨਹੀਂ ਹੈ ਨਾ, ਉਹ ਚੀਜ਼ਾਂ ਡਿਪੈਂਡ ਕਰਦੀਆਂ। ਦੁੱਧ ਦੋਨੋਂ ਆਪਣੀ ਆਪਣੀ ਜਗ੍ਹਾ 'ਤੇ ਠੀਕ ਨੇ। ਗਾਂ ਦਾ ਦੁੱਧ ਜਿਹੜਾ ਹੈਗਾ ਉਹ ਲਾਈਟ ਮੰਨਿਆ ਜਾਂਦਾ ਹੈ, ਜ਼ਿਆਦਾ ਨਿਊਟ੍ਰੀਸ਼ਨਲ, ਡਾਈਜੈਸਟੇਬਲ ਜ਼ਿਆਦਾ ਹੁੰਦਾ, ਈਜ਼ੀਲੀ ਡਾਈਜੈਸਟੇਬਲ ਜਿਸਨੂੰ ਕਹਿੰਦੇ ਆ ਹੋ ਜਾਂਦਾ, ਆਰਾਮ ਨਾਲ ਤੁਸੀਂ ਇਸਨੂੰ ਪਚਾ ਸਕਦੇ ਆ। ਗਾਂ ਜਿਹੜਾ ਔਰ ਮੱਝ ਦਾ ਦੁੱਧ ਹੈ ਉਹ ਜ਼ਿਆਦਾ ਫੈਟ ਕੰਟੈਂਟ ਹੁੰਦਾ ਔਰ ਉਸਨੂੰ ਤੁਹਾਨੂੰ ਪਚਾਉਣ ਦੇ ਵਿੱਚ ਥੋੜ੍ਹੀ ਜਿਹੀ ਐਕਟੀਵਿਟੀ ਲੈਵਲ ਤੁਹਾਡਾ ਜ਼ਿਆਦਾ ਹੋਣਾ ਜ਼ਰੂਰੀ ਹੈ। ਸੋ ਇਹ ਤੁਹਾਡੇ ਦਿਮਾਗ 'ਚ ਰੱਖਣਾ ਜ਼ਰੂਰੀ ਹੈ ਕਿ ਤੁਸੀਂ ਕਿਸ ਐਕਟੀਵਿਟੀ ਲਈ ਲੈ ਰਹੇ ਹੋ ਜਾਂ ਕਿਸ ਤਰੀਕੇ ਨਾਲ ਤੁਸੀਂ ਲੈਣਾ ਚਾਹਦੇ ਹੋ। ਹਾਂਜੀ, ਜਿਵੇਂ ਆਇਲ ਨੂੰ ਲੈ ਕੇ ਵੀ ਬਹੁਤ ਸਾਰੀਆਂ ਕਨਫਿਊਜ਼ਨਸ ਹੁੰਦੀਆਂ ਨੇ, ਹੈ ਨਾ। ਜਿਵੇਂ ਆਪਾਂ ਕਹਿੰਦੇ ਨੇ ਵੀ ਰਿਫਾਈਨਡ ਆਇਲ ਤਾਂ ਹੁਣ ਤਕਰੀਬਨ ਹਰ ਤੀਜੇ ਬੰਦੇ ਨੂੰ ਪਤਾ ਹੈ ਕਿ ਇਹ ਕੰਜ਼ਿਊਮ ਕਰਨਾ ਮਤਲਬ ਇੱਕ ਤਰ੍ਹਾਂ ਨਾਲ ਜ਼ਹਿਰ ਬਰਾਬਰ ਹੀ ਚੀਜ਼ ਆ, ਹੈ ਨਾ। ਅਸੀਂ ਮੁੜ ਕੇ ਫਿਰ ਦੇਸੀ ਘਿਓ ਵੱਲ ਆਪਾਂ ਆ ਗਏ ਹਾਂ, ਜਾਂ
ਜਿੱਦਾਂ ਇਹ ਵੀ ਸਾਰਿਆਂ ਨੂੰ ਪਤਾ ਕਿ ਐਲੂਮੀਨੀਅਮ ਦੇ ਜਿਹੜੇ ਭਾਂਡਿਆਂ 'ਚ ਖਾਣਾ ਬਣਾਇਆ ਹੋ ਉਹ ਵੀ ਜ਼ਹਿਰ ਵਰਗਾ, ਅਸੀਂ ਦੇਸੀ ਤੌਰ ਤਰੀਕਿਆਂ ਨਾਲ ਮੁੜ ਤੋਂ ਖਾਣਾ ਪਕਾਉਣ ਲੱਗ ਗਏ ਹਾਂ, ਹੈ ਨਾ। ਪਰ ਹੁਣ ਇੱਕ ਤਰ੍ਹਾਂ ਦੀ ਮਸ਼ਹੂਰੀ ਹੈ ਕਿ ਨਹੀਂ, ਚਲੋ ਜੇ ਤੁਸੀਂ ਰਿਫਾਈਨਡ ਆਇਲ ਨਹੀਂ ਖਾਂਦੇ ਤਾਂ ਓਲਿਵ ਆਇਲ ਆ ਜਿਹੜਾ ਉਹ ਚੰਗਾ ਹੁੰਦਾ, ਹੈ ਨਾ। ਉਹ ਤੁਸੀਂ ਦੇਸੀ ਘਿਓ ਜੋ ਨਹੀਂ ਖਾਣਾ ਪਸੰਦ ਕਰਦਾ ਤਾਂ ਉਹ ਖਾ ਸਕਦੇ ਹੋ। ਰਿਫਾਈਨਡ ਮਤਲਬ ਤੁਹਾਨੂੰ ਕੀ ਲੱਗਦਾ ਕਿ ਇਹ ਚੀਜ਼ਾਂ ਵੀ ਸਹੀ ਨੇ ਕਿ ਦੇਸੀ ਦਾ ਬਦਲ ਤੁਸੀਂ ਓਲਿਵ ਆਇਲ 'ਚ ਲੱਭ ਸਕਦੇ ਹੋ? ਨਹੀਂ ਮੈਮ, ਦੇਖੋ ਦੇਸੀ ਘਿਓ ਜਿਹੜਾ ਹੈਗਾ ਨਾ, ਸਿਰਫ ਇੱਕੋ ਹੀ ਆਇਲ ਇੱਦਾਂ ਦਾ ਜਿਹੜਾ ਹੈਗਾ ਜਿਹੜਾ ਤੁਸੀਂ ਰੀਯੂਜ਼ ਕਰ ਸਕਦੇ ਹੋ। ਰੀਯੂਜ਼ ਸਮਝਦੇ ਹੋ? ਜੇ ਮੰਨ ਲਓ ਮੈਂ ਉਹਦੇ ਵਿੱਚ ਕੁਝ ਫਰਾਈ ਕਰਕੇ ਰੱਖਿਆ ਹੈ ਤਾਂ ਉਸਨੂੰ ਮੈਂ ਦੁਬਾਰਾ ਯੂਜ਼ ਕਰ ਸਕਦੀ ਹਾਂ। ਉਸ ਤੋਂ ਇਲਾਵਾ ਕੋਈ ਵੀ ਆਇਲ ਇੱਦਾਂ ਦਾ ਨਹੀਂ ਹੈਗਾ ਮਾਰਕੀਟ ਦੇ ਵਿੱਚ ਜਿਹੜਾ ਤੁਸੀਂ ਰੀਯੂਜ਼ ਕਰ ਸਕੋ। ਸੈਕੰਡਲੀ, ਜਿਹੜੇ ਲੋਕ ਅੱਜ ਕੱਲ੍ਹ ਐਡ ਦੇ ਜਿਹੜਾ ਹੈ ਨਾ ਪੈਸੇ ਦੇ ਐਡਵਰਟੀਜ਼ਮੈਂਟਸ ਦੇ ਚੱਕਰ 'ਚ ਆਪਾਂ ਓਲਿਵ ਆਇਲ ਦੇ ਟ੍ਰੈਂਡ ਦੇ ਵਿੱਚ ਪਿੱਛੇ ਪੈ ਰਹੇ ਹਾਂ, ਜੋ ਸਾਡੇ ਇੱਥੇ ਮੈਂ ਕਾਫੀ ਇੰਟਰਵਿਊਜ਼ 'ਚ ਪਹਿਲਾਂ ਵੀ ਕਹਿ ਚੁੱਕੀ ਹਾਂ, ਉਹ ਸਾਡਾ ਮੈਮ ਇੱਥੇ ਬਣਦਾ ਨਹੀਂ, ਸਾਡੇ ਇੱਥੇ ਉਗਦਾ ਨਹੀਂ, ਹੈ ਨਾ ਹੀ ਇੱਥੇ ਕੁਝ ਹੈਗਾ, ਨਾ ਹੀ ਸਾਡੀ ਬੋਡੀ ਉਸ ਦੇ ਅਕੋਰਡਿੰਗ ਬਣੀ ਹੋਈ ਹੈ। ਕਿਉਂਕਿ ਜਿਹੜੀ ਸਾਡੀ ਨੈਚੁਰਲ, ਸਾਡੀ ਇੱਥੇ ਲੋਕਲ ਗਰੋਨ ਚੀਜ਼ਾਂ ਲਈ ਸਾਡੀ ਬੋਡੀ ਬਣੀ ਹੁੰਦੀ ਹੈ, ਅਸੀਂ ਉਸਨੂੰ ਕਹਿੰਦੇ ਨਾ ਪਚਾ ਸਕਦੇ ਹਾਂ, ਹੈ ਨਾ। ਸਰੋਂ ਦਾ ਜੋ ਤੇਲ ਹੈ ਉਹ ਇੱਥੇ ਬਣਦਾ ਹੈ, ਇੱਥੇ ਹੈ ਨਾ ਉਗਦਾ ਹੈ, ਇੱਥੇ ਹੀ ਬਣਦਾ ਹੈ, ਸਸਤਾ ਹੈ, ਚੀਪ ਹੈ। ਸਾਡੀ ਬੋਡੀ ਵੀ ਉਸ ਦੇ ਅਕੋਰਡਿੰਗ ਉਸੇ এনवायरमेंट 'ਚ ਗਰੋ ਹੋਈ ਵੀ, ਉਸੇ এনवायरमेंट 'ਚ ਅਸੀਂ ਜੰਮੇ ਪਲੇ ਹਾਂ, ਇਸ ਲਈ ਅਸੀਂ ਉਸਨੂੰ ਡਾਈਜੈਸਟ ਕਰ ਸਕਦੇ ਹਾਂ। ਲੇਕਿਨ ਫਿਰ ਵੀ ਅਸੀਂ ਵੈਸਟਰਨ ਵੱਲ ਭੱਜ ਰਹੇ ਹਾਂ ਕਿਉਂਕਿ ਐਡਵਰਟੀਜ਼ਮੈਂਟ ਦਾ ਸਾਡੇ ਉੱਪਰ ਇੰਨਾ ਪ੍ਰੈਸ਼ਰ ਹੈ, ਇੰਨਾ ਸਾਰਾ ਸਾਨੂੰ ਇੰਟਰੈਕਟ ਕਰ ਰਹੀਆਂ ਉਹ ਚੀਜ਼ਾਂ ਕਿ ਅਸੀਂ ਉਸ ਦੇ ਵਿੱਚ ਹੋ ਜਾਂਦੇ ਹਾਂ। ਉਹ 1000 ਰੁਪਏ ਲੀਟਰ ਤੱਕ ਸਾਨੂੰ ਮਿਲਦਾ ਹੈ ਔਰ 80 ਤੋਂ 100 ਰੁਪਏ ਲੀਟਰ ਮਿਲਦਾ ਹੈ, ਕਿਉਂਕਿ ਉਹਨਾਂ ਦਾ ਐਡਵਰਟੀਜ਼ਮੈਂਟ ਜਿਹੜਾ ਹੈਗਾ ਉਹ ਬਹੁਤ ਹਾਈ ਲੈਵਲ 'ਤੇ ਹੋ ਰਿਹਾ। ਔਰ ਇਸ ਕਰਕੇ ਅਸੀਂ ਟ੍ਰੈਡੀਸ਼ਨਲ ਚੀਜ਼ਾਂ ਨੂੰ ਛੱਡ ਕੇ ਵੈਸਟਰਨ ਕਲਚਰ ਨੂੰ ਜ਼ਿਆਦਾ ਅਡੈਪਟ ਕਰ ਰਹੇ ਹਾਂ। ਲੇਕਿਨ ਹੁੰਦਾ ਕੀ ਹੈ, ਉਹ ਜਿੰਨਾ ਅਸੀਂ ਅਡੈਪਟ ਕਰਦੇ ਹਾਂ ਉਨਾ ਹੀ ਅਸੀਂ ਬਿਮਾਰੀਆਂ ਦੇ ਵਿੱਚ ਫਸਦੇ ਜਾ ਰਹੇ ਹਾਂ। ਹਾਂਜੀ, ਜਿਵੇਂ ਸ਼ੁਰੂਆਤ ਦੇ ਵਿੱਚ ਜਦੋਂ ਮੈਂ ਤੁਹਾਡੇ ਕੋਲ ਆਈ ਸੀ ਤਾਂ ਤੁਸੀਂ ਹਾਰਮੋਨਲ ਚੇਂਜਸ ਦੇ ਉੱਪਰ ਗੱਲ ਕਰ ਰਹੇ ਸੀਗੇ, ਹੈ ਨਾ। ਬਹੁਤ ਸਾਰੀਆਂ ਔਰਤਾਂ, ਜਿਵੇਂ ਉਹਦੇ ਵਿੱਚ ਮੈਂ ਵੀ ਹੋ ਸਕਦੀ ਹਾਂ, ਮੇਰੇ ਨਾਲ ਕੰਮ ਕਰਨ ਵਾਲੇ ਵੀ, ਅਸੀਂ ਅਕਸਰ ਫੀਲ ਕਰਦੇ ਨੇ ਮੌਸਮ ਦੇ ਵਿੱਚ ਤੁਹਾਨੂੰ ਲੱਗਣ ਲੱਗ ਜਾਂਦਾ ਕਿ ਹੁਣ ਮੇਰਾ ਮਤਲਬ ਮੈਨੂੰ ਬਹੁਤ ਗੁੱਸਾ ਆ ਰਿਹਾ ਇਸ ਮੌਸਮ ਦੇ ਵਿੱਚ, ਜਾਂ ਮੈਨੂੰ ਬਹੁਤ ਜ਼ਿਆਦਾ ਉਦਾਸੀ ਹੋ ਰਹੀ ਆ, ਹੈ ਨਾ। ਸਾਰਾ ਕੁਝ ਚੰਗੇ ਹੁੰਦੇ ਵੀ ਤੁਸੀਂ ਕਈ ਦਿਨ ਉਦਾਸ ਮਹਿਸੂਸ ਕਰਨ ਲੱਗ ਜਾਂਦੇ ਹੋ ਆਪਣੇ ਆਪ ਨੂੰ। ਤੁਹਾਡੇ ਤੋਂ ਆਣ ਕੇ ਮੈਨੂੰ ਪਤਾ ਚੱਲਿਆ ਵੀ ਇਹ ਹਾਰਮੋਨਲ ਚੇਂਜਸ ਨੇ ਜਿਹੜੇ ਉਹਨਾਂ ਨਾਲ ਚੀਜ਼ ਰਿਲੇਟ ਕਰਦੀ ਆ, ਹੈ ਨਾ। ਹਾਂਜੀ, ਬਹੁਤ ਸਾਰੀਆਂ ਕੁੜੀਆਂ ਨੇ ਜਾਂ ਬਹੁਤ ਸਾਰੀਆਂ ਔਰਤਾਂ ਉਹ ਇਹਨਾਂ ਚੀਜ਼ਾਂ ਨੂੰ ਸਫਰ ਕਰਦੀਆਂ ਨੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਉਹ ਕਿੱਦਾਂ ਐਨਾਲਾਈਜ਼ ਕਰ ਸਕਦੀਆਂ ਨੇ ਕਿ ਮੈਂ ਹਾਰਮੋਨਲ ਜਿਹੜਾ ਮੇਰਾ ਚੇਂਜ ਆ ਉਹਦੇ 'ਚੋਂ ਲੰਘ ਰਹੀ ਹਾਂ, ਅਤੇ ਇਹਨੂੰ ਕਿਉਰ ਕਰਨ ਲਈ ਮੈਨੂੰ ਕਿਹਨੂੰ ਮਿਲਣਾ ਚਾਹੀਦਾ? ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹੀ ਲੱਗਦਾ ਹੁੰਦਾ ਕਿ ਜੇ ਤੁਹਾਨੂੰ ਗੁੱਸਾ ਆ ਰਿਹਾ ਜਾਂ ਤੁਸੀਂ ਇੱਕਦਮ ਉਦਾਸ ਹੁੰਦੇ ਹੋ ਤਾਂ ਤੁਹਾਨੂੰ ਕੋਈ ਸਾਈਕੈਟ੍ਰਿਕ ਪ੍ਰੋਬਲਮ ਹੈ, ਤੁਹਾਨੂੰ ਜਾ ਕੇ ਸਾਈਕੈਟ੍ਰਿਕ ਨੂੰ ਮਿਲਣਾ ਚਾਹੀਦਾ, ਹੈ ਨਾ। ਪਰ ਤੁਸੀਂ ਦੱਸਿਆ ਕਿ ਇਹਦਾ ਹੱਲ ਵੀ ਹੈ ਜਿਹੜਾ ਡਾਈਟ ਦੇ ਵਿੱਚ ਹੈ ਨਾ, ਉਹਨਾਂ ਬਾਰੇ ਮੈਂ ਚਾਹੁੰਦੀ ਹਾਂ ਕਿ ਕੁਝ ਦੱਸੋ ਤੁਸੀਂ। ਮੈਮ, ਜਿਹੜੀਆਂ ਲੇਡੀਜ਼ ਦੇ ਵਿੱਚ ਹਾਰਮੋਨਲ ਚੇਂਜਸ ਆਉਂਦੀਆਂ ਨੇ ਜਾਂ ਫਿਰ ਬੱਚਿਆਂ ਦੇ ਵਿੱਚ ਆਉਂਦੀਆਂ, ਉਹ ਮੈਮ ਡੈਫੀਸ਼ੀਐਂਸੀਜ਼ ਦੇ ਕਰਕੇ ਹੁੰਦੀਆਂ। ਡੈਫੀਸ਼ੀਐਂਸੀ ਦੇ ਵਿੱਚ ਵਿਟਾਮਿਨ ਡੀ, B12 ਜਿਹੜੀ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕੀ ਹਾਂ, ਜਾਂ HB ਤਾਂ ਅਗਰ ਤੁਹਾਡਾ ਘੱਟ ਹੈਗਾ, ਤਾਂ ਅਗਰ ਤੁਹਾਡਾ ਖੂਨ ਵੀ ਘੱਟ ਹੈ ਤਾਂ ਵੀ ਤੁਹਾਨੂੰ ਬਹੁਤ ਗੁੱਸਾ ਆਉਂਦਾ, ਤੁਸੀਂ ਇਰੀਟੇਟ ਫੀਲ ਕਰਦੇ ਹੋ, ਤੁਹਾਨੂੰ ਨੀਂਦ ਨਹੀਂ ਆਉਂਦੀ, ਤੁਹਾਡੀ ਜਿਹੜੀ ਅਗਰ ਨੀਂਦ ਆਏਗੀ ਤਾਂ ਬਹੁਤ ਜ਼ਿਆਦਾ ਆਏਗੀ, ਲੇਜ਼ੀ ਹੋ ਜਾਓਗੇ, ਹੈ ਨਾ। ਤਾਂ ਬਹੁਤ ਸਾਰੀਆਂ ਜਿਹੜੀਆਂ ਡੈਫੀਸ਼ੀਐਂਸੀਜ਼ ਹੈਗੀਆਂ ਜਿਨ੍ਹਾਂ ਕਰਕੇ ਤੁਸੀਂ ਇਹ ਪ੍ਰੋਬਲਮਸ ਫੀਲ ਕਰਦੇ ਹੋ। ਸੋ ਜੇ ਵਿਟਾਮਿਨ ਡੀ ਡੈਫੀਸ਼ੀਐਂਸੀ ਹੈ ਤਾਂ ਤੁਹਾਡਾ ਮੂਡ ਸਵਿੰਗ ਬਹੁਤ ਜ਼ਿਆਦਾ ਅਚਾਨਕ ਤੁਹਾਨੂੰ ਤੁਸੀਂ ਸ਼ੂਟ ਕਰੋਗੇ ਕਿਸੇ ਵੀ ਗੁੱਸੇ ਨੂੰ ਲੈ ਕੇ, ਹੋ ਸਕਦਾ ਆਪਣੇ ਬੱਚੇ ਨੂੰ ਥੱਪੜ ਵੀ ਲਗਾ ਦਿਓ, ਫਿਰ ਤੁਹਾਨੂੰ 2 ਮਿੰਟ ਬਾਅਦ ਰਿਅਲਾਈਜ਼ ਹੋਏਗਾ ਵੀ ਯਾਰ ਮੈਂ ਕਿਉਂ ਕਰਤਾ। ਉਹ ਜ਼ਿਆਦਾ ਤੁਹਾਡਾ ਪ੍ਰੋਲੋਂਗ ਨਹੀਂ ਚੱਲਦਾ ਉਹ ਗੁੱਸਾ ਤੁਹਾਡਾ, ਹੈ ਨਾ। ਲੇਕਿਨ ਅਗਰ ਉਹ ਚੀਜ਼ਾਂ ਤੁਹਾਡੀਆਂ ਪ੍ਰੋਲੋਂਗ ਚੱਲਦੀਆਂ, ਹੈ ਨਾ, ਤੁਹਾਨੂੰ ਲੱਗਦਾ ਕਿ ਕੋਈ ਗੁੱਸਾ ਆਇਆ, ਮੰਨ ਲਓ ਫੋਰ ਐਗਜ਼ਾਮਪਲ ਮੇਰੀ ਅਗਰ ਹਸਬੈਂਡ ਦੀ ਲੜਾਈ ਹੋਊਗੀ, ਸਾਡੀ 2-3 ਦਿਨ ਤੱਕ ਸਾਡੀ ਉਹ ਲੜਾਈ ਚੱਲਦੀ ਰਹਿੰਦੀ ਹੈ ਨਾ, ਤਾਂ ਫਿਰ ਤੁਹਾਨੂੰ ਜ਼ਰੂਰਤ ਹੈ ਕਿ ਤੁਸੀਂ ਆਪਣੀ ਫੈਟ ਕੰਟੈਂਟ ਦੇ ਵੱਲ ਧਿਆਨ ਦਿਓ, ਕਾਰਬਸ ਦੇ ਵੱਲ ਧਿਆਨ ਦਿਓ। ਜੇ ਤੁਹਾਡਾ ਗੁੱਸਾ ਸਿਰਫ ਥੋੜ੍ਹੇ ਟਾਈਮ ਲਈ ਹੈ, 5 ਮਿੰਟ ਲਈ, 7 ਮਿੰਟ ਲਈ ਹੈ ਮੈਕਸੀਮਮ, ਫਿਰ ਤੁਹਾਨੂੰ ਧਿਆਨ ਦੇਣਾ ਚਾਹੀਦਾ ਵਿਟਾਮਿਨ ਡੀ ਤੇ ਔਰ B12 ਤੇ। ਜੇ ਤੁਹਾਡਾ ਪ੍ਰੋਲੋਂਗ ਚੱਲਦਾ ਫਿਰ ਮਤਲਬ ਤੁਸੀਂ ਨਾ ਕਿਤੇ ਡਾਈਟ ਦੇ ਵਿੱਚ ਗੜਬੜ ਕਰ ਰਹੇ ਹੋ, ਤੁਸੀਂ ਲੋ ਕੈਲੋਰੀ ਡਾਈਟ ਖਾ ਰਹੇ ਹੋ, ਜਿਸ ਕਰਕੇ ਤੁਹਾਨੂੰ ਇਹ ਮੂਡ ਸਵਿੰਗਸ ਹੋ ਰਹੇ ਹੈ। ਸੋ ਡਿਪੈਂਡ ਕਰਦਾ ਮੈਮ ਉਹ ਕਿਸ ਤਰ੍ਹਾਂ ਨਾਲ ਤੁਹਾਨੂੰ ਗੁੱਸਾ ਆ ਰਿਹਾ। ਕਹਿੰਦੇ ਨੇ ਮੰਮਾ ਨੂੰ ਬੁਲਾਇਆ ਤਾਂ ਮੰਮਾ ਖਾਣ ਨੂੰ ਪੈ ਰਹੀ ਸੀ, ਹੈ ਨਾ, ਪਤਾ ਨਹੀਂ ਅੱਜ ਮੰਮੀ ਨੂੰ ਕੀ ਹੋਇਆ, ਹੈ ਨਾ। ਜਾਂ ਫਿਰ ਕਹਿੰਦੇ ਆਫਿਸ 'ਚ ਬੌਸ ਅੱਜ ਤੁਹਾਨੂੰ, ਹੈ ਨਾ, ਗੁੱਸਾ ਕਰ ਰਿਹਾ ਸੀ, ਪਤਾ ਨਹੀਂ ਸ਼ਾਇਦ ਘਰ ਵਾਲੇ ਨਾਲ ਲੜ ਕੇ ਆਇਆ ਹੋਣਾ। ਤਾਂ ਉਹ ਡਿਪੈਂਡ ਕਰਦਾ ਕਿ ਉਹਨੇ ਅੱਜ ਖਾਇਆ ਕੀ ਹੈ ਘਰ ਤੋਂ, ਹੈ ਨਾ, ਜਾਂ ਉਸਦਾ ਲਾਈਫ ਸਟਾਈਲ ਕਿੱਦਾਂ ਦਾ ਹੈ। ਸੋ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਕਿ ਸਿਰਫ ਲੇਡੀ ਦੇ ਹਾਰਮੋਨ ਤੇ ਉਹ ਹਾਰਮੋਨ ਕਿਵੇਂ ਕੰਟਰੋਲ ਹੋ ਸਕਦਾ, ਉਹ ਤੁਹਾਡੀ ਡਾਈਟ ਨਾਲ ਕੰਟਰੋਲ ਹੋ ਸਕਦਾ। ਸੋ ਅਗਰ ਤੁਹਾਨੂੰ ਡਿਪਰੈਸ਼ਨ ਫੀਲ ਹੋ ਰਿਹਾ ਹੈ, ਤੁਹਾਨੂੰ ਲੱਗਦਾ ਮੈਂ ਬਹੁਤ ਰੋਣ ਵਾਲੀ, ਮੇਰਾ ਮਨ ਕਰਦਾ ਮੈਂ ਉੱਚੀ ਉੱਚੀ ਰੋਵਾਂ ਜਾਂ ਮੈਂ ਉੱਚੀ ਉੱਚੀ ਹੱਸਾਂ, ਤਾਂ ਤੁਹਾਨੂੰ ਜ਼ਰੂਰਤ ਹੈ ਆਪਣੀ ਡਾਈਟ ਚੈੱਕਅਪ ਕਰਵਾਉਣ ਵਾਸਤੇ, ਜਾਂ ਫਿਰ ਆਪਣੇ ਚੈੱਕਅਪ ਕਰਵਾਓ ਕਿ ਤੁਸੀਂ ਡੈਫੀਸ਼ੀਐਂਟ ਤਾਂ ਨਹੀਂ ਹੈਗੇ HB ਦੇ ਜਾਂ ਵਿਟਾਮਿਨ ਡੀ ਦੇ ਜਾਂ B12 ਦੇ। ਹਾਂਜੀ, ਜਿਵੇਂ ਹੁਣ ਆਪਣੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਦੇਖ ਕੇ ਆਪਾਂ ਨੂੰ ਲੱਗਦਾ ਹੁੰਦਾ ਕਈ ਵਾਰੀ ਵੀ ਇਸ ਉਮਰ ਦੇ ਵਿੱਚ ਇਹ ਜਿੰਨੀ ਸਪੀਡ ਨਾਲ ਕੰਮ ਕਰ ਰਹੇ ਨੇ ਜਾਂ ਜਿੰਨਾ ਸਟ੍ਰੈਸ ਝੱਲ ਲੈਂਦੇ ਨੇ, ਸਾਡੇ ਤੋਂ ਇਹ ਚੀਜ਼ਾਂ ਨਹੀਂ ਹੁੰਦੀਆਂ, ਅਸੀਂ ਫਿਜ਼ੀਕਲੀ ਵੀ ਉਹਨਾਂ ਸਟ੍ਰੈਸ ਨਹੀਂ ਲੈ ਸਕਦੇ, ਮੈਂਟਲੀ ਵੀ ਨਹੀਂ, ਹੈ ਨਾ। ਪਰ ਫਿਰ ਵੀ
ਹੁਣ ਇੱਕ ਰੁਝਾਨ ਹੋ ਗਿਆ ਕਿ ਇੱਕ ਏਜ ਤੋਂ ਬਾਅਦ ਤੁਹਾਨੂੰ ਆਪਣਾ ਖਾਣ ਪੀਣਾ ਜਿਹੜਾ ਬਦਲ ਲੈਣਾ ਚਾਹੀਦਾ। ਜ਼ਿਆਦਾਤਰ 50 ਸਾਲ ਦੀ ਉਮਰ ਤੋਂ ਬਾਅਦ ਕਹਿ ਦਿੰਦੇ ਆ ਵੀ ਫੈਟ ਘੱਟ ਲਓ, ਦੇਸੀ ਘਿਓ ਨਾ ਖਾਓ, ਇਹਨਾਂ ਚੀਜ਼ਾਂ। ਤੁਹਾਡੇ ਮੁਤਾਬਕ ਵੀ ਕਿੰਨੀ ਕੁ ਏਜ ਤੱਕ ਸਾਨੂੰ ਆਪਣੇ ਜਿਹੜਾ ਖਾਣ ਪੀਣ 'ਚ ਬਦਲਾਅ ਕਰਦੇ ਰਹਿਣਾ ਚਾਹੀਦਾ ਕਿ ਅਸੀਂ ਅਖੀਰੀ ਉਮਰ ਤੱਕ ਵੀ ਸਿਹਤਮੰਦ ਰਹੀਏ? ਮੈਮ ਉਹੀ ਗੱਲਾਂ ਨੇ ਸਿਹਤ ਫਿਰ ਤੋਂ ਮੈਂ ਤੁਹਾਨੂੰ ਰਿਪੀਟ ਕਰਾਂਗੀ, ਕਿਉਂਕਿ ਜਿਹੜੀ ਏਜ ਹੈ ਨਾ, ਏਜ ਦੇ ਅਕੋਰਡਿੰਗ ਡਾਈਟ ਮੈਟਰ ਕਰਦੀ ਹੈ ਨਾ। ਬੱਚੇ ਦੀ ਅਲੱਗ, ਬੜੇ ਦੀ ਅਲੱਗ, ਲੇਕਿਨ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਸਾਰੀਆਂ ਚੀਜ਼ਾਂ ਤੋਂ ਕੱਟ ਆਫ ਕਰੋ। ਉਸ ਦਾ ਪੋਰਸ਼ਨ ਸਾਈਜ਼ ਡਿਪੈਂਡ ਕਰਦਾ ਹੈ। ਇੱਕ ਦੇਖੋ ਬੱਚਾ ਹੈ ਨਾ, ਮੈਂ ਤੁਹਾਨੂੰ ਦੱਸਿਆ ਕਿ ਇੱਕ ਫੁਲਕਾ ਮੈਂ ਛੋਟੇ ਬੱਚੇ ਨੂੰ ਦੇਵਾਂਗੀ, 8 ਸਾਲ ਦੇ ਨੂੰ ਮੈਂ 2 ਦੇਵਾਂਗੀ, ਹੈ ਨਾ। ਫਿਰ ਬੜਾ ਅਡਲਟ ਹੈਗਾ ਤਾਂ ਉਹ 2-3 ਫੁਲਕੇ ਵੀ ਖਾਏਗਾ, ਹੈ ਨਾ। ਉਸ ਤੋਂ ਬਾਅਦ ਅਗਰ ਏਜਡ ਪਰਸਨ ਹੈ, ਬਹੁਤ ਏਜਡ ਪਰਸਨ ਹੈ, ਬੈੱਡ 'ਤੇ ਹੈ, ਤਾਂ ਉਹ 1 ਜਾਂ 2 ਹੀ ਖਾਏਗਾ, ਹੈ ਨਾ, ਕਿਉਂਕਿ ਉਸਦੀ ਐਕਟੀਵਿਟੀ ਉਨੀ ਨਹੀਂ ਹੈ, ਉਹਦੀ ਡਾਈਜੈਸ਼ਨ ਪ੍ਰੋਸੈਸ ਉਨੀ ਐਕਟਿਵ ਨਹੀਂ ਹੈਗੀ। ਸੋ ਡਿਪੈਂਡ ਕਰਦਾ ਮੈਮ ਉਹ ਕਿਸ ਏਜ ਦੇ ਵਿੱਚ ਹੈਗਾ, ਉਹ ਕਿਸੇ ਕੰਡੀਸ਼ਨ, ਡਾਇਬਟਿਕ ਤਾਂ ਨਹੀਂ ਹੈਗਾ, ਹਾਰਟ ਪੇਸ਼ੈਂਟ ਤਾਂ ਨਹੀਂ ਹੈਗਾ, ਉਹਨੂੰ ਕੋਈ ਹੋਰ ਪ੍ਰੋਬਲਮ ਤਾਂ ਨਹੀਂ ਹੈਗੀ। ਸੋ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ। ਅਗਰ ਉਹ ਤੰਦਰੁਸਤ ਹੈ, ਚੱਲਦਾ ਫਿਰਦਾ ਹੈ, ਸਾਰੀ ਹੈਲਪ ਕਰਦਾ ਹੈ, ਤੁਹਾਨੂੰ ਕਿਤੇ ਨਾ ਕਿਤੇ ਬੱਚਿਆਂ ਨੂੰ ਖਿਡਾਉਂਦਾ ਹੈ, ਆਪਣੇ ਬੱਚਿਆਂ ਦੇ ਨਾਲ ਆਪਣੀ ਗੱਲਬਾਤ ਕਰਦਾ ਹੈ, ਕਿਉਂਕਿ ਬੱਚੇ ਜਿਹੜੀ ਓਲਡ ਪਰਸਨ ਹੈ ਉਹਨਾਂ ਦੀ ਗੱਲਬਾਤ ਹੋਣੀ ਬਹੁਤ ਜ਼ਰੂਰੀ ਹੈ। ਜੇ ਉਹ ਇਕੱਲੇ ਰਹਿੰਦੇ ਆ ਤਾਂ ਉਹ ਡਿਪਰੈਸ਼ਨ ਦੇ ਵਿੱਚ ਸ਼ਿਕਾਰ ਹੋ ਜਾਣਗੇ। ਫਿਰ ਲੱਗਦਾ ਹੋ ਸਕਦਾ ਉਹ ਓਵਰ ਈਟ ਕਰਨ, ਹੋ ਸਕਦਾ ਉਹ ਬਿਲਕੁਲ ਖਾਣਾ ਪੀਣਾ ਬੰਦ ਕਰ ਦੇਣ। ਸੋ ਬਜ਼ੁਰਗਾਂ ਨੂੰ ਵੀ ਬਹੁਤ ਜ਼ਰੂਰੀ ਹੈ ਕਿ ਉਹਨਾਂ ਨਾਲ ਕੋਈ ਨਾ ਕੋਈ ਪਰਸਨ ਇੱਦਾਂ ਦਾ ਹੋਵੇ, ਚਾਹੇ ਬੱਚੇ ਹੋਣ, ਉਹਨਾਂ ਨਾਲ ਗੱਲਬਾਤ ਕਰਦੇ ਰਹਿਣ, ਸੋ ਦੈਟ ਉਹਨਾਂ ਦਾ ਜਿਹੜਾ ਮਾਈਂਡ ਹੈਗਾ ਉਹਨਾਂ ਦੇ ਵਿੱਚ ਜੋ ਚੱਲ ਰਿਹਾ ਹੈ ਉਹ ਆਪਣਾ ਥਰੂ ਆਊਟ ਕਰ ਸਕਣ, ਉਹ ਬਾਹਰ ਕੱਢ ਸਕਣ, ਹੈ ਨਾ, ਆਪਣੇ ਅੰਦਰ ਕੈਰੀ ਨਾ ਕਰ ਕੇ ਰੱਖ ਸਕਣ। ਸੋ ਜੋ ਅਗਰ ਇਹਨਾਂ ਚੀਜ਼ਾਂ ਦੇ ਵਿੱਚ ਤੁਸੀਂ ਧਿਆਨ ਦਿੰਦੇ ਹੋ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ, ਆਪਣੀ ਫੈਮਿਲੀ ਦੇ ਵਿੱਚ ਵੱਡਿਆਂ ਦਾ ਵੀ ਔਰ ਬੱਚਿਆਂ ਦਾ ਵੀ ਉਸ ਦੇ ਅਕੋਰਡਿੰਗ ਡਾਈਟ ਤੁਸੀਂ ਪ੍ਰੋਵਾਈਡ ਕਰਦੇ ਹੋ, ਸੋ ਇਹਨਾਂ ਚੀਜ਼ਾਂ ਦੇ ਵਿੱਚ ਤੁਸੀਂ ਨਹੀਂ ਫਸੋਗੇ, ਤੁਸੀਂ ਹਮੇਸ਼ਾ ਤੰਦਰੁਸਤ ਰਹੋਗੇ। ਕਿਉਂਕਿ ਜ਼ਰੂਰੀ ਹੈ, ਕਿਉਂਕਿ ਇਕੱਲੇ ਰਹੋਗੇ ਤਾਂ ਕਹਿੰਦੇ ਡਿਪਰੈਸ਼ਨ ਦੇ ਵਿੱਚ ਫਿਰ ਜਾਂਦੇ ਹੀ ਜਾਂਦੇ ਹੋ। ਸੋ ਜ਼ਰੂਰੀ ਹੈ ਕਿ ਤੁਹਾਡੇ ਨਾਲ ਕੋਈ ਨਾ ਕੋਈ ਗੱਲਬਾਤ ਕਰਨ ਵਾਲਾ ਹੋਣਾ ਚਾਹੀਦਾ ਹੈ। ਹਾਂਜੀ, ਤੁਹਾਡੀਆਂ ਸਾਰੀਆਂ ਗੱਲਾਂ ਤੋਂ ਮੈਨੂੰ ਇਹੀ ਲੱਗਦਾ ਕਿ ਚੰਗੀ ਖੁਰਾਕ ਨਾ ਖਾਣਾ ਮਤਲਬ ਤੁਹਾਡੀ ਮਾਨਸਿਕ, ਤੁਹਾਡੀ ਸਰੀਰਕ ਸਿਹਤ ਦੋਨਾਂ ਨੂੰ ਹੀ ਬਹੁਤ ਜ਼ਿਆਦਾ ਵੱਡਾ ਨੁਕਸਾਨ ਪਹੁੰਚਾਉਂਦਾ, ਹੈ ਨਾ। ਅਤੇ ਕਿਤੇ ਨਾ ਕਿਤੇ ਅਸੀਂ ਅੱਜ ਦੇ ਦੌਰ 'ਚ ਮੈਨੂੰ ਇਹ ਲੱਗਦਾ ਕਿ ਆਪਣੀ ਖੁਰਾਕ ਨੂੰ ਹੀ ਅਣਗੌਲਿਆਂ ਕਰ ਰਹੇ ਹਾਂ, ਕਿਉਂਕਿ ਇੰਨੀ ਭੱਜ ਦੌੜ ਦੀ ਜ਼ਿੰਦਗੀ ਆ, ਅਸੀਂ ਸੋਚਦੇ ਹਾਂ ਚੱਲ ਅੱਜ ਘਰੇ ਕਿਉਂ ਬਣਾਉਣਾ, ਬਾਹਰੋਂ ਜਾ ਕੇ ਹੋਟਲ ਤੋਂ ਖਾ ਲੈਂਦੇ ਹਾਂ, ਹੈ ਨਾ। ਤਾਂ ਇਹੀ ਚੀਜ਼ ਆ ਜਿਹੜੀ ਸਾਡੀ ਇੰਨੀ ਕਮਾਈ ਹੋਣ ਤੋਂ ਬਾਵਜੂਦ ਵੀ ਸਾਡਾ ਸਰੀਰ ਉਹਨਾਂ ਚੀਜ਼ਾਂ ਨਾਲ ਸਫ਼ਰ ਕਰਦਾ। ਤੁਸੀਂ ਬਹੁਤ ਚੰਗੀਆਂ ਗੱਲਾਂ ਕੀਤੀਆਂ ਨੇ। ਉਮੀਦ ਹੈ ਕਿ ਸਾਡੇ ਜਿਹੜੇ ਦਰਸ਼ਕ ਨੇ, ਹੈ ਨਾ, ਉਹ ਇਹਨਾਂ ਗੱਲਾਂ ਤੋਂ ਲਾਭ ਉਠਾਉਣਗੇ ਅਤੇ ਕਿਸੇ ਨਾ ਕਿਸੇ ਦੀ ਜ਼ਿੰਦਗੀ 'ਚ ਜ਼ਰੂਰ ਚੇਂਜ ਆਏਗਾ ਤੁਹਾਡੀਆਂ ਗੱਲਾਂ ਨਾਲ। ਅਤੇ ਅਸੀਂ ਦਰਸ਼ਕਾਂ ਨੂੰ ਵੀ ਇਹੀ ਕਹਿਣਾ ਚਾਹੁੰਦੇ ਹਾਂ ਕਿ ਬਹੁਤ ਵਾਰ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਬਦਲਾਅ ਹੁੰਦੇ ਆ ਜਿਹੜੇ ਸਾਡੇ ਸਰੀਰਕ ਬਦਲਾਅ ਨਾਲ ਜੁੜੇ ਹੁੰਦੇ ਆ, ਅਤੇ ਸਾਨੂੰ ਲੱਗਦਾ ਹੁੰਦਾ ਕਿ ਸ਼ਾਇਦ ਸਾਈਕੈਟ੍ਰਿਕ ਜਾਂ ਮੈਡੀਸਨ ਇਸ ਚੀਜ਼ ਦਾ ਇਲਾਜ ਆ, ਪਰ ਤੁਸੀਂ ਇੱਕ ਚੰਗੇ ਡਾਇਟੀਸ਼ੀਅਨ ਨਾਲ ਕੰਸਲਟ ਕਰਕੇ ਬਹੁਤ ਸਾਰੀਆਂ ਚੀਜ਼ਾਂ ਆਪਣੀ ਜ਼ਿੰਦਗੀ 'ਚ ਇਹੋ ਜਿਹੀਆਂ ਬਦਲ ਸਕਦੇ ਹੋ ਜਿਹੜੀਆਂ ਤੁਹਾਡੀ ਖੁਰਾਕ ਨਾਲ ਜੁੜੀਆਂ ਹੋਈਆਂ ਨੇ। ਤੁਹਾਨੂੰ ਜ਼ਰੂਰ ਕਿਸੇ ਚੰਗੇ ਡਾਇਟੀਸ਼ੀਅਨ ਦੀ ਸਲਾਹ ਹੈ ਜਿਹੜੀ ਸਾਲ 'ਚ ਇੱਕ ਵਾਰ ਜ਼ਰੂਰ ਲੈਣੀ ਚਾਹੀਦੀ ਹੈ, ਤਾਂ ਜੋ ਤੁਹਾਡੇ ਸਰੀਰ ਨੂੰ ਜਿਹੜੀਆਂ ਵੀ ਕੋਈ ਕਮੀਆਂ ਨੇ ਉਹ ਤੁਹਾਡੀ ਖੁਰਾਕ ਦੇ ਜ਼ਰੀਏ ਪੂਰੀਆਂ ਹੋ ਸਕਣ। ਇਹ ਸਨ ਡਾਇਟੀਸ਼ੀਅਨ ਨਵਦੀਪ, ਜਿਨ੍ਹਾਂ ਨੇ ਆਪਣੇ ਤਜਰਬੇ ਸਾਡੇ ਨਾਲ ਸਾਂਝੇ ਕੀਤੇ। ਅਤੇ ਅਗਲੀ ਵਾਰ ਫਿਰ ਤੋਂ ਇੱਕ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।